ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਕੁਲਦੀਪ ਜੀ। ਸੁਰਜੀਤ ਜੀ ਸਤਿ ਸ਼੍ਰੀ ਅਕਾਲ। ਅਕਾਲ। ਸਤਿ ਸ਼੍ਰੀ ਅਕਾਲ ਰਿੰਟੂ ਜੀ। ਵੈਲਕਮ ਜੀ, ਵੈਲਕਮ ਸਾਰਿਆਂ ਦਾ। ਥੈਂਕ ਯੂ। ਮੇਰਾ ਅੱਜ ਮਿਊਟ ਹੀ ਸੀ, ਮੈਂ ਕਿਹਾ ਲਾਈਵ ਵੀ ਹੋ ਗਿਆ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਲੱਗੀ ਜੀ ਜੀ ਜੇ ਅਜੇ ਵੀ ਬਾਹਰ ਨਾ ਵੀ ਆ ਠੀਕ ਜਾਓ ਹੋਇਆ ਨਾ। ਮੈਂ ਆਣ ਲੱਗੀ ਬਾਹਰ। ਮੈਂ ਕਿਹਾ ਖਿੜਕੀ ਚੋਂ। ਉਹਦੇ ਹੁਣੇ ਕਰਕੇ ਗਿਆ। ਜੇ ਅਜੇ ਵੀ ਨਾ ਠੀਕ ਹੋਇਆ ਤਾਂ ਤੁਸੀਂ ਐਂਟਰ ਕਰੀ ਜਾਣਾ। ਉਹਨੇ ਵੀ ਨਹੀਂ ਲਗਾਈ, ਪਤਾ ਨਹੀਂ ਕੀ ਹੋ ਗਿਆ ਆਪੇ। ਕੋਈ ਗੱਲ ਨਹੀਂ, ਕਰ ਲਾਂਗੇ ਕੁਛ ਨਹੀਂ ਹੁੰਦਾ, ਇਹ ਨਿੱਕੀ ਜੀ ਪ੍ਰੋਬਲਮ ਹੈ, ਅਸੀਂ ਹੈਗੇ ਆ, ਡੋਂਟ ਵਰੀ ਹਾਂ ਅਬਾਊਟ ਨਹੀਂ ਇਟ। ਉਹ ਵੀ ਚੈੱਕ ਕਰਕੇ ਤੁਹਾਡੇ ਗਿਆ ਕਰਨਾ। ਪ੍ਰੋਬਲਮ ਬਲਕਿ ਸਿਕਿਉਰਿਟੀ ਲਈ ਬਹੁਤ ਵਧੀਆ ਗੱਲ ਹੈ। ਨਹੀਂ ਵੈਸੇ ਇਹ ਨਾ ਕਿਤੇ ਜਿਸ ਵੇਲੇ ਮੀਟਿੰਗ ਆਈਡੀ ਬਣਾਉਂਦੇ ਆ ਨਾ ਉਸ ਵੇਲੇ ਕਿਤੇ ਹਾਂ, ਉਹ ਹੋ click ਜਾਂਦਾ ਹੁੰਦੀ ਹੈ। ਹਾਂ। ਅੱਛਾ ਉਸ ਲਈ ਇਹ click ਗੱਲ ਹੋਣੀ। ਹੈ, ਫਿਰ ਇਹੀ ਗੱਲ ਹਾਂਜੀ ਉਸ ਵੇਲੇ ਨਾਲੇ click ਸਿਕਿਉਰਿਟੀ ਲਈ ਬਹੁਤ ਵਧੀਆ ਹੈ, ਤੁਸੀਂ ਕਿਹਨੂੰ ਐਂਟਰ ਚਲੋ, ਕਰਨਾ ਸਤਿ ਚਾਹੁੰਦੇ, ਸ਼੍ਰੀ ਅਕਾਲ। ਕਿਹਨੂੰ ਨਹੀਂ। ਨਹੀਂ ਜੀ ਮੈਂ ਨਹੀਂ ਕਦੇ ਲਗਾਈ ਤੇ ਉਹਨੂੰ ਵੀ ਨਹੀਂ ਪਤਾ ਲੱਗ ਰਿਹਾ। ਇਹਦਾ ਮਤਲਬ ਕਿ ਠੀਕ ਉਦੋਂ ਹੀ ਕਿਤੇ ਹੋਇਆ ਹੈ ਨਾ। ਸੁਰਜੀਤ ਜੀ ਮੀਟਿੰਗ ਲਿੰਕ ਵੇਲੇ ਠੀਕ ਹੈ। ਪਲੀਜ਼ ਤੁਸੀਂ ਨਾਮ ਨੋਟ ਕਰ ਲੈਣਾ ਸਾਰੇ। ਹਾਂ ਹਨਾ? ਹਾਂ ਜੇ ਮੈਨੂੰ ਭੇਜ ਸਕਦੇ ਹੋ ਤਾਂ ਮੈਨੂੰ ਭੇਜ ਦੇਣਾ, ਨਹੀਂ ਤਾਂ ਤੁਸੀਂ ਆਪ ਨਾਲ ਵੈਲਕਮ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਮਨਮੋਹਨ ਸਿੰਘ ਵਾਲੀਆ ਜੀ। ਮੈਂ ਨਾ ਬੜੀ ਦੇਰ ਬਾਅਦ ਅੱਜ ਇਸ ਪੋਜੀਸ਼ਨ ਤੇ ਬੈਠੀ ਹਾਂ। ਮੈਨੂੰ ਲੱਗ ਰਿਹਾ ਬਿਲਕੁਲ ਨਹੀਂ ਦੇਰ ਤੇ ਨਹੀਂ, 2-3 ਮਹੀਨੇ ਹੋ ਗਏ ਸ਼ਾਇਦ ਤੁਹਾਨੂੰ। ਨਹੀਂ ਕੋਈ ਕਾਫੀ ਨਹੀਂ, ਡੋਂਟ ਵਰੀ, ਕੋਈ ਗੱਲ ਨਹੀਂ। ਤੁਸੀਂ ਬਹੁਤ ਪਰ ਵਧੀਆ ਹਾਜ਼ਰ ਕਰਨਾ ਹੈ। ਹੁੰਦੇ ਸੀ। ਹਾਂ ਨਹੀਂ ਮੈਂ ਬਹੁਤ ਵਧੀਆ ਕਰਦੇ ਹੋ, ਬਹੁਤ ਵਧੀਆ ਕਰਨਾ ਹੈ, ਡੋਂਟ ਵਰੀ ਸਾਰੇ ਅਬਾਊਟ। ਵਧੀਆ। ਜਸਪਾਲ ਜੀ, ਸਨੋਬਰ ਜੀ, ਸਾਰੇ ਮਹਿਮਾਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਿਲਕੁਲ ਕੁਲਦੀਪ ਜੀ ਬਿਲਕੁਲ ਵੈਲਕਮ। ਸਾਡੇ ਕੁਲਦੀਪ ਜੀ ਬਿਮਾਰ ਹੋ ਗਏ ਸੀ। ਸੁਰਜੀਤ ਜੀ ਚੱਲਦਾ ਰਹਿੰਦਾ। ਡਾਕਟਰ ਸਰਬਜੀਤ ਕੌਰ ਜੀ ਆ ਰਹੇ। ਹਾਂਜੀ ਆਣਗੇ ਅੱਜ, ਕਹਿੰਦੇ ਤੁਸੀਂ। ਓਕੇ ਫਿਰ ਉਹਨਾਂ ਦੀ ਸਨੋਬਰ ਵੇਟ ਜੀ ਅੱਗੇ ਵੀ ਤੁਸੀਂ ਸੈਪਟੈਂਬਰ 'ਚ ਸਾਡੇ ਪ੍ਰੋਗਰਾਮ 'ਚ ਆਏ ਹੋਏ ਹੋ। ਤੁਹਾਨੂੰ ਪੋਸਟ ਭੇਜਿਆ ਸੀ ਮੈਂ, ਯਾਦ ਹੈ? ਹਾਂ ਉਦੋਂ ਇਹਨਾਂ ਦਾ ਇੰਟਰਨੈਟ ਬੜਾ ਡਿਸਟਰਬ ਕਰ ਰਿਹਾ ਸੀਗਾ ਉਦੋਂ ਪਤਾ ਜ਼ਿਆਦਾ। ਨਹੀਂ ਹਾਂ ਇਹ ਕਹਿੰਦੇ ਮੈਂ ਕਦੀ ਆਈ ਨਹੀਂ ਤੇ ਮੈਨੂੰ ਪੋਸਟ ਮਿਲ ਗਿਆ, ਮੈਂ ਭੇਜਿਆ। ਹਾਂਜੀ ਕਿਉਂ? ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਮੈਂ ਅਕਾਲ। ਕਿਹਾ ਅੱਗੇ ਵੀ ਤੁਸੀਂ ਸਾਡੇ ਪ੍ਰੋਗਰਾਮ 'ਚ ਸੈਪਟੈਂਬਰ 'ਚ ਹੀ ਆਏ ਸੀ। ਹਾਂਜੀ ਸ਼ੁਕਰੀਆ ਰਮਿੰਦਰ ਜੀ, ਸ਼ੁਕਰੀਆ ਤੁਹਾਡੀ ਬਦੌਲਤ ਮੈਂ ਤੁਹਾਡੇ ਫੰਕਸ਼ਨ 'ਚ ਫਿਰ ਹਾਜ਼ਰੀ ਭਰੀ ਹੈ। ਥੈਂਕ ਯੂ। ਅੱਗੇ ਮੈਨੂੰ ਕਿਸੇ ਨੇ ਸ਼ੁਕਰੀਆ ਕਿਹਾ, ਤੁਹਾਡਾ ਕਹਿੰਦੇ ਜੀ। ਕੀ ਗੱਲ ਸਾਡੀ ਟਰਨ ਨਹੀਂ ਆਈ ਅਜੇ। ਮੈਂ ਕਿਹਾ ਕੀ ਕਰੀਏ, ਪਤਾ ਕਈ ਪਰੇਸ਼ਾਨ ਬਹੁਤ ਕਰਦੇ। ਕੱਲ ਇੱਕ ਨਾ RSF 'ਚ ਪਤਾ ਨਹੀਂ ਕੌਣ ਕੇਵਲਜੀਤ ਪੋਸਟ ਭੇਜ ਕੇ ਕਹਿੰਦਾ ਮੈਨੂੰ ਐਂਟਰ ਕਰੋ, ਦੱਸੋ ਹੁਣ ਅਸੀਂ ਕਿੱਦਾਂ ਉਹਨੂੰ ਐਂਟਰ ਕਰ ਲਈਏ। ਫਿਰ ਨਾਲ ਨਾ ਆਪਣੇ ਉਹ ਲਖਵਿੰਦਰ ਲੱਖੇ ਦੇ ਪ੍ਰੋਗਰਾਮ ਦੇ ਸਨਮਾਨ ਪੱਤਰ ਦੀ ਮੈਨੂੰ ਫੋਟੋ, ਮੈਂ ਕਿਉਂ ਭੇਜਿਆ, ਕਹਿੰਦਾ ਫॉर योर काइंड ਇਨਫੋਰਮੇਸ਼ਨ। ਮੈਂ ਮਾਰਤਾ ਬਲੌਕ। ਮੈਂ ਕਿਹਾ ਚੱਲ ਕਰਦੇ। ਕਿੰਨੇ ਹੋ ਗਏ ਰਿੰਟੂ ਜੀ? ਹਾਂ ਆਪਣੇ ਕੋਲ ਇਸ ਵੇਲੇ 14 ਬੰਦੇ ਆ। ਮੈਂ ਇਸ ਕਰਕੇ ਨਹੀਂ ਸ਼ੁਰੂ ਕਰ ਰਹੀ, ਮੈਂ ਕਿਹਾ ਜੇ ਅਸੀਂ 5 ਮਿੰਟ ਵੇਟ ਕਰ ਲਓ ਹੋਰ। ਹਾਂ 5 ਮਿੰਟ ਵੇਟ ਕਰ ਲੈਣਾ। ਡਾਕਟਰ ਸਰਬਜੀਤ ਜੀ ਆਉਂਦੇ ਸਾਡੇ ਆ 4-5 ਤੇ ਪਾਰਟਿਸਪੈਂਟ ਬੈਠੇ ਨੇ। ਸਤਿ ਸ਼੍ਰੀ ਅਕਾਲ ਜਸਪਾਲ ਮੈਂ ਜੀ। ਰਿੰਟੂ ਤੁਹਾਨੂੰ WhatsApp ਤੇ ਨਾਮ ਭੇਜ ਦੇਣੇ ਸਾਰੇ, ਠੀਕ ਹੈ? ਠੀਕ ਹੈ ਜੀ, ਹਾਂ ਠੀਕ ਹਾਂ ਹੈ ਠੀਕ ਹੈ। ਹਾਂ ਰਮਿੰਦਰ ਜੀ ਅਗਰ ਕੋਈ ਹੋਰ ਹੈਗਾ ਤਾਂ ਤੁਸੀਂ ਮੈਨੂੰ ਉਹ ਨਹੀਂ ਭੇਜ ਦੇਣਾ। ਹਾਂ ਮੈਂ ਦੇਖਦੀ ਹਾਂ, ਮੈਂ ਦੇਖ ਨਾ ਪੋਸਟ ਤੇ ਸਾਰਿਆਂ ਨੂੰ। ਅਮਰ ਕੌਰ ਬੇਦੀ ਜੀ। ਇਹ ਜਲੰਧਰ ਤੋਂ ਨੇ ਸ਼ਾਇਦ। ਸਤਿ ਸ਼੍ਰੀ ਅਕਾਲ ਜੀ। ਵੈਲਕਮ ਡਾਕਟਰ ਅਮਰਦੀਪ ਕੌਰ ਜੀ, ਸਤਿ ਸ਼੍ਰੀ ਅਕਾਲ। ਜਿਹੜੇ ਬਿਲਕੁਲ ਅਨਨੋਨ ਹੋਣਗੇ ਪਿੱਛੋਂ ਬੇਸ਼ੱਕ ਪੁੱਛ ਲੈਣਾ, ਕਿ ਜਿਹਨਾਂ ਦਾ ਬਿਲਕੁਲ ਪਤਾ ਨਹੀਂ ਇਹਨਾਂ ਦਾ ਤੇ ਮੈਨੂੰ ਪਤਾ ਹੈ। ਠੀਕ ਹੈ ਜੀ, ਠੀਕ ਹੈ। ਸਤਿ ਸ਼੍ਰੀ ਅਕਾਲ ਮੈਮ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਵੈਲਕਮ। ਸ਼ੁਕਰੀਆ ਡਾਕਟਰ ਅਮਰਦੀਪ ਜੀ ਸਤਿ ਸ਼੍ਰੀ ਅਕਾਲ ਜੀ। ਹੁਣ ਅਗਲੀ ਵਾਰ ਹੀ ਤਿਆਰ ਹੋ ਤੁਸੀਂ, ਅੱਗੇ ਵੀ ਬਹਾਨਾ ਮਾਰ ਗਏ ਸੀ। ਨਹੀਂ ਬਹਾਨਾ ਨਹੀਂ ਮੈਮ, ਮੈਨੂੰ ਪਤਾ। ਤੁਹਾਨੂੰ ਪਤਾ ਹੈ ਤੁਸੀਂ ਤਾਂ ਸਾਡੀ ਰਿਪੋਰਟ ਦੀ ਡਿਊਟੀ ਲਈ ਸੀ ਲਿਖਣ ਦੀ, ਯਾਦ ਹੈ ਨਾ? ਕਾਲਜ ਦੀ ਰਿਪੋਰਟ ਨਹੀਂ ਖਤਮ ਹੁੰਦੀ ਮੇਰੀ। ਨਹੀਂ ਤੁਸੀਂ ਆਪ ਹੀ ਲਈ ਸੀ ਤੇ ਮੈਂ ਕਿਹਾ ਉਹਦੇ ਲਈ ਹਰ ਮੀਟਿੰਗ 'ਚ ਆਉਣਾ ਪਏਗਾ ਪੂਰਾ ਟਾਈਮ, ਤਾਂ ਲਿਖੀ ਜਾਏਗੀ ਰਿਪੋਰਟ। ਹਾਂਜੀ ਉਹ ਹੁਣ ਅਸੀਂ ਯੂਥ ਫੈਸਟੀਵਲ ਹੋਸਟ ਕਰ ਰਹੇ ਹਾਂ ਇਸ ਵਾਰ ਦਾ ਨਾ, ਪੰਜਾਬ ਯੂਨੀਵਰਸਿਟੀ ਦਾ। ਚੰਡੀਗੜ੍ਹ DAV ਕਾਲਜ 'ਚ ਨੇ ਔਰ ਸਾਹਿਤ ਅਕੈਡਮੀ ਦੇ ਮੈਂਬਰ ਵੀ ਨੇ।
ਵਿਕਰਮ ਜੀ ਤੁਹਾਡਾ ਮੈਨੂੰ ਮਿਲ ਨਹੀਂ ਰਿਹਾ ਜਿਹੜਾ ਭੇਜਿਆ ਸੀ। ਦੇਖ ਰਹੀ ਹਾਂ ਕੀ ਭਲਾ? ਬਾਇਓਡਾਟਾ ਦੇਖ ਰਹੀ ਹਾਂ ਮੈਂ। ਹਾਂ ਭੇਜਿਆ ਤੇ ਸੀ ਨਾ ਮੈਂ। ਸਤਿ ਸ਼੍ਰੀ ਅਕਾਲ ਜੀ ਸਭ ਨੂੰ। ਸਤਿ ਸ਼੍ਰੀ ਅਕਾਲ ਜੋਗੀ ਸਤਿ ਜੀ, ਸ਼੍ਰੀ ਅਕਾਲ ਸਵਾਗਤ ਜੋਗੀ ਹੈ ਜੀ, ਸਤਿ ਸ਼੍ਰੀ ਅਕਾਲ। ਮੇਰਾ ਜੋਗੀ ਜੀ ਨੂੰ ਬਹੁਤ ਚਾਅ ਹੁੰਦਾ ਸਾਡੇ ਪ੍ਰੋਗਰਾਮ ਦਾ ਨਾ, ਹਰ ਪ੍ਰੋਗਰਾਮ ਚ ਆਉਂਦੇ ਨੇ। ਕਰ ਲੋ ਰਿੰਟੂ, 19 ਹੋ ਗਏ, ਹੁਣ ਸ਼ੁਰੂ ਜੀ ਕਰ। ਜੀ ਮੈਂ ਕਰਦੀ ਹਾਂ। ਮੇਰਾ ਥੋੜਾ ਜਿਹਾ ਇੰਟਰਨੈਟ ਦੀ ਉਹ ਇੱਕ ਵਾਰੀ ਅੱਛਾ ਲੌਗ ਆਊਟ ਹੋ ਗਿਆ ਸੀਗਾ ਤੇ ਮੈਂ ਹੁਣ ਦੁਬਾਰਾ ਲੌਗ ਕੀਤਾ। ਜੇ ਕਿਤੇ ਮੇਰਾ ਇੰਟਰਨੈਟ ਵਿੱਚੋਂ ਖਰਾਬ ਹੋਇਆ ਤੇ ਫਿਰ ਸੁਰਜੀਤ ਜੀ ਹੈਗੇ। ਸੰਭਾਲ ਲਿਓ। ਜੀ ਜੀ ਮੈਨੂੰ ਲੱਗ ਰਿਹਾ ਕਿ ਕੁਝ ਗੜਬੜ ਚੱਲ ਰਹੀ ਹੈ ਅੱਜ। ਅੱਛਾ ਤੇ ਵਿਕਰਮ ਜੀ ਤੁਹਾਡਾ ਮੈਨੂੰ ਮਿਲਿਆ ਨਹੀਂ ਉਹਦੇ ਚ ਪਾਇਆ ਦੁਬਾਰਾ ਸੀ। ਭੇਜ ਦੇਣਾ। ਹਾਂਜੀ ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਨਾਲ ਸਤਿ ਨਾਲ ਸ਼੍ਰੀ ਅਕਾਲ ਹਾਜ਼ਰ ਜੀ। ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਭ ਦਾ। ਮੈਂ ਹੁਣ ਜਿਹੜੇ ਕਹਿੰਦੇ ਆ ਨਾ ਰਿੰਟੂ ਜੀ, ਉਹਨਾਂ ਦਾ ਨਾਲੋਂ ਨਾਲ ਨਾਂ ਲਿਖੀ ਜਾਂਦੀ। ਠੀਕ ਹੈ ਜੀ। ਅੱਛਾ ਫਿਰ ਇਹਨਾਂ ਦਾ ਪਤਾ ਨਹੀਂ ਆਇਆ ਸੀ। ਰਿੰਟੂ ਜੀ ਮੈਂ ਭੇਜ ਰਹੀ ਵਿਕਰਮ ਜੀ ਦਾ। ਠੀਕ ਹੈ। चलो मिल गया। फिर पोस्टर देख लेंगे। डॉक्टर कुलदीप ਦਾ ਤਾਂ ਪਤਾ ਹੈ ਨਾ? ਮੇਰੇ ਕੋ ਹੈ ਨਹੀਂ ਇਸ ਵੇਲੇ ਕੁਝ ਵੀ। ਉਹਨਾਂ ਦਾ ਥੋੜੀ ਜਿਹਾ ਦੱਸ ਦਿਓ ਮੈਨੂੰ, ਕਿਉਂਕਿ ਮੇਰਾ ਆਪੇ ਦੱਸ ਦੇਣਗੇ। ਮੇਰੇ ਕੋਲ ਵੀ ਨਹੀਂ ਭੇਜ ਦਿਓ ਉਹਨਾਂ ਵੀ ਜੁਆਇਨ ਕਰਨਾ ਚਾਹੁੰਦੇ ਆ। ਹਾਂਜੀ ਮੇਰੇ ਰਿਕੁਐਸਟ ਭੇਜ। ਕੀ ਚੀਜ਼? ਹੈਲੋ ਨਹੀਂ ਠੀਕ ਹੋਇਆ ਰਿੰਟੂ ਜੀ, ਜੁਆਇਨ ਕਰਾਓ ਇਹਨਾਂ ਨੂੰ। ਜੁਆਇਨਡ ਹੀ ਨੇ ਜੀ। ਸਤਿ ਸ਼੍ਰੀ ਅਕਾਲ ਡਾਕਟਰ ਕੁਲਦੀਪ ਜੀ। ਪਤਾ ਨਹੀਂ ਅੱਜ ਨਾ ਕੀ ਹੋਇਆ, ਕੋਈ ਗੜਬੜ ਹੋ ਗਈ, ਉਹ ਠੀਕ ਹਾਂਜੀ ਨਹੀਂ। ਮੈਮ, ਕੀ ਹਾਲ ਚਾਲ ਨੇ? ਠੀਕ ਹੋ? ਬਿਲਕੁਲ ਵਧੀਆ ਜੀ, ਤੁਸੀਂ ਸੁਣਾਓ? ਬਸ ਬਹੁਤ ਵਧੀਆ। ਡਾਕਟਰ ਕੁਲਦੀਪ ਜੀ ਆਪਣਾ ਬਾਇਓਡਾਟਾ ਭੇਜਣਾ। ਨਹੀਂ ਭੇਜਣਾ ਨਹੀਂ। ਅੱਜ ਡਾਕਟਰ ਕੁਲਦੀਪ ਆਪਣੀ ਇੰਟਰੋਡਕਸ਼ਨ ਆਪ ਦੇਣਗੇ ਵਧੀਆ ਤਰੀਕੇ ਨਾਲ। ਅਸੀਂ ਥੋੜੀ ਗੜਬੜ ਕਰ ਦਿੰਦੇ ਆ। ਨਹੀਂ ਠੀਕ ਹੈ। ਇੰਟਰੋਡਕਸ਼ਨ ਦੀ ਲੋੜ ਹੀ ਨਹੀਂ ਹੈਗੀ। ਨਹੀਂ ਬਿਲਕੁਲ ਸਾਨੂੰ ਨਹੀਂ ਲੋੜ ਤੁਹਾਡੀ ਇੰਟਰੋਡਕਸ਼ਨ ਦੀ, ਲੇਕਿਨ ਜਿਹੜੇ ਸਾਡੇ ਨਾਲ ਜਿਹੜੇ ਜੁੜੇ ਆਡੀਅנס ਹੈ ਜਾਂ ਜਿਹੜੇ ਨਵੇਂ ਮੈਂਬਰ ਆ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ। ਬਿਲਕੁਲ ਹਾਂ। ਡਾਕਟਰ ਪੁਸ਼ਪਿੰਦਰ ਜੀ ਸਵਾਗਤ ਹੈ। ਅੱਛਾ ਕਰ ਲਿਆ ਜੁਆਇਨ? ਉਹ ਪਤਾ ਨਹੀਂ ਹੁਣ ਜੀ। ਆਪਾਂ ਰਵਿੰਦਰ ਜੀ ਸ਼ੁਰੂ ਕਰੀਏ ਪਲੀਜ਼। ਸ਼ੁਰੂ ਕਰੋ। ਉਹਨਾਂ ਨੇ ਕਿਸੇ ਨੇ ਕਿਹਾ ਸੀ, ਪਤਾ ਨਹੀਂ ਬਸ ਮੈਂ ਹੁਣੇ ਲੁਧਿਆਣੇ ਤੋਂ ਆ ਕੇ ਖੜਾ ਕੇ ਸਿੱਧਾ ਔਨ ਕੀਤਾ। ਜੁਆਇਨ ਕਰ ਲਓ ਉਹਨਾਂ ਦਾ। ਥੈਂਕ ਯੂ ਸੋ ਮਚ ਜੀ। ਥੈਂਕ ਯੂ ਹੈ ਸੋ ਮਚ। ਸੁਰਜੀਤ ਜੀ ਜਿਹੜੇ ਕਹਿੰਦੇ ਉਹਨਾਂ ਨੂੰ ਜੁਆਇਨ ਕਰੀ ਜਾਣਾ। ਪਤਾ ਨਹੀਂ ਮੈਨੂੰ ਮੈਂ ਕਰੀ ਜਾਵਾਂਗੀ, ਤੁਸੀਂ ਫਿਕਰ ਨਾ ਕਰੋ। ਤੁਸੀਂ ਬਸ ਆਰਾਮ ਦੇ ਨਾਲ ਇਹਨੂੰ ਰਨ ਕਰੋ ਪ੍ਰੋਗਰਾਮ। ਹੁਣੇ ਕਿਸੇ ਨੇ ਕਿਹਾ, ਕੋਈ ਬੋਲਿਆ ਸੀ ਟੈਕਨੀਕਲ ਮੈਂ ਕਰੀ ਜਾਵਾਂਗੀ, ਡੋਂਟ ਵਰੀ ਜੀ। ਮੈਂ ਤੁਹਾਨੂੰ ਨਾਮ ਭੇਜ ਦਿੱਤੇ ਆ ਰਿੰਟੂ। ਜੀ 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 ਚਲੋ ਕਰੋ ਰਿੰਟੂ ਜੀ। ਜੀ। ਅੰਤਰਰਾਸ਼ਟਰੀ ਸਾਹਿਤਿਕ ਸਾਂਝਾ ਤੇ ਪੰਜਾਬ ਸਾਹਿਤ ਅਕੈਡਮੀ ਦੇ ਸਾਂਝੇ ਉਪਰਾਲੇ ਦੇ ਨਾਲ ਅਸੀਂ ਜਿਹੜਾ ਅੱਜ ਦਾ 10 ਸਤੰਬਰ ਨੂੰ ਅਸੀਂ ਜਿਹੜਾ ਕਾਵਿ ਮਿਲਣੀ ਦਾ ਪ੍ਰੋਗਰਾਮ ਕਰ ਰਹੇ ਹਾਂ, ਉਹਦੇ ਚ ਆਏ ਹੋਏ ਸਾਰੇ ਮਹਿਮਾਨਾਂ ਦਾ, ਸਾਰੇ ਅਦੀਬ ਮਹਿਮਾਨਾਂ ਦਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਨਿੱਘਾ ਸਵਾਗਤ ਹੈ। ਅੱਜ ਦਾ ਪ੍ਰੋਗਰਾਮ ਜਿਸ ਤਰ੍ਹਾਂ ਅਸੀਂ ਅਧਿਆਪਕ ਦਿਵਸ ਤੇ ਅਸੀਂ ਸਮਰਪਿਤ ਕੀਤਾ, ਲੇਕਿਨ ਅਸੀਂ ਕੁਝ ਵੀ ਮਤਲਬ ਅਗਰ ਤੁਹਾਡੇ ਕੋਲ ਅਧਿਆਪਕ ਦਿਵਸ ਤੇ ਕੋਈ ਕਵਿਤਾ ਨਹੀਂ ਹੈ, ਗਜ਼ਲ ਨਜ਼ਮ ਨਹੀਂ ਹੈ, ਤੇ ਤੁਸੀਂ ਕੁਝ ਵੀ ਆਪਣੀ ਜਿਹੜੀ ਹੈ ਸਾਡੇ ਪਾਰਟਿਸਿਪੈਂਟਸ ਕੁਝ ਵੀ ਪੜ੍ਹ ਸਕਦੇ ਆ। ਤੇ ਸ਼ੁਰੂ ਕਹਿੰਦੇ ਆ ਗੁਰੂਰ ਬ੍ਰਹਮਾ ਗੁਰੂਰ ਵਿਸ਼ਨੂੰ ਗੁਰੂਰ ਦੇਵ ਮਹੇਸ਼ਵਰਾ ਗੁਰੂਰ ਸਾਖਸ਼ਾਤ ਪਰ ਬ੍ਰਹਮ ਤਸਮੇ ਸ਼੍ਰੀ ਗੁਰੂਦੇਵ ਨਮਾ। ਅਧਿਆਪਕ ਉਹ ਹੁੰਦਾ ਹੈ ਜਿਹੜਾ ਜੀਵਨ ਭਰ ਵਿਦਿਆਰਥੀਆਂ ਦੇ ਰੂਹਾਂ ਨੂੰ ਪਾਲਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜਾ ਸਿੱਖਣਾ ਨਹੀਂ ਚਾਹੁੰਦਾ ਉਹਦੇ ਵਾਸਤੇ ਕੋਈ ਗੁਰੂ ਨਹੀਂ,
ਤੇ ਜਿਹੜਾ ਸਿੱਖਣਾ ਚਾਹੁੰਦਾ ਹੈ, ਸਾਰੀ ਕਾਇਨਾਤ ਜਿਹੜੀ ਹੈ ਉਹਦੇ ਵਾਸਤੇ ਗੁਰੂ ਹੈ। ਗੁਰੂ ਬਿਨਾ ਗਤ ਨਹੀਂ ਤੇ ਸ਼ਾਹ ਬਿਨਾ ਪਤ ਨਹੀਂ। ਤੇ ਇਹ ਸਾਡੇ ਵਾਸਤੇ ਬਹੁਤ ਕਹਿੰਦੇ ਨਾ, ਅਸੀਂ ਕਹਿੰਦੇ ਆ ਕਿ ਸਾਡੇ ਵਾਸਤੇ ਗੁਰੂ ਦਾ ਜਿਹੜਾ ਰੁਤਬਾ ਹੈ, ਉਹ ਮਾਂ ਪਿਓ ਤੋਂ ਬਾਅਦ ਇੱਕ ਗੁਰੂ ਹੀ ਉਹ ਸ਼ਖਸੀਅਤ ਹੁੰਦੀ ਹੈ ਜਿਹੜੀ ਸਾਨੂੰ ਇਸ ਜ਼ਿੰਦਗੀ ਦੇ ਵਿੱਚ, ਇਸ ਜ਼ਿੰਦਗੀ ਦੀਆਂ ਤਕਲੀਫਾਂ, ਸਾਰਾ ਕੁਝ ਸਹਿਣ ਦਾ ਜਿਹੜਾ ਹੈ ਉਹ ਸਾਨੂੰ ਸਮਝਾਉਂਦਾ। ਕਰਤਾ ਮਿਊਟ ਮੈਂ। ਜੀ, ਅਧਿਆਪਕ ਉਹ ਗਾਗਰ ਹੁੰਦੇ, ਭਰੀ ਹੋਈ ਗਾਗਰ ਹੁੰਦੇ ਆ ਜਿਹਦੇ ਚੋਂ ਜਿੰਨਾ ਮਰਜ਼ੀ ਅਸੀਂ ਪਾਣੀ ਕੱਢੀ ਜਾਈਏ, ਲੇਕਿਨ ਉਸ ਕਦੀ ਵੀ ਖਾਲੀ ਨਹੀਂ ਹੁੰਦੀ। ਤੇ ਇਸ ਤਰੀਕੇ ਨਾਲ ਅੱਜ ਅਸੀਂ ਜਿਹੜਾ ਅਧਿਆਪਕ ਦਿਵਸ ਨੂੰ ਸਮਰਪਿਤ ਅਸੀਂ ਜਿਹੜਾ ਅੱਜ ਦਾ ਕਾਵਿ ਮਿਲਣੀ ਕਰ ਰਹੇ ਹਾਂ। ਸਾਡੇ ਨਾਲ ਰਮਿੰਦਰ ਰੰਮੀ ਜੀ, ਜਿਹੜੇ ਅੰਤਰਰਾਸ਼ਟਰੀ ਸਾਹਿਤਿਕ ਸਾਂਝਾਂ ਦੀ ਸੰਸਥਾਪਕ, ਪ੍ਰਬੰਧਕ, MD, ਕੁਝ ਵੀ ਕਿਹਾ ਜਾ ਸਕਦਾ। ਉਹਨਾਂ ਨੂੰ ਕਹਿੰਦੇ ਨਾ, ਉਹ ਉਹਨਾਂ ਦੀ ਰੂਹ ਨੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ, ਤੇ ਉਹਨਾਂ ਦਾ ਹੀ ਉਪਰਾਲਾ ਹੁੰਦਾ ਹੈ, ਉਹਨਾਂ ਦੀ ਅਣਥੱਕ ਮਿਹਨਤ ਹੁੰਦੀ ਹੈ ਕਿ ਜਿਹੜੀ ਅਸੀਂ ਇਹਨਾਂ ਖਿੜਕੀਆਂ ਦੇ ਵਿੱਚ, ਅਸੀਂ ਛੋਟੀ ਜੀ ਸਕਰੀਨ ਦੇ ਵਿੱਚ, ਇੰਨੀਆਂ ਖਿੜਕੀਆਂ ਦੇ ਵਿੱਚ ਦੂਰੋਂ ਬਾਹਰੋਂ ਅਸੀਂ ਇੰਟਰਨੈਸ਼ਨਲੀ ਅਸੀਂ ਸਾਰੇ ਇੱਥੇ ਇਕੱਠੇ ਹੋ ਜਾਂਦੇ ਹਾਂ। ਤੇ ਉਸ ਤੋਂ ਬਾਅਦ ਪੰਜਾਬ ਸਾਹਿਤ ਅਕੈਡਮੀ ਦੇ ਡਾਕਟਰ ਸਰਬਜੀਤ ਕੌਰ ਸੋਹਲ ਜੀ ਪ੍ਰਧਾਨ ਜਿਹੜੇ ਨੇ, ਉਹ ਸਾਡੀ ਇਸ ਪ੍ਰੋਗਰਾਮ ਦੇ, ਇਸ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਮੈਂ ਕਹਾਂਗੀ ਕਿ ਉਹ ਬੈਕਬੋਨ ਨੇ। ਅਸੀਂ ਉਹਨਾਂ ਦਾ ਸਹਿਯੋਗ ਸਾਨੂੰ ਮਿਲਦਾ ਹੈ ਤੇ ਅਸੀਂ ਉਹਨਾਂ ਦੇ ਨਾਲ ਜਿਹੜਾ ਕੰਧੇ ਦੇ ਨਾਲ ਕੰਧਾ ਮਿਲਾ ਕੇ ਇਹ ਪ੍ਰੋਗਰਾਮ ਜਿਹੜਾ ਹੈ ਅਸੀਂ ਚਲਾਉਂਦੇ ਹਾਂ, ਤੇ ਸਾਨੂੰ ਉਹਨਾਂ ਦਾ ਬਹੁਤ ਸਹਿਯੋਗ ਮਿਲਿਆ। ਪੂਰੀ ਸਾਹਿਤ ਅਕੈਡਮੀ ਦੀ ਪੂਰੀ ਟੀਮ ਦਾ ਹੀ ਅਸੀਂ ਸ਼ੁਕਰਾਨਾ ਕਰਦੇ ਹਾਂ, ਕਿਉਂਕਿ ਉਹਨਾਂ ਦੇ ਸਾਰਿਆਂ ਦੇ ਸਹਿਯੋਗ ਹੁੰਦੇ ਆ ਸਾਡੇ ਨਾਲ, ਤੇ ਅਸੀਂ ਇਹ ਪ੍ਰੋਗਰਾਮ ਨੂੰ ਜਿਹੜਾ ਹੈ ਚਲਾਉਂਦੇ ਹਾਂ। ਮੇਰੇ ਖਿਆਲ ਹਲੇ ਡਾਕਟਰ ਸਰਬਜੀਤ ਕੌਰ ਸੋਹਲ ਜੀ ਪਹੁੰਚੇ ਨਹੀਂ ਹੈ, ਤੇ ਮੈਂ ਫਿਰ ਸੁਰਜੀਤ ਜੀ ਨੂੰ ਕਵਾਂਗੀ ਕਿ ਆਏ ਹੋਏ ਸਾਰੇ ਮਹਿਮਾਨਾਂ ਦਾ ਇੱਕ ਵਾਰੀ ਰਸਮੀ ਸਵਾਗਤ ਕਰਕੇ ਉਸ ਤੋਂ ਬਾਅਦ ਅਸੀਂ ਅੱਜ ਦੀ ਕਾਵਿ ਮਿਲਣੀ ਦੀ ਸ਼ੁਰੂਆਤ ਕਰਾਂਗੇ। ਜੀ ਸੁਰਜੀਤ ਕੌਰ ਜੀ। ਹਾਂਜੀ, ਮੇਰੇ ਖਿਆਲ ਤੁਸੀਂ ਕਰ ਹੀ ਦਿੱਤਾ ਸੀ ਸਵਾਗਤ, ਤੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਤੇ ਮੇਰੇ ਖਿਆਲ ਹੈ ਕਿ ਪ੍ਰੋਗਰਾਮ ਤੁਸੀਂ ਸ਼ੁਰੂ ਕਰ ਦਿਓ। ਜੀ, ਬਹੁਤ ਸ਼ੁਕਰੀਆ ਸੁਰਜੀਤ ਜੀ, ਬਹੁਤ ਸ਼ੁਕਰੀਆ। ਅੱਜ ਦੇ ਆਏ ਹੋਏ ਮਹਿਮਾਨਾਂ ਦੇ ਵਿੱਚ ਸਾਡੇ ਕੋਲ ਡਾਕਟਰ ਕੁਲਦੀਪ ਸਿੰਘ ਦੀਪ ਜੀ ਸਾਡੇ ਮੁੱਖ ਮਹਿਮਾਨ, ਡਾਕਟਰ ਸਨੋਬਰ ਚਿਪ ਜੀ ਸਾਡੇ ਮੁੱਖ ਮਹਿਮਾਨ ਨੇ। ਬਾਕੀ ਸਾਡੇ ਸਾਰੇ ਪਾਰਟਿਸਪੈਂਟਸ ਜਿਹੜੇ ਨੇ, ਅਸੀਂ ਉਹ ਵੀ ਸਾਡੇ ਵਿਸ਼ੇਸ਼ ਮਹਿਮਾਨ ਨੇ। ਅਸੀਂ ਉਹਨਾਂ ਨੂੰ ਪਾਰਟਿਸਪੈਂਟਸ ਤੇ ਅਸੀਂ ਕਹਿ ਦਿੰਦੇ ਹਾਂ, ਬਟ ਹੈ ਸਾਡੇ ਵਾਸਤੇ ਉਹ ਵੀ ਉਨੇ ਹੀ ਇੱਜ਼ਤ ਸਤਿਕਾਰ ਦੇ ਨੇ। ਤੇ ਮੇਰੇ ਖਿਆਲ ਸਭ ਤੋਂ ਪਹਿਲਾਂ ਅਸੀਂ ਸਾਡੇ ਕੋਲ ਹਾਫਿਜ਼ ਸਾਦਿਕ ਫਿਜ਼ਾ ਦਾ ਨਾਮ ਸੀਗਾ, ਲੇਕਿਨ ਉਹ ਸਾਡੇ ਕੋਲ ਨਹੀਂ ਪਹੁੰਚੇ। ਹਰਦਿਆਲ ਸਿੰਘ ਚੀਤਾ ਜੀ ਵੀ ਹਲੇ ਨਹੀਂ ਪਹੁੰਚੇ। ਪ੍ਰੋਫੈਸਰ ਜਸਪਾਲ ਸਿੰਘ ਇਟਲੀ ਵਾਲੇ ਨੇ ਜਿਹੜੇ, ਉਹ ਸਾਡੇ ਕੋਲ ਪਹੁੰਚ ਚੁੱਕੇ ਨੇ। ਤੇ ਉਹ ਜਸਪਾਲ ਸਿੰਘ ਇਟਲੀ ਵਾਲੇ ਜਨਰਲ ਸੈਕਟਰੀ ਨੇ ਸਾਹਿਤ ਸੁਰ ਸੰਗਮ ਇਟਲੀ ਦੀ ਸਭਾ ਦੇ। ਤੇ ਮੈਂ ਉਹਨਾਂ ਨੂੰ ਕਵਾਂਗੀ ਕਿ ਇੱਕ ਰਿਕੁਐਸਟ ਹੋਰ ਮੈਂ ਕਵਾਂਗੀ ਕਿ ਜਦੋਂ ਕੋਈ ਆਪਣੀ ਕਵਿਤਾ, ਨਜ਼ਮ ਜਾਂ ਗਜ਼ਲ ਪੜ੍ਹ ਰਿਹਾ ਹੋਵੇ ਤੇ ਪਲੀਜ਼ ਆਪਣੇ ਆਪ ਨੂੰ ਮਿਊਟ ਰੱਖਿਓ, ਤਾਂ ਕਿ ਦੂਸਰੇ ਨੂੰ ਡਿਸਟਰਬੈਂਸ ਨਾ ਹੋਵੇ, ਕਿਉਂਕਿ ਆਵਾਜ਼ ਕੱਟ ਜਾਂਦੀ ਹੈ ਤੇ ਅਸੀਂ ਸੁਣ ਨਹੀਂ ਸਕਾਂਗੇ, ਉਹ ਮਜ਼ਾ ਨਹੀਂ ਆਏਗਾ ਸਾਨੂੰ ਉਸ ਪੋਇਟਰੀ ਦਾ ਜੋ ਵੀ ਉਹ ਬੋਲਣਗੇ। ਤੇ 3 ਤੋਂ 5 ਮਿੰਟ ਤੱਕ ਹਰ ਪਾਰਟਿਸਪੈਂਟਸ ਨੂੰ ਅਸੀਂ ਟਾਈਮ ਦੇ ਰਹੇ ਹਾਂ, ਤੇ ਅਗਰ ਹੋ ਸਕੇ ਤੇ ਉਹ ਆਪਣੀ ਇੰਟਰੋਡਕਸ਼ਨ ਅਗਰ 1 ਮਿੰਟ ਦੇ ਵਿੱਚ ਆਪ ਵੀ ਸਾਡੇ ਸਾਹਮਣੇ ਦੇਣ, ਤੇ ਉਸ ਤੋਂ ਬਾਅਦ ਇੱਕ ਆਪਣੀ ਨਜ਼ਮ ਜਾਂ ਗਜ਼ਲ ਜਾਂ ਕਵਿਤਾ ਕੋਈ ਵੀ ਸਾਡੇ ਨਾਲ ਸਾਂਝੀ ਕਰਨ, ਤੇ ਬਹੁਤ ਸਵਾਗਤ ਹੋਏਗਾ। ਤੇ ਮੈਂ ਬੜੇ ਅਦਬ ਸਤਿਕਾਰ ਦੇ ਨਾਲ ਅੱਜ ਦੀ ਕਾਵਿ ਮਿਲਣੀ ਦਾ ਸ਼ੁਰੂਆਤ ਜਿਹੜੀ ਹੈ ਜਸਪਾਲ ਸਿੰਘ ਇਟਲੀ ਵਾਲਿਆਂ ਨੂੰ, ਮੈਂ ਉਹਨਾਂ ਨੂੰ ਸੱਦਾ ਦਿੰਦੀ ਹਾਂ ਕਿ ਉਹ ਅੱਜ ਦੀ ਕਾਵਿ ਮਿਲਣੀ ਦੀ ਸ਼ੁਰੂਆਤ ਕਰਨ। ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਰਮਿੰਦਰ ਜੀ ਤੋਂ ਰਿੰਟੂ ਭਾਟੀਆ, ਬਾਕੀ ਸਾਰਿਆਂ ਨੂੰ, ਕਿਉਂਕਿ ਮੈਂ ਬਹੁਤ ਸਾਰਿਆਂ ਨੂੰ ਇਹਨਾਂ ਦੇ ਵਿੱਚੋਂ ਜਾਣਦਾ ਨੀਗਾ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ। ਅੱਜ ਦੀ ਅਸੀਂ ਕਾਵਿ ਮਿਲਣੀ ਰੱਖੀ ਹੈ ਟੀਚਰ ਡੇ ਦੇ ਉੱਤੇ, ਤੇ ਬਹੁਤ ਹੀ ਵਧੀਆ ਟੌਪਿਕ ਹੈਗਾ। ਪਰ ਇਹ ਕਾਵਿ ਮਿਲਣੀ ਦੇ ਵਿੱਚ ਸ਼ੁਰੂ ਵਿੱਚ ਹੀ ਮੈਂ 1-2 ਗੱਲਾਂ ਕਹਿ ਦੇਣੀਆਂ ਚਾਹੁੰਦਾ ਕਿ ਮੇਰਾ ਸਬਜੈਕਟ ਹਿਸਟਰੀ ਹੈ। ਮੈਂ ਪਿੱਛੇ ਇੰਡੀਆ ਜਲੰਧਰ ਤੋਂ ਬਿਲੋਂਗ ਕਰਦਾ। MA ਹਿਸਟਰੀ ਮੈਂ DAV ਕਾਲਜ ਜਲੰਧਰ ਤੋਂ 1996 ਦੇ ਵਿੱਚ ਕੀਤੀ ਸੀ, ਔਰ ਇਸ ਤੋਂ ਬਾਅਦ ਮੈਂ ਵੱਖ-ਵੱਖ ਕਾਲਜਾਂ ਦੇ ਵਿੱਚ ਪੜ੍ਹਾਇਆ, ਔਰ ਖਾਲਸਾ ਕਾਲਜ ਗੜਦੀਵਾਲ ਦੇ ਵਿੱਚ ਮੇਰੀ ਪਰਮਨੈਂਟ,
ਪਰ ਕੁਛ ਇੱਕ ਕਾਰਨਾਂ ਦੇ ਕਰਕੇ ਮੈਨੂੰ ਇਟਲੀ ਦੇ ਵਿੱਚ ਮੂਵ ਕਰਨਾ ਪਿਆ। ਮੈਂ ਇਟਲੀ ਦੇ ਵਿੱਚ ਪਿਛਲੇ 17-18 ਸਾਲ ਤੋਂ ਰਹਿ ਰਿਹਾ। ਇੱਥੇ ਜ਼ਿਆਦਾ ਕੰਮ ਮੈਂ ਇਟਾਲੀਅਨ ਟਰਾਂਸਲੇਸ਼ਨ ਦਾ ਹੀ ਕਰਦਾ ਪਿਆ, 1-2 ਕਿਤਾਬਾਂ ਦਾ ਆ, ਤੇ ਬਾਕੀ ਛੋਟੀਆਂ ਮੋਟੀਆਂ ਪੋਇਮਸ ਜਾਂ ਜਿਹੜੇ ਲੇਖ ਹੈਗੇ ਆ, ਕਈ ਵਾਰੀ ਮੈਂ ਉਹਨਾਂ ਨੂੰ ਟਰਾਂਸਲੇਟ ਕਰਕੇ ਆਪਣੇ ਫੇਸਬੁੱਕ ਪੇਜ ਦੇ ਉੱਤੇ ਵੀ ਪਾ ਦਿੰਦਾ। ਔਰ ਕਵਿਤਾ ਮੈਂ ਬਹੁਤ ਘੱਟ ਲਿਖਦਾ ਹਾਂ, ਬਹੁਤ ਜ਼ਿਆਦਾ ਘੱਟ, ਕਿਤੇ ਸਾਲ 'ਚ ਇੱਕ ਅੱਧੀ ਵਾਰੀ। ਤੇ ਰਵਿੰਦਰ ਜੀ ਦਾ ਮੈਨੂੰ ਅਚਾਨਕ ਹੀ ਮੈਸੇਜ ਆਇਆ ਤੇ ਫਿਰ ਮੈਸੇਜ ਪੜ੍ਹ ਕੇ ਮੈਂ ਇੱਕਦਮ ਸਤੰਭ ਜਿਹਾ ਰਹਿ ਗਿਆ, ਤੇ ਬਾਅਦ ਦੇ ਵਿੱਚ ਮੈਨੂੰ ਪਤਾ ਨਾ ਲੱਗੇ ਕਿ ਮੈਂ ਕੀ ਕਰਾਂ ਹੁਣ। ਫਿਰ ਇਹਨਾਂ ਦਾ ਫੋਨ ਆ ਗਿਆ, ਉਸ ਤੋਂ ਬਾਅਦ ਫਿਰ ਮੈਂ ਆਪ ਫੋਨ ਕੀਤਾ, ਔਰ ਇਹਨਾਂ ਨੇ ਇੰਨੇ ਪਿਆਰ ਦੇ ਨਾਲ ਮੈਨੂੰ ਕਿਹਾ ਕਿ ਮੈਂ ਕਿਹਾ ਚਲੋ ਕੋਈ ਨਹੀਂ, ਕਵਿਤਾ ਮੈਂ ਬੋਲੂਗਾ। ਤੇ ਉਸ ਤੋਂ ਬਾਅਦ ਮੈਂ ਇੱਕ ਕਵਿਤਾ ਲਿਖੀ ਆ, ਔਰ ਮੈਨੂੰ ਨਹੀਂ ਪਤਾ ਪਹਿਲਾਂ ਕਿ ਟੀਚਰ ਡੇ ਤੇ ਆ, ਔਰ ਟੀਚਰ ਡੇ ਦੇ ਉੱਤੇ ਮੈਂ ਬਾਅਦ ਵਿੱਚ ਜਦੋਂ ਇਹਨਾਂ ਦਾ ਪੋਸਟਰ ਪੜ੍ਹਿਆ ਤੇ ਟੀਚਰ ਡੇ ਦੇ ਉੱਤੇ ਸੀ, ਤੇ ਫਿਰ ਉਹ ਟੀਚਰ ਡੇ ਦੇ ਥੋੜੇ ਜਿਹੇ ਸ਼ਬਦ ਲਿਖੇ, ਉਹ ਵੀ ਮੈਂ ਤੁਹਾਨੂੰ ਸੁਣਾ ਦੂੰਗਾ। ਪਤਾ ਨਹੀਂ ਵੈਸੇ ਡੈਡੀਕੇਟ ਕੀਤਾ ਰਿੰਟੂ ਜੀ, ਦੱਸ ਦਿਓ ਜਿਹੜੀ ਮਰਜ਼ੀ ਸੁਣਾ ਦਿਓ। ਜੀ ਮੈਂ ਚਲੋ ਉਹ ਬਣਦਾ ਤਾਂ ਹੈਗਾ ਨਾ। ਫਿਰ ਆਪਣਾ ਇਹਦੇ ਵਿੱਚ ਕਵਿਤਾ ਦੇ ਵਿੱਚ ਵਜ਼ਨ ਹੈਗਾ, ਮਿਲਦੀ ਜਾਂ ਨਹੀਂ ਮਿਲਦੀ, ਉਹ ਥੋੜਾ ਜਿਹਾ ਮਾਫ ਕਰ ਦਿਓ ਮੈਨੂੰ, ਮੈਂ ਪਹਿਲਾਂ ਹੀ ਕਰ। ਨੋ ਪ੍ਰੋਬਲਮ। ਇਸ ਤੋਂ ਇਲਾਵਾ ਟੀਚਰ ਡੇ ਦੇ ਬਾਰੇ ਮੈਂ ਪਹਿਲਾਂ ਕੁਝ ਕਹਿਣਾ ਚਾਹੂੰਗਾ ਕਿ ਟੀਚਰ ਡੇ ਜਿਸ ਤਰ੍ਹਾਂ ਕਿ ਹਿੰਦੁਸਤਾਨ ਦੇ ਵਿੱਚ ਸਭ ਤੋਂ ਪਹਿਲਾਂ 1962 ਈਸਵੀ 'ਚ ਬਣਾਇਆ ਗਿਆ ਸੀ, ਔਰ ਸਾਡੇ ਰਾਸ਼ਟਰਪਤੀ ਪਹਿਲੇ ਸਾਡੇ ਉਪ ਰਾਸ਼ਟਰਪਤੀ ਸੀ ਉਹ, ਤੇ ਦੂਸਰੇ ਰਾਸ਼ਟਰਪਤੀ ਸੀ ਇੰਡੀਆ ਦੇ ਵੱਲਭ ਭਾਈ ਰਾਧਾ ਕ੍ਰਿਸ਼ਨ ਜੀ, ਬਹੁਤ ਵੱਡੇ ਵਿਦਵਾਨ ਸਨ। ਉਹਨਾਂ ਦੀ ਯਾਦ ਵਿੱਚ ਡੈਡੀਕੇਟ, ਉਹਨਾਂ ਨੂੰ ਬਹੁਤ ਵੱਡੇ ਫਿਲਾਸਫਰ ਸੀ, ਤੇ ਉਹਨਾਂ ਨੂੰ ਮਤਲਬ ਕਿ ਇਹ ਵਾਲਾ ਦਿਨ ਡੈਡੀਕੇਟ ਕਰਕੇ ਸਾਰੇ ਟੀਚਰਾਂ ਨੂੰ ਮਾਣ ਸਤਿਕਾਰ ਦੇਣ ਲਈ 5 ਸਤੰਬਰ ਵਾਲਾ ਦਿਨ ਜਿਹੜਾ ਚੁਣਿਆ ਗਿਆ, ਔਰ ਉਦੋਂ ਤੋਂ ਹੀ ਮਨਾ ਰਹੇ ਹਾਂ। ਔਰ ਟੀਚਰ ਦੇ ਬਾਰੇ ਜੇ ਕੋਈ ਗੱਲ ਕਹਾਂ ਤਾਂ ਮੈਂ ਹੁਣੇ ਹੀ 2-4 ਲਾਈਨਾਂ ਲਿਖੀਆਂ ਸੀ, ਆਪਣੇ 10 ਮਿੰਟ ਹੀ ਹੋਈਆਂ, 10 ਮਿੰਟ ਹੀ ਹੋਏ ਆ। ਔਰ ਉਹ ਇਸ ਤਰ੍ਹਾਂ ਹੈਗੀਆਂ, ਇੱਕ ਆਮ ਜਿਹਾ ਇਨਸਾਨ ਜਿਹਦੇ ਕੰਮ ਬੜੇ ਮਹਾਨ, ਦੁਨੀਆ ਮੰਨੇ ਉਹਨੂੰ ਭਗਵਾਨ, ਸ਼ਾਇਦ ਉਹਨੂੰ ਹੀ ਟੀਚਰ, ਸ਼ਾਇਦ ਉਹਨੂੰ ਹੀ ਅਧਿਆਪਕ ਕਹਿੰਦੇ ਨੇ। ਉਹਦੀ ਮਿੱਠੀ ਜਿਹੀ ਆਵਾਜ਼ ਖੋਲੇ ਕੁਦਰਤ ਦੇ ਕਈ ਰਾਜ, ਛੇੜੇ ਨਿਤ ਨਵਾਂ ਕੋਈ ਸਾਜ਼, ਸ਼ਾਇਦ ਉਹਨੂੰ ਹੀ ਅਧਿਆਪਕ ਕਹਿੰਦੇ ਨੇ। ਉਹਦੇ ਹੱਥ ਵਿੱਚ ਰਵੇ ਕਿਤਾਬ, ਨਾਲੇ ਕਰੇ ਦਿਲਾਂ ਤੇ ਰਾਜ, ਪੂਰੇ ਕਰਦੇ ਕਈ ਖਵਾਬ, ਸ਼ਾਇਦ ਉਹਨੂੰ ਹੀ ਅਧਿਆਪਕ ਕਹਿੰਦੇ ਨੇ। ਆ 3 ਕੀ ਪੈਰੇ ਮੈਂ ਟੀਚਰ ਦੇ ਉੱਤੇ ਲਿਖੇ ਸੀ। ਔਰ ਇੱਕ ਕਵਿਤਾ ਮੈਂ ਹੋਰ ਬੋਲਣੀ ਚਾਹੂੰਗਾ, ਹਜੇ ਸਿਰਫ ਮੇਰੇ ਖਿਆਲ ਨਾਲ ਮੇਰੇ ਜੀ ਤੁਸੀਂ ਬੋਲ ਸਕਦੇ ਚੱਲ। ਇਹ ਕਵਿਤਾ ਇਟਾਲੀਅਨ ਰਾਈਟਰ ਦੀ ਹੈਗੀ ਆ, ਇਹਦਾ ਨਾਮ ਹੈਗਾ ਯੂਜੇਨੋ ਮੈਤਾਲੋ। ਇਹਦਾ ਜੀਵਨ ਦਾ ਸਫ਼ਰ 1896 ਤੋਂ 1981 ਈਸਵੀ ਤੱਕ ਦਾ ਹੈ। ਇਹਨੂੰ ਨੋਬਲ ਪ੍ਰਾਈਜ਼ ਵੀ ਮਿਲਿਆ ਹੈ, ਔਰ ਇਹ ਆਪਣੀ ਇਸ ਕਵਿਤਾ ਜਿਹੜੀ ਆਪਣੀ ਵਾਈਫ ਨੂੰ ਡੈਡੀਕੇਟ ਕਰਦਾ ਹੈ। ਬਹੁਤ ਵਧੀਆ ਦੀ ਕਵਿਤਾ ਹੈ, ਔਰ ਇਹਦੀ ਵਾਈਫ ਅੱਖਾਂ ਤੋਂ ਦੇਖ ਨਹੀਂ ਸੀ ਸਕਦੀ, ਤੇ ਉਹਨੂੰ ਇਹਨੇ ਡੈਡੀਕੇਟ ਕੀਤੀ ਹੈ ਕਵਿਤਾ। ਉਹਦੇ ਵਿੱਚ ਲਿਖਦਾ ਹੈ, ਤੁਰਿਆ ਤੈਨੂੰ ਆਪਣੀਆਂ ਬਾਹਾਂ ਦਾ ਸਹਾਰਾ ਦਿੰਦੇ ਹੋਏ, ਹਜ਼ਾਰਾਂ ਮੀਲਾਂ ਦਾ ਸਫ਼ਰ, ਅਤੇ ਹੁਣ ਜਦੋਂ ਤੁਸੀਂ ਨਹੀਂ ਰਹੇ ਹੋ, ਹਰ ਕਦਮ ਤੇ ਇੱਕ ਖਾਲੀਪਣ ਪਸਰ ਗਿਆ ਹੈ। ਭਾਵੇਂ ਸਾਡਾ ਇਹ ਲੰਮਾ ਸਫ਼ਰ ਛੋਟਾ ਰਿਹਾ, ਅਸਲ 'ਚ ਉਹਨੇ ਆਪਣੀ ਵਾਈਫ ਦੇ ਜਾਣ ਤੋਂ ਬਾਅਦ ਇਹ ਕਵਿਤਾ ਲਿਖੀ ਸੀ। ਭਾਵੇਂ ਮੇਰਾ ਅਜੇ ਜਾਰੀ ਹੈ, ਪਰ ਹੁਣ ਮੈਨੂੰ ਕੋਈ ਲੋੜ ਨਹੀਂ ਕਿਸੇ ਇਤਫਾਕ ਦੀ, ਆਕਰਸ਼ਣ ਦੀ, ਯਾਤਰਾ ਦੀ, ਉਹਨਾਂ ਲੋਕਾਂ ਦੇ ਤਾਨਿਆਂ ਦੀ ਜੋ ਕਹਿੰਦੇ ਹਨ ਕਿ ਸੱਚਾਈ ਉਹੀ ਹੈ ਜੋ ਉਹ ਦੇਖਦੇ ਹਨ। ਮੈਂ ਤੁਹਾਨੂੰ ਆਪਣੀਆਂ ਬਾਹਾਂ ਦਾ ਸਹਾਰਾ ਦੇ ਕੇ ਲੰਮਾ ਸਫ਼ਰ ਤੈਅ ਕੀਤਾ, ਇਸ ਲਈ ਨਹੀਂ ਕਿ 4 ਅੱਖਾਂ ਨਾਲ ਅਸੀਂ ਵੱਧ ਦੇਖ ਸਕਦੇ ਸੀ। ਤੁਹਾਡੇ ਨਾਲ ਤੁਰਿਆ ਕਿਉਂਕਿ ਮੈਂ ਸੋਚਿਆ ਕਿ ਸਾਡੇ ਤੀਜੇ ਨੇਤਰ, ਸਾਡੀ ਜਿਹੜੀ 3rd ਆਈ ਹੈਗੀ ਆ, ਸੱਚੇ ਵਿਦਿਆਰਥੀ ਦੀ ਤਰ੍ਹਾਂ ਗਹਿਰਾ ਦੇਖਣਗੇ, ਭਾਵੇਂ ਤੇਰੀਆਂ ਸਰੀਰਕ ਅੱਖਾਂ ਤੇ ਗਹਿਰਾ ਮੋਤੀਆ ਉਤਰਿਆ ਹੋਇਆ ਸੀ। ਇਹ ਬਹੁਤ ਵਧੀਆ ਕਵਿਤਾ ਹੈ ਜੀ। ਤੇ ਇੱਕ ਮੈਂ ਆਪਣੀ ਜਿਹੜੀ ਹਰਮਿੰਦਰ ਜੀ ਦੇ ਕਹਿਣ ਤੇ ਲਿਖੀ ਸੀ, ਮੇਰਾ ਸ਼ਾਇਦ 5ਵਾਂ ਮਿੰਟ ਚੱਲਦਾ ਪਿਆ, ਮੈਂ ਛੇਤੀ ਕਰ ਦੂੰਗਾ ਕਦੋਂ। ਤੇ ਸਮੇਂ ਦੀ ਗੱਲ ਯਾਰਾ, ਹਰ ਪਲ ਇੱਥੇ ਵੱਖਰਾ ਨਜ਼ਾਰਾ, ਕੁੱਲੀ ਬਣ ਬੜਾ ਭਾਰ ਉਠਾਇਆ,
ਰੋਟੀ ਦਾ ਭਾਰ ਸਭ ਤੋਂ ਭਾਰਾ। ਵਾਹ। ਕਦੀ ਮਿੱਟੀ ਉੱਤੇ ਕਦੀ ਮਿੱਟੀ ਥੱਲੇ, ਏਦਾਂ ਹੀ ਜਗ ਚੱਲਦਾ ਸਾਰਾ। ਜਿਸ ਨੇ ਉੱਗਣ ਦੀ ਜਿੱਦ ਕਰ ਲਈ, ਉਸੇ ਦੇ ਹੱਕ ਵਿੱਚ ਖੜਾ ਕਰਦਾ ਰਹਾ। ਸਾਡੀ ਹੋਂਦ ਤਾਂ ਸਿਫਰ ਬਰਾਬਰ, ਉਸੇ ਦਾ ਹੀ ਸਭ ਪਸਾਰਾ। ਕਿਸ਼ਤੀ ਵਿੱਚ ਸਦ ਆਪਣੇ ਦਿਸਣ, ਸ਼ੇਕ ਕਿਸ ਕੀਤਾ ਸੱਚ ਦੱਸ ਦਿਲਦਾਰਾ। ਖਤਰਨਾਕ ਤਖਤੀਆਂ ਲਾ ਪਏ ਫਿਰਦੇ, ਚੁੱਪ ਕਰ ਬਹਿ ਜਾ ਘਰ ਸਰਦਾਰਾ। ਕੱਲ ਦਾ ਕਿਸੇ ਨੇ ਭੇਦ ਨਾ ਪਾਇਆ, ਜਲਦੀ ਕੰਮ ਮੁਕਾਲਾ ਸਾਰਾ। ਭੀੜ ਵਿੱਚ ਵੀ ਲੱਭ ਹੀ ਲਵਾਂਗੇ, ਕਰਦੀ ਇੱਕ ਵਾਰ ਉਹੀ ਇਸ਼ਾਰਾ। ਮੰਨਿਆ ਕੋਰਾ ਸਾਫ਼ ਤੂੰ ਦਿਲ ਦਾ, ਮੰਨਿਆ ਕੋਰਾ ਸਾਫ਼ ਤੂੰ ਦਿਲ ਦਾ। ਫਰਜ਼ ਦੇਣਾ ਹੈ ਜਵਾਬ ਪਿਆਰਾ। ਕਈ ਟੁਕੜੇ ਹੋ ਸਕਦੇ ਸਨ ਮੇਰੇ, ਪਰ ਤੂੰ ਹੀ ਸੰਭਾਲ ਰੱਖਿਆ ਏ ਯਾਰਾ। ਕਈ ਟੁਕੜੇ ਹੋ ਸਕਦੇ ਸਨ ਮੇਰੇ, ਪਰ ਤੂੰ ਹੀ ਸੰਭਾਲ ਰੱਖਿਆ ਏ ਯਾਰ। ਸੌਰੀ ਤੁਹਾਡਾ ਮੂਵਮੈਂਟ ਲੈ ਗਿਆ। ਥੈਂਕ ਯੂ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਬਹੁਤ ਵਧੀਆ। ਤੁਸੀਂ ਸ਼ੁਰੂਆਤ ਜਿਹੜੀ ਲਿਖਣ ਦੀ ਕੀਤੀ ਹੈ ਉਹ ਬਹੁਤ ਵਧੀਆ ਹੈ, ਤੇ ਮੈਨੂੰ ਲੱਗਦਾ ਕਿ ਰਮਿੰਦਰ ਜੀ ਦੀ ਬਹੁਤ ਤੁਹਾਨੂੰ ਹੌਸਲਾ ਅਫਜ਼ਾਈ ਮਿਲੀ ਹੈ ਕਿ ਤੁਸੀਂ ਲਿਖੋ, ਤੇ ਮੈਨੂੰ ਲੱਗਦਾ ਹੁਣ ਤੁਸੀਂ ਇਸ ਕੰਮ ਨੂੰ ਜਾਰੀ ਰੱਖੋਗੇ। ਤੇ ਬਹੁਤ ਸ਼ੁਕਰੀਆ ਤੁਹਾਡਾ, ਤੁਹਾਡੀ ਅੱਜ ਦੀ ਕਾਵਿ ਮਿਲਣੀ ਸ਼ੁਰੂਆਤ ਕਰਨ ਦਾ। ਔਰ ਤਿੰਨੋਂ ਹੀ ਕਵਿਤਾਵਾਂ ਜਿਹੜੀਆਂ ਅਧਿਆਪਕ ਦੀ ਕਵਿਤਾ ਸੀਗੀ ਜਿਹੜੀ ਉਹ ਤੁਸੀਂ ਉਹਨਾਂ ਦੀ ਉੱਥੋਂ ਦੀ ਸੁਣਾਈ ਹੈ, ਉਹ ਵੀ ਬਹੁਤ ਇਮੋਸ਼ਨਲ ਕਵਿਤਾ ਸੀਗੀ। ਬਹੁਤ ਸ਼ੁਕਰੀਆ ਤੁਹਾਡਾ। ਤੇ ਸਾਡੇ ਨਾਲ ਕੁਲਦੀਪ ਜੀ, ਅਮਰ ਕੌਰ ਬੇਦੀ ਜੀ, ਸੁਜੀਤ ਕੌਰ ਜੀ, ਬਿਕਰਮ ਸੋਹੀ ਜੀ, ਗੁਰਚਰਨ ਸਿੰਘ ਜੋਗੀ ਜੀ, ਡਾਕਟਰ ਸਨੋਬਰ ਚਿਪ ਜੀ, ਪਰਮਜੀਤ ਕੌਰ ਜੈਸਵਾਲ ਜੀ, ਡਾਕਟਰ ਕੁਲਦੀਪ ਸਿੰਘ ਦੀਪ ਜੀ, ਪ੍ਰਵੀਨ ਕੌਰ, ਬਲਵੰਤ ਰਾਏ ਗਾਖਰ, ਕੁਲਦੀਪ ਤੰਜੂ ਜੀ, ਦਰਸ਼ਨ ਜੀ, ਇਹ ਸਾਡੇ ਨਾਲ ਸਾਰੇ ਜੁੜੇ ਹੋਏ ਨੇ, ਸਾਡੇ ਨਾਲ ਆਡੀਅנס ਹੈ ਸਾਡੀ, ਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਨਾਲ ਨਾਲ ਮੈਂ ਬਾਕੀ ਵੀ ਨਾਮ ਜਿਹੜੇ ਸਾਡੇ ਨਾਲ ਨੇ ਉਹਨਾਂ ਦਾ ਨਾਮ ਲੈਂਦੀ ਰਹਾਂਗੀ। ਹੁਣ ਅਸੀਂ ਕਾਵਿ ਮਿਲਣੀ ਨੂੰ ਅੱਗੇ ਵਧਾਉਂਦੇ ਹਾਂ, ਤੇ ਅੱਜ ਦੇ ਸਾਡੇ ਜਿਹੜੇ ਮੁੱਖ ਮਹਿਮਾਨ ਨੇ ਡਾਕਟਰ ਕੁਲਦੀਪ ਸਿੰਘ ਦੀਪ ਜੀ, ਇਹਨਾਂ ਦੇ ਬਾਰੇ ਚ ਮੇਰੇ ਕੋਲ ਅਲਫਾਜ਼ ਹੀ ਨਹੀਂ ਹੈਗੇ ਐਕਚੁਅਲੀ ਕਹਿਣ ਦੇ, ਤੇ ਕਿ ਇਹਨਾਂ ਦੀ ਸ਼ਖਸੀਅਤ ਹੀ ਜਿਹੜੀ ਹੈ ਨਾ ਉਹ ਮੂੰਹੋਂ ਬੋਲਦੀ ਹੈ। ਇੰਨਾ ਵਧੀਆ ਕੰਮ ਕਰਦੇ ਨੇ, ਪੰਜਾਬ ਸਾਹਿਤ ਅਕੈਡਮੀ ਦੇ ਨਾਲ ਜੁੜੇ ਹੋਏ ਨੇ, ਉਹਨਾਂ ਦੇ ਇੰਨੇ ਵਧੀਆ ਵਧੀਆ, ਇਹਨਾਂ ਦਾ ਇੱਕ ਬੰਧਨਵਾਰ ਪ੍ਰੋਗਰਾਮ ਆਉਂਦਾ, ਕਮਾਲ ਹੈ। ਪਿੱਛੇ ਸਾਡੇ ਨਾਲ ਸਾਡੇ ਕੋਲੋਂ ਦੇਸ ਰਾਜ ਉਹਨਾਂ ਦੀ ਸਦੀਵੀ ਵਿਛੋੜਾ ਹੋ ਗਿਆ, ਇਹਨਾਂ ਨੇ ਉਹਨਾਂ ਦੇ ਉੱਤੇ ਵੀ ਇੱਕ ਐਡਾ ਵਧੀਆ ਪ੍ਰੋਗਰਾਮ ਕੀਤਾ ਬੰਧਨਵਾਰ ਤੇ ਮਤਲਬ ਕੋਈ ਵੀ ਮਹਾਨ ਸ਼ਖਸੀਅਤ ਜਿਹੜੀ ਹੁੰਦੀ ਹੈ ਉਹਨਾਂ ਦਾ ਇਹਨਾਂ ਦਾ ਇੱਕ ਪ੍ਰੋਗਰਾਮ ਚੱਲ ਰਿਹਾ ਬੰਧਨਵਾਰ, ਬਹੁਤ ਕਮਾਲ ਦਾ ਪ੍ਰੋਗਰਾਮ ਹੁੰਦਾ ਹੈ। ਤੇ ਮੈਂ ਉਹਨਾਂ ਨੂੰ ਬੜੇ ਅਦਬ ਸਤਿਕਾਰ ਦੇ ਨਾਲ ਕਹਾਂਗੀ ਕਿ ਅੱਜ ਥੋੜੀ ਜਿਹੀ ਇੰਟਰੋਡਕਸ਼ਨ ਕੁਲਦੀਪ ਜੀ ਪਲੀਜ਼ ਜ਼ਰੂਰ ਆਪਣੀ ਸਾਡੇ ਨਾਲ ਸ਼ੇਅਰ ਕਰਿਓ, ਕਿਉਂਕਿ ਸਾਡੇ ਨਾਲ ਜਿਹੜੇ ਬਾਕੀ ਨਵੇਂ ਮਹਿਮਾਨ ਨੇ ਉਹਨਾਂ ਨੂੰ ਵੀ ਤੁਹਾਡੇ ਬਾਰੇ ਚ ਸਾਰਾ ਪਤਾ ਹੋਣਾ ਚਾਹੀਦਾ, ਤੇ ਇਸ ਕਰਕੇ ਮੈਂ ਤੁਹਾਨੂੰ ਆਪ ਨੂੰ ਕਹਿ ਰਹੀ ਹਾਂ ਕਿ ਤੁਸੀਂ ਆਪਣੀ ਇੰਟਰੋਡਕਸ਼ਨ ਦੇਣਾ। ਬਹੁਤ ਬਹੁਤ ਸਵਾਗਤ ਹੈ ਜੀ ਕਾਵਿ ਚ ਤੁਹਾਡਾ। ਜੀ ਜੀ ਬਹੁਤ ਸ਼ੁਕਰੀਆ ਮੈਡਮ ਰਿੰਟੂ ਭਾਟੀਆ। ਅੰਤਰਰਾਸ਼ਟਰੀ ਸਾਹਿਤਕ ਸਾਂਝਾ ਪਰਿਵਾਰ ਤੇ ਪੰਜਾਬ ਸਾਹਿਤ ਅਕਾਦਮੀ ਦੇ ਸਾਂਝੇ ਯਤਨਾਂ ਦੇ ਨਾਲ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੇ ਇਸ ਪ੍ਰੋਗਰਾਮ ਦੀ ਲੜੀ ਦੇ ਵਿੱਚ ਅੱਜ ਆਪਾਂ ਇਕੱਠੇ ਹੋਏ ਹਾਂ, ਤੇ ਇਸ ਪਰਿਵਾਰ ਦੀ ਇਹ ਖਾਸੀਅਤ ਹੈ ਕਿ ਇਸ ਨੇ ਜਿਹੜੀ ਚੀਜ਼ ਸ਼ੁਰੂ ਕੀਤੀ ਸੀ ਉਸ ਨੂੰ ਹੁਣ ਤੱਕ ਨਿਭਾ ਰਹੇ ਨੇ, ਤੇ ਵੱਖ-ਵੱਖ ਦਿਨਾਂ ਤਿੱਥਾਂ ਦੇ ਮੌਕੇ ਤੇ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਲੈ ਕੇ ਆਉਣਾ ਇਸ ਗਰੁੱਪ ਦੇ ਇਸ ਪ੍ਰੋਗਰਾਮ ਦੀ ਖਾਸੀਅਤ ਹੈ। ਤੇ ਹੁਣ ਇਹ ਪ੍ਰੋਗਰਾਮ ਕਾਫੀ ਮਕਬੂਲ ਪ੍ਰੋਗਰਾਮ ਹੈ ਤੇ ਇਸ ਪ੍ਰੋਗਰਾਮ ਦੀ ਲਗਭਗ ਉਡੀਕ ਕੀਤੀ ਜਾਂਦੀ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵੀ ਕਾਫੀ ਸਾਰੀਆਂ ਸ਼ਖਸੀਅਤਾਂ ਸ਼ਾਮਲ ਨੇ। ਮੈਂ ਉਹਨਾਂ ਸਾਰਿਆਂ ਨੂੰ ਜੀ ਆਇਆਂ ਆਖਦਾ, ਆਪਣੇ ਵੱਲੋਂ ਵੀ, ਪੰਜਾਬ ਸਾਹਿਤ ਅਕੈਡਮੀ ਵੱਲੋਂ ਵੀ ਜੀ ਆਇਆਂ ਆਖਦਾ, ਤੇ ਧੰਨਵਾਦ ਵੀ ਕਰਦਾ ਕਿ ਉਹ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ। ਜਿੱਥੋਂ ਤੱਕ ਇੰਟਰੋਡਕਸ਼ਨ ਦੀ ਗੱਲ ਹੈ, ਮੈਨੂੰ ਲੱਗਦਾ ਹੈ ਕਿ ਆਪਣੇ ਬਾਰੇ ਬੋਲਣਾ ਬਹੁਤ ਔਖਾ ਹੁੰਦਾ ਹੈ, ਖਾਸ ਤੌਰ ਤੇ ਮੇਰੇ ਲਈ, ਕਿਉਂਕਿ ਮੈਂ ਕਦੇ ਵੀ ਮੈਨੂੰ ਇਸ ਕਿਸਮ ਦੀ ਐਕਸਰਸਾਈਜ਼ ਕਰਨੀ ਬੜੀ ਔਖੀ ਲੱਗਦੀ ਹੈ। ਚਲੋ ਫਿਰ ਵੀ ਮੋਟੇ ਤੌਰ ਤੇ ਮਤਲਬ ਜੇ ਮੈਂ ਕਹਾਂ ਤਾਂ ਮੈਂ ਨਾਟਕ ਦਾ ਵਿਦਿਆਰਥੀ ਹਾਂ। ਮੈਂ ਨਾਟਕ ਪੜ੍ਹਦਾ, ਨਾਟਕ ਲਿਖਦਾ, ਨਾਟਕ ਖੇਡਦਾ, ਨਾਟਕ ਤੇ ਰਿਸਰਚ ਕਰਦਾ। ਜਾਣੀ ਕਿ ਸਭ ਤੋਂ ਪਹਿਲਾਂ ਮਤਲਬ ਮੇਰੀ ਪਹਿਲੀ ਮੁਹੱਬਤ ਨਾਟਕ ਦੀ ਵਿਧਾ ਨਾਲ ਹੈ। ਗਾਹੇ ਬਗਾਹੇ ਕਵਿਤਾ ਵੀ ਲਿਖਦਾ, ਬਹੁਤ ਸਾਰੀਆਂ ਸਮਾਜਿਕ ਸਰਗਰਮੀਆਂ ਦੇ ਨਾਲ ਜੁੜਿਆ ਹੋਇਆ, ਸੋਸ਼ਲ ਮੀਡੀਆ ਤੇ ਵੀ ਜੁੜਿਆ ਹੋਇਆ, ਸੋਸ਼ਲ ਮੀਡੀਆ ਤੋਂ ਬਾਹਰ ਵੀ ਜੁੜਿਆ ਹੋਇਆ। ਸੋਸ਼ਲ ਮੀਡੀਆ ਤੋਂ ਬਾਹਰ
ਪ੍ਰਗਤੀਸ਼ੀਲ ਲੇਖ ਸੰਘ ਪੰਜਾਬ ਦਾ ਇਸ ਵੇਲੇ ਮੈਂ ਜਨਰਲ ਸਕੱਤਰ ਦੇ ਤੌਰ ਤੇ ਕੰਮ ਕਰ ਰਿਹਾ ਤੇ ਸੋਸ਼ਲ ਮੀਡੀਆ ਤੇ ਬਹੁਤ ਸਾਰਾ ਕੰਮ, ਜਿਵੇਂ ਸਿਰਜਣਾਤਮਕ ਸਿੱਖਿਆ ਸੰਸਾਰ ਸਾਡਾ ਅਧਿਆਪਕਾਂ ਦਾ ਗਰੁੱਪ ਹੈ, ਜੀ ਉਹ ਮੇਰੀ ਅਗਵਾਈ ਦੇ ਵਿੱਚ ਕੰਮ ਕਰ ਰਿਹਾ ਤੇ ਉਹਦੇ ਵਿੱਚ ਲਗਭਗ 40,000 ਅਧਿਆਪਕ ਸ਼ਾਮਲ ਨੇ ਉਸ ਗਰੁੱਪ ਦੇ ਵਿੱਚ। ਵਾਹ, ਕੀ ਤੇ ਬਾਤ ਅੱਜ ਕਿਉਂਕਿ ਅਧਿਆਪਕਾਂ ਦਾ ਪ੍ਰੋਗਰਾਮ ਹੈ, ਇਸ ਕਰਕੇ ਉਹਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ। ਤੇ ਉਸ ਗਰੁੱਪ ਨੇ ਪਿਛਲੇ ਲੰਮੇ ਸਮੇਂ ਤੋਂ ਅਧਿਆਪਕਾਂ ਦੇ ਵਿੱਚ ਸਿਰਜਣਾਤਮਕ ਸਰਗਰਮੀਆਂ, ਸਿਰਜਣਾਤਮਕ ਰੁਚੀਆਂ ਪੈਦਾ ਕਰਨ ਦੇ ਵਿੱਚ ਬਹੁਤ ਵੱਡਾ ਕੰਮ ਕੀਤਾ ਹੈ ਤੇ ਉਹਨਾਂ ਸਾਰੇ ਅਧਿਆਪਕਾਂ ਨੂੰ ਰੂਬਰੂ ਕੀਤਾ ਹੈ ਲੋਕਾਂ ਦੇ, ਜਿਨ੍ਹਾਂ ਦੇ ਅੰਦਰ ਸਿਰਜਣਾ ਦਾ ਕੋਈ ਵੀ ਰੰਗ ਪਿਆ ਹੈ। ਇਸ ਤਰ੍ਹਾਂ ਬਹੁਤ ਸਾਰੀਆਂ ਸਰਗਰਮੀਆਂ ਨੇ। ਕਿਤਾਬਾਂ ਦੇ ਰੂਪ ਦੇ ਵਿੱਚ ਮੈਂ ਕਹਾਂ ਤਾਂ ਲਗਭਗ ਮੇਰੀਆਂ 30 ਦੇ ਕਰੀਬ ਕਿਤਾਬਾਂ ਹੁਣ ਤੱਕ ਆ ਚੁੱਕੀਆਂ ਨੇ, ਜਿਹਦੇ ਵਿੱਚ ਆਲੋਚਨਾ ਦੀਆਂ ਕਿਤਾਬਾਂ ਨੇ, ਨਾਟਕਾਂ ਦੀਆਂ ਕਿਤਾਬਾਂ ਨੇ, ਬਾਲ ਸਾਹਿਤ ਦੀਆਂ ਕਿਤਾਬਾਂ ਨੇ। ਮੈਂ ਬਾਲ ਸਾਹਿਤ ਦੇ ਖੇਤਰ ਦੇ ਵਿੱਚ ਵੀ ਕਾਫੀ ਸਾਰਾ ਕੰਮ ਕੀਤਾ ਹੈ ਤੇ ਖਾਸ ਤੌਰ ਤੇ ਬਹੁਤ ਸਾਰੇ ਬੱਚਿਆਂ ਕੋਲੋਂ ਬਹੁਤ ਕੁਝ ਲਿਖਵਾਉਣਾ ਤੇ ਉਹਨਾਂ ਬੱਚਿਆਂ ਨੂੰ ਪ੍ਰਮੋਟ ਕਰਨਾ, ਉਹਨਾਂ ਬੱਚਿਆਂ ਨੂੰ ਸਾਹਮਣੇ ਲੈ ਕੇ ਆਉਣਾ, ਇਹ ਮੇਰੇ ਮੁੱਖ ਰੁਝਾਨਾਂ ਦੇ ਵਿੱਚੋਂ ਇੱਕ ਹੈ। ਸੋ ਬਾਕੀ ਮੈਂ ਕੀ ਆ ਹੌਲੀ ਹੌਲੀ ਆਪਾਂ ਅਗਲੇ ਸਮੇਂ ਦੇ ਵਿੱਚ ਬਹੁਤ ਸਾਰੇ ਦੋਸਤਾਂ ਨੂੰ ਪਤਾ ਤੇ ਬਹੁਤ ਸਾਰੇ ਦੋਸਤਾਂ ਨੂੰ ਪਤਾ ਲੱਗ ਜਾਊਗਾ। ਅੱਜ ਅਧਿਆਪਕ ਦਿਵਸ ਹੈ ਤੇ ਅਧਿਆਪਕ ਦਿਵਸ ਦੇ ਮੌਕੇ ਤੇ ਇੱਕ ਅਧਿਆਪਕ ਹੋਣ ਦੇ ਨਾਤੇ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਬਹੁਤ ਵਧਾਈ ਦਿੰਦਾ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਨੂੰ, ਵਿਸ਼ੇਸ਼ ਤੌਰ ਤੇ ਕਿ ਉਹਨਾਂ ਨੇ ਅਧਿਆਪਕ ਦਿਵਸ ਤੇ ਅੱਜ ਦਾ ਪ੍ਰੋਗਰਾਮ ਰੱਖਿਆ। ਜੀ ਦੋਸਤੋ, ਅੱਜ ਦੇ ਦੌਰ ਦੇ ਵਿੱਚ ਅਧਿਆਪਕ ਹੋਣਾ ਕੱਲਾ ਪੇਸ਼ਾ ਨਹੀਂ ਹੈਗਾ, ਆਪਣੇ ਆਪ ਦੇ ਵਿੱਚ ਬਹੁਤ ਵੱਡੀ ਚੁਣੌਤੀ ਹੈ। ਜਦੋਂ ਸਾਡੇ ਸਾਹਮਣੇ ਬਹੁਤ ਕੁਝ ਗਲਤ ਮਲਤ ਹੋ ਰਿਹਾ ਹੋਵੇ, ਸਿੱਖਿਆ ਦੇ ਬਹੁਤ ਵੱਡੇ ਹਮਲੇ ਹੋ ਰਹੇ ਹੋਣ, ਨੈਤਿਕ ਕਦਰਾਂ ਕੀਮਤਾਂ ਨਿਘਾਰ ਦੇ ਵਿੱਚ ਜਾ ਰਹੀਆਂ ਹੋਣ, ਤਾਂ ਉਸ ਦੌਰ ਦੇ ਵਿੱਚ ਜਿਹੜਾ ਇੱਕ ਅਧਿਆਪਕ ਕਿਸੇ ਵੀ ਵਿਦਿਅਕ ਸੰਸਥਾ ਦੇ ਵਿੱਚ ਬੈਠਾ ਹੈ ਤਾਂ ਉਹਦੇ ਸਿਰ ਤੇ ਵੱਡੀਆਂ ਜ਼ਿੰਮੇਵਾਰੀਆਂ ਨੇ। ਚੇਤਨਾ ਨੂੰ ਬਚਾ ਕੇ ਰੱਖਣਾ, ਸੰਵੇਦਨਾ ਨੂੰ ਬਚਾ ਕੇ ਰੱਖਣਾ ਤੇ ਪੀੜ੍ਹੀ ਨੂੰ ਇੱਕ ਜ਼ਿੰਮੇਵਾਰ ਨਾਗਰਿਕ ਬਣਾਉਣ ਦੇ ਵਿੱਚ ਅਧਿਆਪਕ ਦੀ ਅੱਜ ਦੇ ਦੌਰ ਦੇ ਵਿੱਚ ਬਹੁਤ ਵੱਡੀ ਭੂਮਿਕਾ ਹੈ। ਕਿਉਂਕਿ ਇੱਕ ਅਧਿਆਪਕ ਦਾ ਪ੍ਰੋਫੈਸ਼ਨ ਹੀ ਹੈ ਜਿੱਥੋਂ ਹਰ ਬੰਦੇ ਨੇ ਹੋ ਕੇ ਲੰਘਣਾ ਹੁੰਦਾ ਹੈ। ਸੋ ਅੱਜ ਮੈਂ ਤੁਹਾਡੇ ਨਾਲ ਕੋਈ ਕਵਿਤਾ ਨਹੀਂ ਸਾਂਝੀ ਕਰਨੀ, ਪਰ ਕਵਿਤਾ ਵਰਗੀ ਇੱਕ ਵਾਰਤਕ ਸਾਂਝੀ ਕਰਨੀ ਹੈ ਜੀ। ਮੈਨੂੰ ਇਸ ਗੱਲ ਦਾ ਬਹੁਤ ਮਾਣ ਹੈ ਕਿ ਮੈਂ ਅਧਿਆਪਨ ਦੇ ਕਿੱਤੇ ਸੰਬੰਧੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ, ਬਹੁਤ ਸਾਰੇ ਲੈਕਚਰ ਦਿੱਤੇ ਨੇ, ਬਹੁਤ ਸਾਰੇ ਲੇਖ ਲਿਖੇ ਨੇ। ਉਹਦੇ ਵਿੱਚੋਂ ਪਿਛਲੇ 2-3 ਸਾਲਾਂ ਤੋਂ ਮੈਂ ਇੱਕ ਪੀਸ ਲਿਖਿਆ ਸੀ ਵਾਰਤਕ ਦਾ। ਉਹਦਾ ਟਾਈਟਲ ਸੀ ਕਿ ਅਧਿਆਪਕ ਹੋਣਾ ਕੀ ਹੁੰਦਾ ਹੈ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਪੀਸ ਹੈ ਜਿਹੜਾ ਉਹ ਲਗਭਗ ਹਜ਼ਾਰਾਂ ਲੋਕਾਂ ਨੇ ਅੱਗੇ ਸਾਂਝਾ ਕੀਤਾ। ਕਿਸੇ ਨੇ ਉੱਤੇ ਪੇਂਟਿੰਗਾਂ ਬਣਾ ਲਈਆਂ, ਕਿਸੇ ਨੇ ਉੱਤੇ ਕੈਲੀਗ੍ਰਾਫੀ ਕਰ ਲਈ, ਕਿਸੇ ਨੇ ਉਹਨੂੰ ਆਪਣੇ ਸਕੂਲ ਦੀ ਕਿਸੇ ਦੀਵਾਰ ਤੇ ਲਿਖਾ ਲਿਆ। ਇਸ 5 ਸਤੰਬਰ ਨੂੰ ਸੈਂਕੜੇ ਲੋਕਾਂ ਨੇ ਮਤਲਬ ਮੈਨੂੰ ਭੇਜਿਆ ਕਿ ਅਸੀਂ ਤੁਹਾਡੇ ਇਹ ਬੋਲੇ ਜੀ, ਅਸੀਂ ਤੁਹਾਡੀਆਂ ਇਹ ਆਪਦੇ ਸਕੂਲ ਦੀ ਦੀਵਾਰ ਤੇ ਲਿਖੇ ਜੀ। ਕਿਸੇ ਨੇ ਕੈਲੀਗ੍ਰਾਫੀ ਤੇ ਕੰਮ ਕੀਤਾ। ਮੈਂ ਉਹ ਵਾਰਤਕ ਦੇ ਕੁਝ ਪੀਸ ਨੇ ਨਿੱਕੇ ਨਿੱਕੇ ਕਿ ਅਧਿਆਪਕ ਹੋਣਾ ਕੀ ਹੁੰਦਾ ਹੈ, ਉਹ ਮੈਂ ਤੁਹਾਡੇ ਨਾਲ ਸਾਂਝਾ ਕਰਦਾ 2-3 ਮਿੰਟ ਦੇ ਵਿੱਚ। ਜੀ ਵੀਰ, ਇਰਸ਼ਾਦ। ਉਹਦਾ ਟਾਈਟਲ ਇਹ ਹੈ ਕਿ ਅਧਿਆਪਕ ਹੋਣਾ ਕੀ ਹੁੰਦਾ ਹੈ। ਜੀ। ਅਧਿਆਪਕ ਹੋਣਾ ਮਾਂ ਹੋਣਾ ਹੁੰਦਾ ਹੈ। ਜਿਸ ਅਧਿਆਪਕ ਵਿੱਚ ਮਮਤਾ ਨਹੀਂ, ਉਹ ਹੋਰ ਕੁਝ ਵੀ ਹੋ ਸਕਦਾ ਹੈ, ਅਧਿਆਪਕ ਨਹੀਂ ਹੋ ਸਕਦਾ। ਕੀ ਬਾਤ। ਅਧਿਆਪਕ ਹੋਣਾ ਮਧੂਮੱਖੀ ਹੋਣਾ ਹੁੰਦਾ ਹੈ, ਜੋ ਬਹੁਤ ਸੋਮਿਆਂ ਤੋਂ ਸ਼ਹਿਦ ਇਕੱਠਾ ਕਰਦੀ ਹੈ, ਸਾਂਭਦੀ ਹੈ ਤੇ ਦੂਜਿਆਂ ਦੇ ਵਰਤਣ ਲਈ ਛੱਡ ਕੇ ਮੁੜ ਫਿਰ ਇਸੇ ਕੰਮ ਤੇ ਲੱਗ ਜਾਂਦੀ ਹੈ। ਬਿਊਟੀਫੁਲ ਜੀ, ਬਹੁਤ ਸ਼ੁਕਰੀਆ ਸਰ। ਅਧਿਆਪਕ ਹੋਣਾ ਮਾਲੀ ਹੋਣਾ ਹੁੰਦਾ ਹੈ, ਜੋ ਬੂਟੇ ਲਾਉਂਦਾ ਵੀ ਹੈ ਤੇ ਸਾਂਭਦਾ ਵੀ ਹੈ, ਲੋੜ ਪਈ ਤੋਂ ਛਾਂਗਦਾ ਵੀ ਹੈ ਤੇ ਜਦ ਉਹ ਬੂਟੇ ਵੱਡੇ ਹੋ ਜਾਂਦੇ ਨੇ ਤਾਂ ਉਹਨਾਂ ਨੂੰ ਥਾਪੜਾ ਦੇ ਨਵੀਂ ਨਰਸਰੀ ਦੀ ਤਿਆਰੀ ਕਰਨ ਲੱਗ ਜਾਂਦਾ ਹੈ। ਅਧਿਆਪਕ ਹੋਣਾ ਦੋਸਤ ਹੋਣਾ ਵੀ ਹੁੰਦਾ ਹੈ। ਅਧਿਆਪਕ ਹੋਣਾ ਦੋਸਤ ਹੋਣਾ ਵੀ ਹੁੰਦਾ ਹੈ, ਜੋ ਆਪਣੇ ਬੱਚਿਆਂ ਦੇ ਹਰ ਰਾਜ ਦਾ ਰਾਜ਼ਦਾਰ ਹੁੰਦਾ ਹੈ, ਜਿਸ ਕੋਲ ਕੋਈ ਵੀ ਬੱਚਾ ਆਪਣੀ ਗੱਲ ਕਰਨ ਤੋਂ ਝਿਜਕਦਾ ਨਹੀਂ, ਬਲਕਿ ਸਭ ਤੋਂ ਪਹਿਲਾਂ ਉਸ ਨੂੰ ਹੀ ਦੱਸਣ ਲਈ ਭੱਜਿਆ ਆਉਂਦਾ ਹੈ, ਜੋ ਬੱਚਿਆਂ ਨਾਲ ਖੇਡਦਾ ਵੀ ਹੈ ਤੇ ਲੋੜ ਪੈਣ ਤੇ ਉਹਨਾਂ ਨੂੰ ਸਿਆਣੇ ਦੋਸਤ ਵਾਂਗ ਵਰਜਦਾ ਵੀ ਹੈ। ਅਧਿਆਪਕ ਹੋਣਾ ਕੁੰਭਕਾਰ ਹੋਣਾ ਵੀ ਹੁੰਦਾ ਹੈ। ਅਧਿਆਪਕ ਹੋਣਾ ਕੁੰਭਕਾਰ ਹੋਣਾ ਵੀ ਹੁੰਦਾ ਹੈ, ਜੋ ਬਾਲ ਰੂਪੀ ਮਿੱਟੀ ਨੂੰ ਕੁੱਟਦਾ, ਭਿਉਂਦਾ, ਗੁੰਨਦਾ, ਪੁਰੁੰਨਦਾ, ਚੱਕ ਤੇ ਚਾੜ ਕੇ ਵੱਖ-ਵੱਖ ਆਕਾਰ ਦਿੰਦਾ ਹੈ, ਅੰਦਰੋਂ ਸਹਾਰਾ ਦਿੰਦਾ ਹੈ ਤੇ ਬਾਹਰੋਂ ਥਾਪੀ ਨਾਲ ਹਲਕਾ ਕੁੱਟਦਾ ਹੈ ਤੇ ਇੰਜ ਉਸ ਮਿੱਟੀ ਨੂੰ ਕਦੇ ਗਾਗਰ ਬਣਾ ਦਿੰਦਾ ਹੈ ਤੇ ਕਦੇ ਮਸ਼ਾਲ ਬਣਾ ਦਿੰਦਾ ਹੈ ਤੇ ਕਦੇ ਕੁਝ ਹੋਰ।
ਅਧਿਆਪਕ ਹੋਣਾ ਮਨੋਵਿਗਿਆਨੀ ਹੋਣਾ ਵੀ ਹੁੰਦਾ ਹੈ, ਜੋ ਬੱਚਿਆਂ ਦੀ ਅੱਖ ਵੀ ਪਛਾਣਦਾ ਹੈ ਤੇ ਬੱਚਿਆਂ ਦੇ ਹੱਥ ਵੀ ਪਛਾਣਦਾ ਹੈ। ਉਹ ਮੱਛੀ ਨੂੰ ਕਦੇ ਵੀ ਰੁੱਖ ਤੇ ਚੜ੍ਹਨ ਲਈ ਤੇ ਬਾਂਦਰ ਨੂੰ ਪਾਣੀ 'ਚ ਤੈਰਨ ਲਈ ਨਹੀਂ ਕਹਿੰਦਾ, ਬਲਕਿ ਬੱਚੇ ਨੂੰ ਬਿਨਾਂ ਦੱਸੇ ਨਿਰਖਦਾ, ਪਰਖਦਾ, ਜਿਉਂਦਾ ਰਹਿੰਦਾ ਹੈ ਅਤੇ ਸਹੀ ਸਮੇਂ ਤੇ ਉਸਨੂੰ ਸਹੀ ਰਾਹ ਤੇ ਤੋਰ ਦਿੰਦਾ ਹੈ, ਜਿਸ ਰਾਹ ਉਸਨੂੰ ਤੁਰਨਾ ਚਾਹੀਦਾ ਹੈ। ਅਧਿਆਪਕ ਹੋਣਾ ਕਲਾਕਾਰ ਹੋਣਾ ਵੀ ਹੁੰਦਾ ਹੈ। ਅਧਿਆਪਕ ਹੋਣਾ ਕਲਾਕਾਰ ਹੋਣਾ ਵੀ ਹੁੰਦਾ ਹੈ, ਜੋ ਗਿਆਨ ਨੂੰ ਕੁਨੀਨ ਵਾਂਗ ਨਹੀਂ ਦਿੰਦਾ, ਬਲਕਿ ਉਸਨੂੰ ਇੰਨਾ ਸਹਿਜ ਤੇ ਸਰਲ ਬਣਾ ਦਿੰਦਾ ਹੈ ਕਿ ਵਿਦਿਆਰਥੀ ਉਸਨੂੰ ਗ੍ਰਹਿਣ ਵੀ ਕਰ ਲੇ, ਪਰ ਉਸ ਤੇ ਕਿਸੇ ਪ੍ਰਕਾਰ ਦਾ ਬੋਝ ਵੀ ਨਾ ਪਵੇ। ਉਹ ਬੱਚਿਆਂ ਦੀ ਅੱਖ ਨਾਲ ਦੇਖਦਾ ਹੈ, ਬੱਚਿਆਂ ਦੇ ਪੈਰਾਂ ਨਾਲ ਉੱਡਦਾ ਹੈ, ਬੱਚਿਆਂ ਦੇ ਹੱਥਾਂ ਪੈਰਾਂ ਨਾਲ ਖੇਡਦਾ ਹੈ, ਬੱਚਿਆਂ ਦੀਆਂ ਸ਼ਰਾਰਤਾਂ ਵਿੱਚੋਂ ਜੀਵਨ ਦੇ ਤੱਤ ਤਲਾਸ਼ ਲੈਂਦਾ ਹੈ, ਬੱਚੇ ਦੀਆਂ ਤੋਤਲੀਆਂ ਨੂੰ ਜ਼ੁਬਾਨ ਦਿੰਦਾ ਹੈ। ਅਧਿਆਪਕ ਹੋਣਾ ਦੀਵਾ ਹੋਣਾ ਹੁੰਦਾ ਹੈ। ਅਧਿਆਪਕ ਹੋਣਾ ਦੀਵਾ ਹੋਣਾ ਹੁੰਦਾ ਹੈ, ਜੋ ਸੂਰਜ ਤਾਂ ਭਾਵੇਂ ਨਹੀਂ ਹੁੰਦਾ ਪਰ ਫਿਰ ਵੀ ਬੁਝਣ ਤੱਕ ਬਲਦਾ ਹੈ, ਖੁਦ ਜਲ ਕੇ ਹਨੇਰੇ ਨੂੰ ਦੂਰ ਕਰਦਾ ਹੈ ਤੇ ਹਨੇਰੇ ਖੂੰਜਿਆਂ ਨੂੰ ਚਾਨਣ ਨਾਲ ਭਰਦਾ ਹੈ। ਅਧਿਆਪਕ ਹੋਣਾ ਬੋੜ ਹੋਣਾ ਹੁੰਦਾ ਹੈ। ਅਧਿਆਪਕ ਹੋਣਾ ਬੋੜ ਹੋਣਾ ਹੁੰਦਾ ਹੈ, ਜਿਸ ਦੇ ਟਾਹਣਿਆਂ ਤੇ ਕਿੰਨੇ ਹੀ ਬਾਲ ਰੂਪੀ ਪੰਛੀ ਝੂਟਦੇ ਨੇ, ਚਹਿਚਹਾਉਂਦੇ ਨੇ, ਆਉਂਦੇ ਨੇ, ਅਟਖੇਲੀਆਂ ਕਰਦੇ ਨੇ ਤੇ ਤੁਰ ਜਾਂਦੇ ਨੇ। ਇਹ ਉਹਨਾਂ ਨੂੰ ਆਸਰਾ ਵੀ ਦਿੰਦਾ ਹੈ ਤੇ ਸੰਘਣੀ ਛਾਂ ਵੀ ਦਿੰਦਾ ਹੈ। ਅਧਿਆਪਕ ਹੋਣਾ ਆਸ, ਧਰਵਾਸ ਤੇ ਵਿਸ਼ਵਾਸ ਹੋਣਾ ਹੁੰਦਾ ਹੈ, ਬੱਚਿਆਂ ਲਈ ਵੀ ਤੇ ਉਹਨਾਂ ਦੇ ਮਾਪਿਆਂ ਲਈ ਵੀ। ਇਸੇ ਲਈ ਹਰ ਮਾਂ-ਬਾਪ ਆਪਣੇ ਜਵਾਨ ਜਹਾਨ ਬੱਚਿਆਂ, ਖਾਸ ਕਰ ਧੀਆਂ ਨੂੰ ਵੀ ਬਿਨਾਂ ਕਿਸੇ ਡਰ ਭੌ ਦੇ ਅਧਿਆਪਕ ਕੋਲ ਭੇਜ ਦਿੰਦੇ ਨੇ। ਉਂਝ ਉਹ ਪਿੰਡ ਦੇ ਵਿਚਕਾਰ ਬਣੀ ਹੱਟੀ ਤੇ ਵੀ ਨਹੀਂ ਤੋਰਦੇ। ਅਧਿਆਪਕ ਹੋਣਾ ਦਰਿਆ ਹੋਣਾ ਹੁੰਦਾ ਹੈ। ਅਧਿਆਪਕ ਹੋਣਾ ਦਰਿਆ ਹੋਣਾ ਹੁੰਦਾ ਹੈ, ਜੋ ਆਪਣੇ ਸ਼ਾਗਿਰਦਾਂ ਦੇ ਦਿਲਾਂ ਤੇ ਦਿਮਾਗਾਂ ਵਿੱਚ ਵਗਦਾ ਹੈ। ਇਹ ਨਾ ਆਪ ਸੁੱਕਦਾ ਹੈ ਤੇ ਨਾ ਇਹਨਾਂ ਨਿੱਕੇ ਖਾਲਾਂ, ਸੂਇਆਂ ਤੇ ਨਦੀਆਂ ਨੂੰ ਸੁੱਕਣ ਦਿੰਦਾ ਹੈ। ਜਦ ਨੂੰ ਇਹ ਦਰਿਆ ਸੁੱਕਦਾ ਹੈ, ਤਦ ਤੱਕ ਇਹ ਖਾਲ, ਸੂਏ ਤੇ ਨਦੀਆਂ ਖੁਦ ਦਰਿਆ ਬਣ ਜਾਂਦੀਆਂ ਹਨ ਤੇ ਇਹ ਸਿਲਸਿਲਾ ਮੁਸਲਸਲ ਚੱਲਦਾ ਰਹਿੰਦਾ ਹੈ। ਅਧਿਆਪਕ ਹੋਣਾ ਜਰਨੈਲੀ ਸੜਕ ਹੋਣਾ ਹੁੰਦਾ ਹੈ। ਅਧਿਆਪਕ ਹੋਣਾ ਜਰਨੈਲੀ ਸੜਕ ਹੋਣਾ ਹੁੰਦਾ ਹੈ। ਜ਼ਿੰਦਗੀ ਦੀ ਤਲਾਸ਼ ਵਿੱਚ ਤੁਰੇ ਹਰ ਬਸ਼ਰ ਦਾ ਇਸ ਜਰਨੈਲੀ ਸੜਕ ਤੋਂ ਬਿਨਾਂ ਗੁਜ਼ਾਰਾ ਨਹੀਂ। ਹਰ ਬੰਦਾ ਜ਼ਿੰਦਗੀ ਦੀਆਂ ਤੰਗ ਗਲੀਆਂ ਵਿੱਚੋਂ ਗੁਜ਼ਰਦਾ ਹੋਇਆ ਇਸ ਜਰਨੈਲੀ ਮਾਰਗ ਤੇ ਚੜ੍ਹਦਾ ਹੈ ਤੇ ਆਪਣੀਆਂ ਮੰਜ਼ਿਲਾਂ ਸਰ ਕਰਦਾ ਹੈ। ਜੇ ਤੁਸੀਂ ਇਹ ਸਭ ਕੁਝ ਹੋ ਤਾਂ ਤੁਹਾਨੂੰ ਬਹੁਤ ਸਲਾਮ, ਨਹੀਂ ਤਾਂ ਆਓ ਅਜਿਹੇ ਬਣਨ ਦੀ ਕੋਸ਼ਿਸ਼ ਕਰੀਏ। ਬਹੁਤ ਬਹੁਤ ਧੰਨਵਾਦ। ਵਾਹ ਜੀ ਵਾਹ, ਵਾਹ ਕੀ ਬਾਤ ਹੈ, ਕਮਾਲ ਕਰਤੀ ਡਾਕਟਰ ਸਾਹਿਬ, ਕਮਾਲ ਕਰ ਦਿੱਤੀ। ਡਾਕਟਰ ਸਾਹਿਬ ਇਸੇ ਕਰਕੇ ਮੈਂ ਕਿਹਾ ਸੀਗਾ ਕਿ ਇੰਟਰੋਡਕਸ਼ਨ ਦੇਣ ਵਾਸਤੇ ਨਾ ਸਾਡੇ ਕੋਲ ਸ਼ਬਦ ਨਹੀਂ ਹੈਗੇ, ਕਿਉਂਕਿ ਤੁਸੀਂ ਕਹਿੰਦੇ ਨਾ ਚੰਗਾ ਅਧਿਆਪਕ ਹੋਣਾ ਸਭ ਤੋਂ ਵੱਡਾ ਵਰਦਾਨ ਹੁੰਦਾ, ਤੇ ਉਹ ਤੁਸੀਂ ਵਰਦਾਨ ਲਿਖਿਆ 38 ਸਾਲ ਦੀ ਸੇਵਾ ਬਾਰੇ ਮੈਂ ਕੀ ਬੋਲਾਂ ਮੇਰੇ ਰਿਕਾਰਡ ਦਾ ਐਡਾ ਸੋਹਣਾ ਤੇਰੇ ਵੱਲੋਂ ਲਿਖਿਆ। ਬਹੁਤ ਖੂਬ ਡਾਕਟਰ ਕੁਲਦੀਪ, ਬਹੁਤ ਹੀ ਕਮਾਲ ਦਾ ਲਿਖਿਆ ਤੁਸੀਂ, ਵੈਰੀ ਗੁੱਡ, ਬਹੁਤ ਅੱਛਾ ਲੱਗਾ। ਸਾਡੇ ਵਾਸਤੇ ਅਸੀਂ ਬਹੁਤ ਖੂਬ ਕੁਲਦੀਪ ਜੀ। ਅੰਤਰਰਾਸ਼ਟਰੀ ਸਾਹਿਤਿਕ ਸਾਂਝਾਂ ਵਾਸਤੇ ਤੇ ਪੰਜਾਬ ਸਾਹਿਤ ਅਕੈਡਮੀ ਵਾਸਤੇ ਤੁਸੀਂ ਵਰਦਾਨ ਹੋ, ਸੱਚੀ ਮੁੱਚੀ ਤੁਸੀਂ ਸਾਡੇ ਵਾਸਤੇ ਵਰਦਾਨ ਹੋ। ਤੇ ਮੈਂ ਹੁਣ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਸ਼ੁਕਰੀਆ। ਤੇ ਮੈਂ ਹੁਣ ਅੱਗੇ ਚੱਲਦੀ ਹਾਂ ਤੇ ਮੈਂ ਆਪਣੇ ਅੰਤਰਰਾਸ਼ਟਰੀ ਸਾਹਿਤਿਕ ਸਾਂਝਾਂ ਦੇ ਨਾਲ ਸਾਡੇ ਜੁੜੇ ਹੋਏ ਸਾਰੇ ਜਿਹੜੇ ਸਾਡੀ ਮੈਨੇਜਮੈਂਟ ਕਮੇਟੀ ਹੈ, ਉਹਨਾਂ ਦਾ ਨਾਮ, ਉਹਨਾਂ ਦਾ ਸਵਾਗਤ ਕਰਨਾ ਤੇ ਬਹੁਤ ਜ਼ਰੂਰੀ ਬਣਦਾ ਹੈ। ਸਾਡੇ ਨਾਲ ਪਿਆਰਾ ਸਿੰਘ ਕੁੱਦੋਵਾਲ ਜੀ ਨੇ, ਸਾਡੇ ਜਿਹੜੇ ਚੀਫ ਐਡਵਾਈਜ਼ਰ ਨੇ, ਸੁਜੀਤ ਕੌਰ ਜੀ ਨੇ ਸਰਪ੍ਰਸਤ ਨੇ, ਅਮਨਵੀਰ ਸਿੰਘ ਧਾਮੀ ਨੇ ਜਨਰਲ ਸਕੱਤਰ ਨੇ, ਡਾਕਟਰ ਬਲਜੀਤ ਕੌਰ ਰਿਆੜ ਸਾਡੇ ਨਾਲ ਇੱਥੇ ਮੌਜੂਦ ਨੇ, ਉਹ ਸਾਡੇ ਮੀਤ ਪ੍ਰਧਾਨ ਨੇ, ਡਾਕਟਰ ਪ੍ਰੋਫੈਸਰ ਕੁਲਜੀਤ ਕੌਰ ਨੇ ਜਿਹੜੇ ਉਹ ਸਾਡੇ ਸੀਨੀਅਰ ਮੀਤ ਪ੍ਰਧਾਨ ਨੇ, ਰਾਜਪੀਰ ਕੌਰ ਗਰੇਵਾਲ ਜੀ ਵੀ ਸਾਡੇ ਨਾਲ ਇੱਥੇ ਮੌਜੂਦ ਨੇ, ਜਨਰਲ ਸਕੱਤਰ ਨੇ ਸਾਡੇ, ਦੀਪ ਕੁਲਦੀਪ ਮੀਤ ਪ੍ਰਧਾਨ ਨੇ, ਪ੍ਰੋਫੈਸਰ ਨਵਰੂਪ ਕੌਰ ਮੀਤ ਪ੍ਰਧਾਨ ਨੇ, ਵਿਜੇਤਾ ਭਾਰਦਵਾਜ ਵੀ ਸਾਡੇ ਮੀਤ ਪ੍ਰਧਾਨ ਨੇ। ਤੇ ਸਾਡੇ ਨਾਲ ਹੁਣ ਮੇਰੇ ਖਿਆਲ ਮੇਜਰ ਨਾਗਰਾ ਜੀ ਵੀ ਜੁੜ ਚੁੱਕੇ ਨੇ, ਤੇ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਤੇ ਗੁਰਵਿੰਦਰਜੀਤ ਸਿੰਘ ਗਿੱਲ ਜੀ ਨੇ, ਸੁਰਿੰਦਰ ਦਮਦਮੀ ਨੇ, ਪੁਸ਼ਪਿੰਦਰ ਜੀ, ਨਿਰਮਲ ਕੌਰ ਕੋਟਲਾ ਜੀ, ਡਾਕਟਰ ਨੈਬ ਸਿੰਘ ਮੰਦੇਰ ਜੀ, ਰਾਜਪੀਰ ਕੌਰ ਗਰੇਵਾਲ ਜੀ, ਮਨਮੋਹਨ ਸਿੰਘ ਜੀ, ਡਾਕਟਰ ਰਾਜਬੀਰ ਕੌਰ, ਇਹਨਾਂ ਸਾਰਿਆਂ ਦਾ ਸਵਾਗਤ ਹੈ। ਬਾਕੀ ਅਗਲੀ ਲਿਸਟ ਜਿਹੜੀ ਹੈ ਅਸੀਂ ਅਗਲੇ ਬੁਲਾਰੇ ਤੋਂ ਬਾਅਦ ਸਾਰਿਆਂ ਦਾ ਸਵਾਗਤ ਕਰਾਂਗੇ ਜੀ। ਤੇ ਹੁਣ ਮੈਂ ਮੇਜਰ ਨਾਗਰਾ ਪਹੁੰਚੇ ਨੇ ਤੇ ਮੈਂ ਜ਼ਰੂਰ ਉਹਨਾਂ ਨੂੰ ਕਵਾਂਗੀ ਕਿ ਉਹ ਹੀ ਅੱਜ ਦੀ ਕਾਵਿ ਮਿਲਨੀ ਦੇ ਵਿੱਚ ਆਪਣੀ ਜਿਹੜਾ ਯੋਗਦਾਨ ਪਾਣਾ ਕਿਸ ਤਰੀਕੇ ਨਾਲ ਪਾਣਗੇ। ਤੇ ਉਹਨਾਂ ਨਾਲ ਮੇਰੀ ਗੱਲ ਹੋਈ ਸੀ ਤੇ ਉਹ ਕਹਿੰਦੇ ਸੀ ਕਿ ਮੈਂ
ਆਪਣੀ ਇੰਟਰੋਡਕਸ਼ਨ ਆਪ ਦੇਣ ਦੇ ਵਿੱਚ ਬਹੁਤ ਐਗਰੀ ਕਰਦਾ, ਤੇ ਮੈਂ ਉਹਨਾਂ ਨੂੰ ਕਹਾਂਗੀ ਕਿ 3 ਤੋਂ 5 ਮਿੰਟ ਦਾ ਤੁਹਾਡੇ ਕੋਲ ਟਾਈਮ ਹੈ ਜੀ, ਤੇ ਤੁਸੀਂ ਉਹਦੇ ਵਿੱਚ ਆਪਣੀ ਇੰਟਰੋਡਕਸ਼ਨ ਦਿਓ, ਤੇ ਤੁਸੀਂ ਆਪਣੀ ਇੱਕ ਪੋਇਟਰੀ ਕੋਈ ਵੀ ਜਿਹੜੀ ਹੈ ਸਾਡੇ ਨਾਲ ਕਵਿਤਾ, ਗਜ਼ਲ, ਨਜ਼ਮ। ਅੱਜ ਦਾ ਜਿਹੜਾ ਪ੍ਰੋਗਰਾਮ ਹੈ, ਤੁਸੀਂ ਥੋੜਾ ਲੇਟ ਹੋਏ ਹੋ, ਤੇ ਇਸ ਕਰਕੇ ਹੈ ਉਹ ਅਧਿਆਪਕ ਦਿਵਸ ਨੂੰ ਸਮਰਪਿਤ ਹੈ, ਤੇ ਅਗਰ ਤੁਸੀਂ ਨਹੀਂ ਵੀ ਉਹਦੇ ਤੇ ਬੋਲਣਾ ਚਾਹੁੰਦੇ ਤੇ ਤੁਹਾਨੂੰ ਖੁੱਲਾ ਹੈ ਕਿ ਸਦਾ ਹੈ ਕਿ ਜਿਸ ਚੀਜ਼ ਤੇ ਮਰਜ਼ੀ ਤੁਸੀਂ ਕੁਝ ਪੜ੍ਹ ਸਕਦੇ ਹੋ। ਜੀ ਮੈਂ ਜਨਾਬ ਬਹੁਤ ਬਹੁਤ ਮਿਹਰਬਾਨੀ ਜੀ ਸਭ ਤੋਂ ਪਹਿਲਾਂ, ਔਰ ਬਿਲਕੁਲ ਕਿਉਂ ਨਹੀਂ ਬੋਲਾਂਗਾ ਜੀ ਅਧਿਆਪਕ ਦਿਵਸ ਦੇ ਉੱਤੇ, ਕਿਉਂਕਿ ਅਧਿਆਪਕ ਕਿਸੇ ਵੀ ਕੌਮ ਦਾ ਉਹ ਸਰਮਾਇਆ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਵਜਨ ਹੁੰਦਾ ਹੈ, ਜਿਨ੍ਹਾਂ ਦੀ ਇਹ ਜ਼ਿੰਮੇਵਾਰੀ ਹੁੰਦੀ ਹੈ ਕਿ ਉਹਨਾਂ ਨੇ ਇੱਕ ਥੰਮ ਜਿਹੜਾ ਜੀ ਐਜੂਕੇਸ਼ਨ ਵਾਲਾ ਉਸਨੂੰ ਸੰਭਾਲਣਾ ਹੁੰਦਾ। ਸੋ ਤੁਸੀਂ ਸਾਰੇ, ਮੈਨੂੰ ਪਤਾ ਹੈ ਬਹੁਤੇ ਜ਼ਿਆਦਾ ਬਹੁਤੇ ਤੁਸੀਂ ਅਧਿਆਪਕ ਕਿੱਤੇ ਨਾਲ ਜੁੜੇ ਰਹੇ ਹੋ, ਔਰ ਮੈਨੂੰ ਵੀ ਇਹ ਸੁਭਾਗ ਪ੍ਰਾਪਤ ਹੋਇਆ ਕਿ ਜਦੋਂ ਮੈਂ ਆਪਣੀ ਮਾਸਟਰਸ ਕੀਤੀ ਸੀ ਐਜੂਕੇਸ਼ਨ 'ਚ, ਤਾਂ ਕੁਝ ਸਮਾਂ ਮੈਂ ਵੀ ਪੜ੍ਹਾਇਆ ਹੈ ਕੈਨੇਡਾ 'ਚ ਮੂਵ ਹੋਣ ਤੋਂ ਪਹਿਲਾਂ। ਸੋ ਮੈਂ ਸਿੱਧਾ ਆਵਾਂਗਾ ਕਿ ਕੈਨੇਡਾ ਦੇ ਵਿੱਚ ਜਿਹੜੀ ਮੇਰੀ ਕਾਰਜ ਭੂਮੀ ਆ ਉਹ ਸ਼ਾਇਦ ਅਧਿਆਪਨ ਨਹੀਂ ਹੈ, ਉਹ ਵੱਖਰੀ ਹੈ। ਮਨੁੱਖੀ ਆਲਣਿਆਂ ਨੂੰ ਵੇਚਣ ਤੇ ਖਰੀਦਣ ਦਾ ਤੇ ਉਹਨਾਂ ਨੂੰ ਦੇਣ ਦਾ ਮੇਰਾ ਕੰਮ ਹੈ। ਤੋ ਮੈਂ ਆਪਣੀ ਕਵਿਤਾ ਦੇ ਨਾਲ ਹਾਜ਼ਰ ਲਾਉਣੀ ਚਾਹਾਂਗਾ। ਅਕਸਰ ਇਹ ਪੁੱਛਿਆ ਜਾਂਦਾ ਹੈ, ਜਿਨ੍ਹਾਂ ਨੇ ਸੁਣੀ ਹੋਏਗੀ ਪਹਿਲਾਂ ਤਾਂ ਮੈਂ ਉਹਨਾਂ ਤੋਂ ਮਾਫੀ ਚਾਹਾਂਗਾ, ਪਰ ਮੈਨੂੰ ਲੱਗਦਾ ਹੈ ਬਹੁਤ ਸਾਰੇ ਹੋਰ ਨਵੇਂ ਸਾਡੇ ਦੋਸਤ ਜੁੜੇ ਹਨ। ਪੁੱਛਦੇ ਹੋ ਕਿ ਮੈਂ ਨਾ ਚੀਜ਼ ਹਾਂ ਕੀ ਚੀਜ਼, ਮੇਰਾ ਤਾਰਫ ਤੁਸੀਂ ਰਿੰਟੂ ਜੀ ਕਿਹਾ ਸੀ ਕਰਾਉਣ ਨੂੰ ਖੁਦ। ਸੋ ਪੁੱਛਦੇ ਹੋ ਕਿ ਮੈਂ ਨਾ ਚੀਜ਼ ਹਾਂ ਕੀ ਚੀਜ਼, ਨਹੀਂ ਕਿਸੇ ਮੈਂ ਕੰਮ ਦੀ ਚੀਜ਼, ਰਤਾ ਨਹੀਂ ਹੈ ਮੈਨੂੰ ਤਮੀਜ਼, ਫਿਰ ਵੀ ਮੈਂ ਨਾ ਚੀਜ਼ ਹਾਂ ਇੱਕ ਚੀਜ਼। ਫਲ ਤੋਂ ਨਿਕਲੇ ਵਾਂਗ ਇੱਕ ਬੀਜ, ਚੀਜ਼ ਤੋਂ ਜੰਮੀ ਮੈਂ ਹਾਂ ਚੀਜ਼, ਜਾਂਦਾ ਝੱਟ ਹੈ ਜੋ ਪਸੀਜ਼, ਦਿਲ ਨਾ ਚੀਜ਼ ਦਾ ਹੈ ਉਹ ਚੀਜ਼। ਮੇਰੇ ਪੈਰ ਦੁਨੀਆ ਦੀ ਸੈਰ ਦੀ ਚੀਜ਼, ਅੱਖਾਂ ਵੇਖਣ ਲਈ ਲੱਖਾਂ ਦੀ ਚੀਜ਼, ਹੱਥ ਹਰ ਕੰਮ ਸਮਰੱਥ ਹੋਣ ਦੀ ਚੀਜ਼, ਅੰਗਾਂ ਸੰਗ ਮੈਂ ਬਣਿਆ ਨਾ ਚੀਜ਼, ਵਿੱਚ ਦੁਨੀਆ ਮੈਂ ਘੁੰਮਦੀ ਚੀਜ਼, ਹੱਸਦੀ ਰੋਂਦੀ ਨੱਚਦੀ ਟੱਪਦੀ ਗਾਉਂਦੀ ਗੀਤ, ਲੱਭਦੀ ਫਿਰਾਂ ਸੁਹਿਰਦ ਮੀਤ ਨੂੰ, ਹਰ ਦਹਲੀਜ ਉਡੀਕ ਰਿਹਾ ਹਾਂ ਆਪਣੀ ਪ੍ਰੀਤ ਨੂੰ, ਨਾਲ ਮੈਂ ਨੀਜ। ਪੁੱਛਦੇ ਹੋ ਕਿ ਮੈਂ ਨਾ ਚੀਜ਼ ਹਾਂ ਕੀ ਚੀਜ਼, ਹਰ ਚੀਜ਼ ਨੂੰ ਖਾਂਦੀ ਮੈਂ ਇੱਕ ਚੀਜ਼, ਨਿਤ ਜੰਮਦੀ ਨਿਤ ਮਰਦੀ ਚੀਜ਼, ਜੀਣ ਦੀ ਫਿਰ ਵੀ ਵੱਧਦੀ ਰੀਝ, ਅਰਮਾਨਾ ਭਰੀ ਮੈਂ ਹਾਂ ਉਹ ਚੀਜ਼। ਕੀ ਪੁੱਛਦੇ ਹੋ ਕਿ ਮੈਂ ਨਾ ਚੀਜ਼ ਹਾਂ ਕੀ ਚੀਜ਼। ਚੀਜ਼ ਕੋਲ ਆਖਰੀ ਹੈ ਜੀ ਬਸ, ਚੀਜ਼ ਕੋਲ ਮੈਂ ਚੀਜ਼ ਲਈ ਇੱਕ ਵਿਕਦੀ ਚੀਜ਼, ਦੁਨੀਆ ਦੀ ਪੱਠੀ ਦੇ ਵਿੱਚ ਸਿੱਕਦੀ ਚੀਜ਼, ਦੁੱਖ ਤਕਲੀਫਾਂ ਦੀ ਬਣੀ ਮੈਂ ਇੱਕ ਚੀਜ਼, ਰੁਲਦੀ ਫਿਰਾਂ ਮੈਂ ਵਿੱਚ ਚੀਜ਼ਾਂ ਦੇ ਇੱਕ ਨਾ ਚੀਜ਼। ਕੀ ਦੱਸਾਂ ਕਿ ਮੈਂ ਨਾ ਚੀਜ਼ ਹਾਂ ਕੀ ਚੀਜ਼, ਨਹੀਂ ਕਿਸੇ ਮੈਂ ਕੰਮ ਦੀ ਚੀਜ਼, ਹੋਂਦ ਮੇਰੀ ਹੈ ਬਸ ਇੱਕ ਬੀਜ, ਬਿਨ ਉਸ ਚੀਜ਼ ਮੈਂ ਨਾ ਚੀਜ਼ ਰਹਾ ਨਾ ਚੀਜ਼। ਬਹੁਤ ਬਹੁਤ ਧੰਨਵਾਦ ਜੀ। ਵਾਹ ਵਾਹ ਵਾਹ, ਕਮਾਲ। ਨਾਗਰਾ ਸਾਹਿਬ ਤੁਸੀਂ ਤੇ ਪੂਰੀ ਜਿਹੜੀ ਇੰਟਰੋਡਕਸ਼ਨ ਹੈ ਨਾ ਜਿਹੜੀ ਸਾਰੀ, ਉਹ ਆਪਣੀ ਕਵਿਤਾ ਦੇ ਵਿੱਚ, ਤਾਂ ਹੀ ਮੈਨੂੰ ਤੁਸੀਂ ਕਿਹਾ ਸੀ ਕਿ ਮੈਂ ਇੰਟਰੋਡਕਸ਼ਨ ਮੈਂ ਆਪਣੀ ਆਪ ਦਿਆਂਗਾ, ਤੇ ਬਹੁਤ ਖੂਬ ਬਹੁਤ ਵਧੀਆ, ਬਹੁਤ ਤੁਹਾਡੀ ਸੁਣ ਵਧੀਆ ਹਾਜ਼ਰੀ ਲੱਗੀ। ਬਹੁਤ ਵਧੀਆ ਨਾਗਰਾ ਸਾਹਿਬ, ਬਹੁਤ ਥੈਂਕ ਯੂ ਜੀ ਕਦਵਾਲ ਸਾਹਿਬ, ਥੈਂਕ ਯੂ ਸੁਰਜੀਤ ਭੈਣ ਜੀ, ਰਮਿੰਦਰ ਵਾਲੀਆ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਸੋਚਿਆ ਮੈਂ ਮਿਊਟ ਹਾਂ, ਬਹੁਤ ਅੱਛਾ ਲੱਗਿਆ ਤੁਹਾਨੂੰ ਅੱਜ ਐਜ਼ ਏ ਕਵੀ ਵੀ ਸੁਣ ਕੇ। ਪੜ੍ਹਿਆ ਤੇ ਸੀ ਤੁਹਾਨੂੰ ਤੁਹਾਡੀ ਕਵਿਤਾ, ਪਰ ਅੱਜ ਸੁਣ ਵੀ ਲਈ, ਬਹੁਤ ਵਧੀਆ ਲੱਗੀ। ਥੈਂਕ ਯੂ ਜੀ, ਥੈਂਕ ਯੂ ਕੁਲਦੀਪ ਜੀ, ਤੁਹਾਡਾ ਵੀ, ਜਿਨ੍ਹਾਂ ਨੂੰ ਮੈਂ ਜਾਣਦਾ ਉਹਨਾਂ ਦੇ ਨਾਂ ਲੈ ਸਕਦਾ, ਸੋ ਧੰਨਵਾਦ ਤੁਹਾਡਾ ਵੀ। ਥੈਂਕ ਯੂ। ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਬਹੁਤ ਵਧੀਆ ਨਾਗਰਾ ਸਾਹਿਬ। ਹਾਂਜੀ, ਆਲਵੇਜ਼ ਰਿੰਟੂ ਪਾਟੀ ਜੀ, ਆਲਵੇਜ਼ ਤੁਹਾਨੂੰ ਪਤਾ ਹੀ ਹੈ ਜੀ, ਅਸੀਂ ਤੇ ਸਿਰਫ ਉਹ ਹੈ ਕਿ ਹਾਕ ਮਾਰਨ ਦੀ ਲੋੜ ਹੈ ਸਾਨੂੰ, ਅਸੀਂ ਹਾਜ਼ਰ ਹੋਈ ਦਾ ਕੋਸ਼ਿਸ਼ ਕਰੀਦੀ ਹੈ। ਥੈਂਕ ਯੂ, ਥੈਂਕਸ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਐ ਖੁਦਾ ਤੇਰੀ ਖੁਦਾਈ, ਐ ਖੁਦਾ ਤੇਰੀ ਖੁਦਾਈ, ਹੁੰਦੀ ਸੀ ਕਿੱਥੇ ਗਈ, ਬੰਦੇ ਦੀ ਹੋਈ ਦੁਨੀਆ ਉਹ ਤੇਰੀ ਕਿੱਥੇ ਗਈ। ਤੇ ਮੇਰੀ ਮੁਰਾਦ ਜਿਹੜੀ ਹੈ, ਨੈਣ ਵਰਕੇ ਤੇਰੇ, ਛੱਡ ਕਾਗਜ਼ੀ ਰਸਮ, ਹੈ ਸਿਆਹੀ ਦੀ ਚੀਜ਼, ਡੋਬ ਦਿਲ ਚ ਕਲਮ। ਤੇ ਮੇਰੀ ਮੁਰਾਦ ਬਿਕਰਮ ਸਿੰਘ ਸੋਹੀ ਜੀ ਸਾਡੇ ਨਾਲ ਨੇ। ਜੀ ਸਤਿ ਸ਼੍ਰੀ ਅਕਾਲ ਜੀ।
ਬਿਲਕੁਲ ਬਿਕਰਮ ਸਿੰਘ ਸੋਈ ਜੀ ਸਾਡੇ ਨਾਲ USA ਤੋਂ ਸਾਡੇ ਨਾਲ ਜੁਆਇਨ ਕੀਤਾ। ਦੇਖੋ ਖਿੜਕੀਆਂ ਦਾ ਕਿੰਨਾ ਵਧੀਆ ਹੈ ਨਾ ਕਿ ਇਹ ਛੋਟੇ ਛੋਟੇ ਖਿੜਕੀਆਂ ਦੇ ਵਿੱਚ ਅਸੀਂ ਇੰਟਰਨੈਸ਼ਨਲੀ ਸਾਰੇ, ਕੋਈ ਇੰਡੀਆ ਤੋਂ ਹੈ, ਕੋਈ ਇਟਲੀ ਤੋਂ ਹੈ, ਕੋਈ ਅਮਰੀਕਾ ਤੋਂ ਹੈ, ਤੇ ਅਸੀਂ ਕੈਨੇਡਾ 'ਚ ਬੈਠੇ ਤੁਹਾਡੇ ਨਾਲ ਸਾਰੇ ਜਿਹੜੀ ਹੈ ਗੱਲਬਾਤ ਕਰ ਰਹੇ ਹਾਂ। ਤੇ ਇਹਨਾਂ ਦੀਆਂ ਸਰਦਲਾਂ, ਪਲਾਸ਼ ਤੇ ਪੱਤੇ ਆਪਣੀ ਦੇ 3 ਕਿਤਾਬਾਂ ਨੇ, ਤੇ ਮੈਂ ਬੜੇ ਅਦਬ ਸਤਿਕਾਰ ਦੇ ਨਾਲ ਬਿਕਰਮ ਸਿੰਘ ਸੋਈ ਜੀ ਨੂੰ ਕਵਾਂਗੀ ਕਿ ਉਹ ਅੱਜ ਦੀ ਕਾਵਿ ਮਿਲਨੀ ਦੇ ਵਿੱਚ ਆਪਣੀ ਹਾਜ਼ਰੀ ਲਗਾਉਣ। ਜੀ ਬਿਕਰਮ ਸਿੰਘ ਸੋਈ। ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਮੈਂ ਆਪਣੀ ਕਿਤਾਬ, ਤੀਸਰੀ ਕਿਤਾਬ ਜਿਹੜੀ ਸਰਦਲਾਂ, ਉਹਦੇ ਵਿੱਚੋਂ ਆਪਣੀ ਇੱਕ ਰਚਨਾ ਸੁਣਾਉਣਾ। ਉਹ ਹੈਗੀ ਹੈ ਖੀਵੀ ਸਰਦਲ। ਜੀ। ਸਖੀਏ ਇੱਕ ਜਗਦੀ ਬੀਹੀ, ਅੱਗੇ ਇੱਕ ਸਰਦਲ ਖੀਵੀ, ਲੰਘ ਜਾ ਸਿਰ ਕੱਜ ਕੇ ਤੂੰ, ਚਾਨਣ ਦਾ ਚਸ਼ਮਾ ਅੰਦਰ, ਚਾਨਣ ਹੋ ਰੱਜ ਕੇ ਤੂੰ। ਵਾਹ ਜੀ ਵਾਹ। ਸਖੀਏ ਨੀ ਵੇਚ ਵੱਟ ਕੇ, ਸਖੀਏ ਨੀ ਵੇਚ ਵੱਟ ਕੇ, ਉਮਰਾਂ ਦੀ ਖੱਟੀ ਖੱਟ ਕੇ, ਤੁਰ ਭਾਜ ਤੜਕੇ ਨੀ, ਇੱਦਾਂ ਦਾ ਰਾਜ ਭਾਗਤਾ ਮਿਲਦਾ ਮਰ ਕੇ ਨੀ। ਹਾਂ ਚੱਲੇ ਚੱਲਦਾ ਉੱਥੇ ਕਿਤੇ। ਹਾਂਜੀ ਹਾਂਜੀ ਚਲੋ। ਜੀ। ਸਖੀਏ ਇੱਕ ਤਾਰਾ ਵੱਜੇ, ਸਖੀਏ ਇੱਕ ਤਾਰਾ ਵੱਜੇ, ਦਮਾਂ ਦਾ ਖੱਬੇ ਸੱਜੇ, ਕੰਨਾਂ ਨੂੰ ਕੱਜੇ ਜੇ, ਫਿਰ ਵੀ ਨਾ ਸੁਣਨੋਂ ਹਟਦਾ, ਦਮਾਂ ਨਾ ਲੱਜੇ ਜੇ। ਸਖੀਏ ਇੱਕ ਤਾਰਾ ਵੱਜੇ, ਦਮਾਂ ਦਾ ਖੱਬੇ ਸੱਜੇ, ਕੰਨਾਂ ਨੂੰ ਕੱਜੇ ਜੇ, ਫਿਰ ਵੀ ਨਾ ਸੁਣਨੋਂ ਹਟਦਾ, ਦਮਾਂ ਨਾ ਲੱਦੇ ਜੇ। ਸਖੀਏ ਬਸ ਬਾਤ ਬਤੌਲੀ, ਪਿੰਡੇ ਜੋ ਅਗਨੀ ਮੌਲੀ, ਸਖੀਏ ਬਸ ਬਾਤ ਬਤੌਲੀ, ਪਿੰਡੇ ਜੋ ਅਗਨੀ ਮੌਲੀ, ਮਿਰਗਾ ਦੀਆਂ ਚੁੰਗੀਆਂ ਨੇ, ਇਹਨਾਂ ਦੁਪਹਿਰਾਂ ਨੂੰ ਵੀ ਸ਼ਾਮਾਂ ਤਾਂ ਹੁੰਦੀਆਂ ਨੇ। ਸਖੀਏ ਮਿੱਟੀ ਦੇ ਕਿਣਕੇ, ਸਖੀਏ ਮਿੱਟੀ ਦੇ ਕਿਣਕੇ, ਖਬਰੇ ਕਿੰਜ ਪੂਰਾ ਮਿਣ ਕੇ, ਨਕਸ਼ਾਂ ਵਿੱਚ ਰਲਦੇ ਨੇ, ਸਦੀਆਂ ਦੇ ਗੁੰਮੇ ਮੁਖੜੇ ਸ਼ਕਲਾਂ ਵਿੱਚ ਢਲਦੇ ਨੇ। ਸਖੀਏ ਆ ਮੁੰਜਰਾਂ ਫੁੱਟੀਆਂ, ਕਿੰਨੇ ਆ ਮਲ ਕੇ ਸੁੱਟੀਆਂ, ਸਖੀਏ ਆ ਮੁੰਜਰਾਂ ਫੁੱਟੀਆਂ, ਕਿੰਨੇ ਆ ਮਲ ਕੇ ਸੁੱਟੀਆਂ, ਬਹੁਤੇ ਹੀ ਸ਼ਾਤਰ ਨੀ, ਸਰਗੀ ਨੂੰ ਕੰਜਕਾਂ ਪੂਜਣ, ਕੁੱਖਾਂ ਦੇ ਕਾਤਲ ਨੀ। ਸਖੀਏ ਗੱਲ ਦਿਲ ਦੀ ਦੱਸਾਂ, ਸਖੀਏ ਗੱਲ ਦਿਲ ਦੀ ਦੱਸਾਂ, ਰੁੱਤਾਂ ਨੂੰ ਪੁਣ ਪੁਣ ਰੱਖਾਂ, ਦੇਸਾਂ ਦੇ ਰਾਜੇ ਨੀ, ਸਾਡਾ ਤਾਂ ਚੁੱਲ੍ਹਾ ਚੌਂਕਾ ਕੱਲ ਰਾਤੀ ਖਾ ਗਏ ਨੇ। ਸਖੀਏ ਤੂੰ ਚੁੱਪ ਕਰ ਐਵੇਂ, ਸਖੀਏ ਤੂੰ ਚੁੱਪ ਕਰ ਐਵੇਂ, ਚੰਗਾ ਨਾ ਨਜ਼ਰੀ ਪੈਵੇਂ, ਬੁੱਲ ਚੰਗੇ ਮੀਚੇ ਨੀ, ਇੱਥੋਂ ਦੇ ਰਾਜੇ ਰੱਖਣ ਜੀਬਾਂ ਦੇ ਗਲੀਚੇ ਨੀ। ਸਖੀਏ ਤੂੰ ਚੁੱਪ ਕਰ ਐਵੇਂ, ਚੰਗਾ ਨਾ ਨਜ਼ਰੀ ਪੈਵੇਂ, ਬੁੱਲ ਚੰਗੇ ਮੀਚੇ ਨੀ, ਇੱਥੋਂ ਦੇ ਰਾਜੇ ਰੱਖਣ ਜੀਬਾਂ ਦੇ ਗਲੀਚੇ ਨੀ। ਸਖੀਏ ਬਸ ਓਲਾ ਹੀ ਹੈ, ਰਾਖਾ ਬਸ ਮੌਲਾ ਹੀ ਹੈ, ਟਿੱਬਿਆਂ ਦਾ ਰੁੱਖਾਂ ਦਾ, ਗੁੰਨ ਗੁੰਨ ਕੇ ਬਣਿਆ ਬੰਦਾ, ਝੂਠਾਂ ਦਾ ਸੱਚਾਂ ਦਾ। ਸੋ ਇਹ ਮੇਰੇ ਕੋਲ ਥੋੜਾ ਜਿਹਾ ਟਾਈਮ ਹੋਰ ਹੈਗਾ ਤਾਂ ਮੈਂ ਸੁਣਾ ਸਕਦਾ ਕੁਝ ਹੋਰ। ਛੋਟੀ ਜੀ ਕੋਈ ਇੱਕ ਹਾਂਜੀ ਚਲੋ। ਮੈਂ ਪ੍ਰਵਾਸ ਜਿਵੇਂ ਹੁੰਦਾ ਇਨਸਾਨਾਂ ਦਾ, ਇੱਦਾਂ ਕੌਮਾਂ ਦਾ ਪ੍ਰਵਾਸ ਵੀ ਹੁੰਦਾ। ਤੇ ਮੈਂ ਇੱਕ ਆਪਣੇ ਨਾਨਾ ਜੀ ਸਰਦਾਰ ਇਕਬਾਲ ਸਿੰਘ ਮੱਲੀ, ਉਹਨਾਂ ਨੂੰ ਬੜੀ ਮੁਹੱਬਤ ਨਾਲ ਆਪਣੇ ਦੇਸ਼ ਸਿਆਲਕੋਟ ਬਾਰੇ ਗੱਲਾਂ ਕਰਦਾ ਸੁਣਿਆ। ਤੇ ਉਹ ਕਾਫੀ ਵੈਸੇ ਲੰਮਾ, ਪਰ ਮੈਂ ਕੁਛ ਤੁਹਾਨੂੰ ਉਹ 'ਚੋਂ ਲਾਈਨਾਂ ਸੁਣਾਊਂਗਾ ਜੀ। ਉਹ ਹੈ, ਤੇਰਾ ਪੂਰਾ ਸੀ ਪੰਜਾਬ, ਕੋਈ ਪਾਕ ਲਈ ਬੈਠਾ ਕਿਸੇ ਹਿੰਦ ਮੱਲਿਆ, ਕੋਈ ਪਾਕ ਲਈ ਬੈਠਾ ਕਿਸੇ ਹਿੰਦ ਮੱਲਿਆ, ਤੇਰਾ ਪੂਰਾ ਸੀ ਪੰਜਾਬ ਅੱਧਾ ਹੋਇਆ ਚੱਲਿਆ, ਤੇਰਾ ਪੂਰਾ ਸੀ ਪੰਜਾਬ ਟੋਟੇ ਹੋਇਆ ਚੱਲਿਆ। ਇੰਨਾ ਵੰਡਣੇ ਸੀ ਰੱਬ, ਇੰਨਾ ਬੁੱਲਾ ਵੰਡਤਾ, ਇੰਨਾ ਵੰਡਣੇ ਸੀ ਰੱਬ, ਇੰਨਾ ਬੁੱਲਾ ਵੰਡਤਾ, ਤੇਰਾ ਸਾਗ ਵਾਲਾ ਕੁੱਜਾ, ਤੇਰਾ ਚੁੱਲ੍ਹਾ ਵੰਡਤਾ। ਤੇਰੇ ਵਾਰਸਾਂ ਦੀ ਹੀਰ ਸਰਹੱਦ ਤੇ ਮਿਲੀ, ਕਹਿੰਦੀ ਹਿੰਦੂਆਂ ਨਾ ਸਿੱਖ ਨਾ ਕੁਰਾਨ ਮੈਂ ਪੜ੍ਹੀ, ਮੇਰਾ ਕੋਈ ਨਾ ਮੁਹੱਲਾ ਮੇਰੀ ਕੋਈ ਨਾ ਗਲੀ, ਮੇਰੀ ਇੱਕ ਲੱਤ ਲੈਂਦੇ ਇੱਕ ਚੜ੍ਹਦੇ ਅੜੀ, ਮੇਰੇ ਵਾਰਸ ਆਵੇ ਆ ਕੇ ਮੈਨੂੰ ਲੈ ਜਾ ਚੱਲਿਆ, ਤੇਰਾ ਪੂਰਾ ਸੀ ਪੰਜਾਬ ਟੋਟੇ ਹੋਇਆ ਚੱਲਿਆ।
ਬਹੁਤ ਵਧੀਆ, ਬਹੁਤ ਬਹੁਤ ਇੱਕ ਹੋਰ ਸੁਣਾ ਕੇ ਮੈਂ ਬੰਦ ਕਰ ਦੂੰ ਜੀ। ਇੱਥੇ ਗੁਰਮੁਖੀ ਲੋਕੋ ਮਤਰੇਈ ਹੋ ਗਈ, ਉੱਥੇ ਸ਼ਾਹਮੁਖੀ ਸ਼ਾਹਾਂ ਦੀ ਮੁੱਦਈ ਹੋ ਗਈ, ਗੱਲ ਮੁੱਕਦੀ ਆ ਇੱਥੇ ਯਹੀ ਤਈ ਹੋ ਗਈ, ਹੁਣ ਬੁੱਲਿਆ ਮਸੀਹਾ ਬਣ ਆਈ ਇੱਕ ਵਾਰ, ਫਿਰ ਘੁੰਗਰੂ ਚ ਕਾਇਨਾਤ ਪਾਈ ਇੱਕ ਵਾਰ, ਫਿਰ ਵਜਦਾਂ ਚ ਆ ਕੇ ਕਦੀ ਗਾਈ ਇੱਕ ਵਾਰ, ਜਾਏ ਅਨਹਦ ਨਾਦ ਵੱਜ ਵੱਜ ਹੱਲਿਆ, ਤੇਰਾ ਪੂਰਾ ਸੀ ਪੰਜਾਬ ਟੁੱਟੇ ਹੋਇਆ ਚੱਲਿਆ। ਕਿਆ ਬਾਤ ਹੈ, ਬਹੁਤ ਬਹੁਤ ਖੂਬ, ਬਹੁਤ ਖੂਬ, ਬਹੁਤ ਸੋਹਣਾ, ਬਹੁਤ ਵਧੀਆ, ਬਹੁਤ ਵਧੀਆ ਵਿਕਰਮ ਸਿੰਘ ਜੀ, ਬਹੁਤ ਵਧੀਆ ਵਿਕਰਮ, ਬਹੁਤ ਸੋਹੀ ਸਾਹਿਬ, ਬਹੁਤ ਵਧੀਆ ਕਵਿਤਾ ਜੀ, ਬਹੁਤ ਸੋਹਣੀ। ਤੇ ਮੈਨੂੰ ਹੁਣੇ ਪਤਾ ਲੱਗਾ ਹੈ ਕਿ ਵਿਕਰਮ ਸਿੰਘ ਦਾ ਅੱਜ ਬਰਥਡੇ ਹੈ ਤੇ ਅਸੀਂ ਆਪਣੀ ਰਾਸ਼ਟਰੀ ਸਾਹਿਤਕ ਸਾਂਝਾ ਵੱਲੋਂ ਤੇ ਪੰਜਾਬ ਸਾਹਿਤ ਅਕੈਡਮੀ ਵੱਲੋਂ ਤੁਹਾਨੂੰ ਹੈਪੀ ਬਰਥਡੇ, ਬਹੁਤ ਬਹੁਤ ਜੀ, ਥੈਂਕ ਯੂ, ਬਹੁਤ ਹੈਪੀ ਬਰਥਡੇ ਜੀ, ਹੈਪੀ ਬਰਥਡੇ, ਬਹੁਤ ਬਹੁਤ ਜਨਮ ਦਿਨ ਦੀਆਂ ਮੁਬਾਰਕਾਂ। ਜੁਗ ਜੁਗ ਜੀਓ, ਸੋਹਣੀਆਂ ਕਵਿਤਾਵਾਂ ਏਦਾਂ ਹੀ ਲਿਖਦੇ ਰਹੋ। ਲਿਖੋ, ਬਹੁਤ ਸੋਹਣੀ ਕਵਿਤਾ, ਬਹੁਤ ਸੋਹਣੀ ਕਵਿਤਾ। ਮੁਬਾਰਕਾਂ ਜੀ ਜਨਮ ਦਿਨ ਦੀਆਂ। ਤੁਸੀਂ ਪੜ੍ਹ ਰਹੇ ਸੀ ਤੇ ਮੈਨੂੰ ਸੁਰਜੀਤ ਕੌਰ ਜੀ ਦੀਆਂ ਮਤਲਬ ਨਾ ਉਹ ਫੀਲ ਆ ਰਹੀ ਸੀ ਕਿ ਜਿੱਦਾਂ ਸੁਰਜੀਤ ਜੀ ਲਿਖਦੇ ਰਹੇ ਨਾ, ਵਿਸਮਾਦ ਨਾਲ ਭਰੀਆਂ ਹੋਈਆਂ ਕਵਿਤਾਵਾਂ, ਤੇ ਉਹ ਜਿਸ ਹਿਸਾਬ ਨਾਲ ਤੁਸੀਂ ਪੜ੍ਹ ਰਹੇ ਸੀ ਪਹਿਲੀ ਸਰਦੁੱਲਾਂ ਚੋਂ ਜੀ, ਬਹੁਤ ਸ਼ੁਕਰੀਆ। ਤੇ ਹੁਣ ਅਸੀਂ ਅੱਗੇ ਚੱਲਦੇ ਹਾਂ ਜੀ। ਸਾਡੇ ਨਾਲ ਵਤਨਵੀਰ ਜ਼ਖਮੀ ਜੀ, ਬਲਜੀਤ ਕੌਰ ਰਿਆੜ ਜੀ, ਨਰਿੰਦਰ ਕੌਰ ਪੱਚੂ ਜੀ, ਡਾਕਟਰ ਨਰਮ ਜੋਸਨ ਜੀ, ਡਾਕਟਰ ਅਮਰਦੀਪ ਜੀ, ਕਮਲਜੀਤ ਜੀ, ਹਰਜੀਤ ਕੌਰ ਗਿੱਲ ਜੀ, ਅਨੂਪਿੰਦਰ ਸਿੰਘ ਜੀ, ਰਵਿੰਦਰ ਭਾਟੀਆ ਜੀ, ਡਾਕਟਰ ਰਵਿੰਦਰ ਭਾਟੀਆ ਜੀ, ਇਹ ਸਾਡੇ ਸਾਰੇ ਅੱਜ ਦੇ ਮਹਿਮਾਨ ਹੀ ਨੇ ਤੇ ਇਹਨਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ ਜੀ, ਬਹੁਤ ਸ਼ੁਕਰੀਆ। ਤੇ ਹੁਣ ਅਸੀਂ ਅੱਗੇ ਚੱਲਦੇ ਹਾਂ ਜੀ। ਸਾਡੇ ਨਾਲ ਨੇ ਸਾਡੀ ਬੜੀ ਪਿਆਰੀ ਜੀ ਸ਼ਖਸੀਅਤ ਵੀ ਹੈ ਤੇ ਬੜੀ ਪਿਆਰੀ ਜੀ ਆਰਟਿਸਟ ਵੀ ਹੈ ਤੇ ਬੜੀ ਪਿਆਰੀ ਜੀ ਸ਼ਾਇਰਾ ਹੈ, ਕੁਲਦੀਪ। ਕੁਲਦੀਪ ਦੇ ਬਾਰੇ ਚ ਮੈਂ ਛੋਟਾ ਜਿਹਾ ਇੱਕ ਛੋਟੀ ਜਿਹੀ ਇੰਟਰੋਡਕਸ਼ਨ ਹੈ ਕਿ ਕੁਲਦੀਪ ਇੱਕ ਬਹੁਪੱਖੀ ਸ਼ਖਸੀਅਤ ਹੈ, ਚੰਡੀਗੜ੍ਹ ਦੇ ਰਹਿਣ ਵਾਲੇ ਨੇ, ਹੁਣ ਕੈਨੇਡਾ ਚ ਰਹਿੰਦੇ ਨੇ, ਪੇਸ਼ੇ ਤੋਂ ਇਮੀਗ੍ਰੇਸ਼ਨ ਸਲਾਹਕਾਰ ਨੇ ਤੇ ਉਹਨਾਂ ਕੋਲ ਕਹਿੰਦੇ ਨਾ, ਫਿਰ ਜਦੋਂ ਇਮੀਗ੍ਰੇਸ਼ਨ ਸਲਾਹਕਾਰ ਹੁੰਦਾ ਤੇ ਉਹਨਾਂ ਕੋਲ ਸ਼ਰਨਾਰਥੀਆਂ ਦੀਆਂ, ਪ੍ਰਵਾਸੀਆਂ ਦੀਆਂ ਬੜੀਆਂ ਮਾਨਸਿਕ ਪ੍ਰੋਬਲਮਸ ਜਿਹੜੀਆਂ ਆਉਂਦੀਆਂ ਨੇ ਤੇ ਉਹ ਉਹਨਾਂ ਨੂੰ ਡੀਲ ਕਰਦੇ ਨੇ ਤੇ ਉਹਨਾਂ ਨੂੰ ਸੁਲਝਾਉਣ ਦੀ ਵੀ ਬਹੁਤ ਕੋਸ਼ਿਸ਼ ਕਰਦੇ ਨੇ। ਉਹ ਇੱਕ ਸਰਟੀਫਾਈਡ ਲਾਈਫ ਸਕਿੱਲਸ ਕੋਚ ਨੇ, ਅੰਤਰਰਾਸ਼ਟਰੀ ਪੱਧਰ ਤੇ ਪ੍ਰਮਾਣਿਤ ਹਿਊਮਨ ਬਿਹੇਵੀਅਰ ਫੈਸਿਲਿਟੇਟਰ ਨੇ। ਕੁਲਦੀਪ ਨੇ ਆਲ ਇੰਡੀਆ ਰੇਡੀਓ ਚੰਡੀਗੜ੍ਹ ਦੇ ਨਾਲ ਇੱਕ ਰੇਡੀਓ ਅਨਾਉਂਸਰ ਦੇ ਰੂਪ ਦੇ ਵਿੱਚ, ਇੱਕ ਅਧਿਆਪਕ ਦੇ ਰੂਪ ਦੇ ਵਿੱਚ, ਇੱਕ ਟੀਵੀ ਐਂਕਰ ਦੇ ਰੂਪ ਚ, ਫਿਲਮ ਅਤੇ ਥੀਏਟਰ ਅਦਾਕਾਰਾ ਵਜੋਂ ਕੰਮ ਕੀਤਾ ਹੈ ਤੇ ਚੰਡੀਗੜ੍ਹ ਦੇ ਵਿੱਚ ਰਹਿੰਦੇ ਹੋਏ ਬੱਚਿਆਂ ਨਾਲ ਥੀਏਟਰ ਵਰਕਸ਼ਾਪਸ ਵੀ ਕੀਤੀਆਂ ਨੇ। ਉਹਨਾਂ ਨੇ ਸਵਰਗੀ ਸ੍ਰੀ ਦਾਰਾ ਸਿੰਘ ਜੀ ਨਾਲ, ਸਵਰਗੀ ਸ੍ਰੀ ਮੇਹਰ ਮਿੱਤਲ ਜੀ ਨਾਲ, ਰਮਾ ਵਿਜ ਨਾਲ ਪੰਜਾਬੀ ਫੀਚਰ ਫਿਲਮ ਦੂਰ ਨਹੀਂ ਨਨਕਾਣਾ ਦੇ ਵਿੱਚ ਕੰਮ ਕੀਤਾ ਹੈ। ਭਾਰਤ ਵਿੱਚ ਵੀ DDI ਲਈ ਦਸਤਾਵੇਜੀ ਡਾਕੂਮੈਂਟਰੀ ਕੀਤੀਆਂ ਨੇ। ਕੈਨੇਡਾ ਦੇ ਵਿੱਚ ਵੀ ਇੱਕ ਬਹੁਤ ਸੱਭਿਆਚਾਰਕ ਮਲਟੀਕਲਚਰ ਅੰਗਰੇਜ਼ੀ ਟੀਵੀ ਕੁਇਜ਼ ਦੀ ਸਹਿ ਹੋਸਟ ਰਹੇ ਨੇ। ਸੰਗਾ ਮੋਸ਼ਨ ਪਿਕਚਰ ਦੇ ਨਾਲ ਛੋਟੀਆਂ ਸ਼ਾਰਟ ਮੂਵੀਜ਼ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਐਜ਼ ਅ ਮੇਨ ਰੋਲ ਉਹਨਾਂ ਨੇ ਕੀਤਾ ਹੀਰੋਇਨ ਦਾ। ਤੇ ਇਕਬਾਲ ਬਰਾੜ ਸਾਹਿਬ ਸਾਡੇ ਇੱਥੋਂ ਦੇ ਜਿਹੜੇ ਸਿੰਗਰ ਨੇ, ਉਹਨਾਂ ਦੇ ਗਾਏ ਹੋਏ ਇੱਕ ਗੀਤ ਦੇ ਵੀਡੀਓ ਦੇ ਵਿੱਚ ਵੀ ਉਹਨਾਂ ਨੇ ਕੰਮ ਕੀਤਾ। ਉਹਨਾਂ ਦੇ ਦੁਆਰਾ ਲਿਖੀ ਹੋਈ ਹਿੰਦੀ ਵਿੱਚ ਇੱਕ ਕਵਿਤਾ ਆਈ ਹੈ, ਅੰਧੇਰੇ ਸਮੇਟ ਕਰ ਦੇਖੋ, ਤੇ ਉਹ ਪਬਲਿਸ਼ ਹੋ ਚੁੱਕੀ ਹੈ। ਤੇ ਹੁਣ ਮੈਂ ਬਾਕੀ ਜਿਹੜੀ ਹੈ ਉਹ ਗੱਲਬਾਤ ਜਿਹੜੀ ਹੈ ਕੁਲਦੀਪ ਜੀ ਆਪ ਹੀ ਸਾਨੂੰ ਦੱਸਣਗੇ ਤੇ ਮੈਂ ਬਹੁਤ ਅਦਬ ਸਤਿਕਾਰ ਦੇ ਨਾਲ ਕੁਲਦੀਪ ਨੂੰ ਕਹੂੰਗੀ ਕਿ ਅੱਜ ਦੀ ਕਾਵਿ ਮੇਲੇ ਦੇ ਵਿੱਚ ਆਪਣੀ ਹਾਜ਼ਰੀ ਲਗਾਉਣ। ਜੀ ਕੁਲਦੀਪ। ਧੰਨਵਾਦ ਰਿੰਟੂ ਜੀ। ਸਭ ਤੋਂ ਪਹਿਲਾਂ ਤੇ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਰਮਿੰਦਰ ਵਾਲੀਆ ਜੀ ਦਾ ਮੈਂ ਬਹੁਤ ਧੰਨਵਾਦ ਕਰਨਾ ਚਾਹੂੰਗੀ ਕਿ ਉਹਨਾਂ ਨੇ ਮੈਨੂੰ ਸੱਦਾ ਦਿੱਤਾ, ਬੁਲਾਇਆ ਤੇ ਮੈਂ ਪਹਿਲੀ ਵਾਰੀ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਰਹੀ ਹਾਂ। ਤਬੀਅਤ ਮੇਰੀ 3-4 ਦਿਨ ਖਰਾਬ ਹੈ, ਰਮਿੰਦਰ ਜੀ ਨੂੰ ਪਤਾ ਹੈ, ਬਟ ਕੋਸ਼ਿਸ਼ ਕੀਤੀ ਕਿ ਅੱਜ ਥੋੜਾ ਠੀਕ ਕਰਾਂ ਤੇ ਆਵਾਂ। ਤੇ ਇੱਥੇ ਕਾਫੀ ਤੇ ਨਹੀਂ ਬਟ ਕੁਛ ਜਾਣੇ ਪਹਿਚਾਣੇ ਚਿਹਰੇ ਹੈਗੇ ਹੈ। ਸੁਰਜੀਤ ਕੌਰ ਜੀ, ਕੁਦੋਵਾਲ ਜੀ, ਮੇਜਰ ਨਾਗਰਾ ਜੀ, ਅੱਛਾ ਲੱਗ ਰਿਹਾ ਦੇਖ ਕੇ, ਹੌਸਲਾ ਮਿਲ ਰਿਹਾ ਹੈ। ਸੋ ਥੈਂਕ ਯੂ ਮਚ, ਬਹੁਤ ਸ਼ੁਕਰੀਆ। ਮੈਨੂੰ ਪਤਾ ਹੈ ਕਿ ਇਹ ਪ੍ਰੋਗਰਾਮ ਬਹੁਤ ਸਾਲਾਂ ਤੋਂ ਚੱਲ ਰਿਹਾ ਹੈ ਤੇ ਮੈਂ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਵਧਾਈ ਵੀ ਦੇਣਾ ਚਾਹੂੰਗੀ ਇਸ ਤੁਹਾਡੇ ਕਾਰਜ ਲਈ ਕਿ ਤੁਸੀਂ ਸਾਰਿਆਂ ਨੂੰ ਦੇਸ਼ੋਂ ਵਿਦੇਸ਼ੋਂ ਜੋੜਦੇ ਹੋ ਇਸ ਕਾਵਿ ਮਿਲਣੀ ਦੇ ਵਿੱਚ।
ਬਹੁਤਾ ਸਮਾਂ ਨਾ ਲੈਂਦੇ ਹੋਏ, ਕਿਉਂਕਿ ਮੇਰੀ ਇੰਟਰੋਡਕਸ਼ਨ ਦੇ ਵਿੱਚ ਵੀ ਥੋੜਾ ਟਾਈਮ ਲੱਗ ਗਿਆ, ਆਈ ਥਿੰਕ ਉਹ ਵੀ ਕਾਊਂਟ ਹੋਏਗਾ, ਤੇ ਮੈਂ ਆਪਣਾ ਤੁਹਾਡਾ ਆਸ਼ੀਰਵਾਦ ਚਾਹੂੰਗੀ, ਕਿਉਂਕਿ ਇੱਥੇ ਬਹੁਤ ਅਦਬੀ ਸ਼ਖਸੀਅਤਾਂ ਜੁੜੀਆਂ ਹੋਈਆਂ ਨੇ। ਡਾਕਟਰ ਕੁਲਦੀਪ ਸਿੰਘ ਦੀਪ ਜੀ ਦੀ ਕਵਿਤਾ ਬਾ ਕਮਾਲ। ਮੈਂ ਆਪ ਇੱਕ ਅਧਿਆਪਕ ਰਹੀ ਹਾਂ, ਚੰਡੀਗੜ੍ਹ ਦੇ ਵਿੱਚ ਕਾਫੀ ਸਾਲ ਪੜ੍ਹਾਇਆ, ਤੇ ਬਹੁਤ ਟਚਿੰਗ, ਲਾਈਕ ਕਹਿੰਦੇ ਦਿਲ ਨੂੰ ਟੁੰਬਣ ਵਾਲੀ ਇਹਨਾਂ ਦਾ ਵਾਰਤਕ ਸੀਗਾ। ਤੇ ਆਪਣਾ ਕਲਾਮ ਪੜ੍ਹਨ ਤੋਂ ਪਹਿਲਾਂ ਆਪ ਜੀ ਦੀ ਨਜ਼ਰ ਇੱਕ ਸ਼ੇਰ ਜੀ। ਉਸ ਫੁੱਲਾਂ ਦਾ ਕਾਰੋਬਾਰ ਰਚਾਇਆ, ਉਸ ਫੁੱਲਾਂ ਦਾ ਕਾਰੋਬਾਰ ਰਚਾਇਆ, ਅਸੀਂ ਕੰਡਿਆਂ ਨੂੰ ਪੀ ਕੇ ਪੀ ਗਏ। ਉਸ ਫੁੱਲਾਂ ਦਾ ਕਾਰੋਬਾਰ ਰਚਾਇਆ, ਅਸੀਂ ਕੰਡਿਆਂ ਨੂੰ ਪੀ ਕੇ ਪੀ ਗਏ। ਉਸ ਫਲਸਫਿਆਂ ਵਿੱਚ ਲੱਭੀ ਜ਼ਿੰਦਗੀ, ਅਸੀਂ ਹੱਡ ਬਿੱਤੀ ਚ ਜ਼ਿੰਦਗੀ ਜੀ ਗਏ। ਕੀ ਬਾਤ। ਉਸ ਫਲਸਫਿਆਂ ਵਿੱਚ ਲੱਭੀ ਜ਼ਿੰਦਗੀ, ਅਸੀਂ ਹੱਡ ਬੀਤੀ ਚ ਜ਼ਿੰਦਗੀ ਜੀ ਗਏ। ਪੇਸ਼ ਹੈ ਜੀ। ਇਰਸ਼ਾਦ। ਹਰ ਮੌਸਮ ਵਿੱਚ ਦਰਖਤ ਹਰਾ ਨਹੀਂ ਹੁੰਦਾ, ਹਰ ਮੌਸਮ ਵਿੱਚ ਦਰਖਤ ਹਰਾ ਨਹੀਂ ਹੁੰਦਾ, ਦੁਨੀਆ ਦੇ ਵਿੱਚ ਕੁਝ ਵੀ ਵੱਖਰਾ ਨਹੀਂ ਹੁੰਦਾ। ਹਰ ਮੌਸਮ ਵਿੱਚ ਦਰਖਤ ਹਰਾ ਨਹੀਂ ਹੁੰਦਾ, ਦੁਨੀਆ ਦੇ ਵਿੱਚ ਕੁਝ ਵੀ ਵੱਖਰਾ ਨਹੀਂ ਹੁੰਦਾ। ਕਰਦਾ ਰਹੇ ਜੇ ਤੂੰ ਤਰਨ ਦੀ ਕੋਸ਼ਿਸ਼, ਕਰਦਾ ਰਹੇ ਜੇ ਤੂੰ ਤਰਨ ਦੀ ਕੋਸ਼ਿਸ਼, ਸਮੁੰਦਰ ਕਦੇ ਸੋਚ ਤੋਂ ਗਹਿਰਾ ਨਹੀਂ ਹੁੰਦਾ। ਸਮੁੰਦਰ ਕਦੇ ਸੋਚ ਤੋਂ ਗਹਿਰਾ ਨਹੀਂ ਹੁੰਦਾ। ਖੁੱਲੀਆਂ ਅੱਖਾਂ ਅੰਦਰ ਹੋਣ ਜਾਂ ਬੰਦ ਅੰਦਰ, ਖੁੱਲੀਆਂ ਅੱਖਾਂ ਅੰਦਰ ਹੋਣ ਜਾਂ ਬੰਦ ਅੰਦਰ, ਟੁੱਟੇ ਸੁਪਨਿਆਂ ਦਾ ਕੋਈ ਚਿਹਰਾ ਨਹੀਂ ਹੁੰਦਾ। ਟੁੱਟੇ ਸੁਪਨਿਆਂ ਦਾ ਕੋਈ ਚਿਹਰਾ ਨਹੀਂ ਹੁੰਦਾ। ਰੂਹ ਤੇ ਜਿਸਮ ਦਾ ਵੀ ਅਜ਼ੀਮ ਰਿਸ਼ਤਾ ਹੈ, ਰੂਹ ਤੇ ਜਿਸਮ ਦਾ ਵੀ ਅਜ਼ੀਮ ਰਿਸ਼ਤਾ ਹੈ, ਜਿਵੇਂ ਨੋਹਾਂ ਤੋਂ ਕਦੇ ਮਾਸ ਵੱਖਰਾ ਨਹੀਂ ਹੁੰਦਾ, ਜਿਵੇਂ ਨੋਹਾਂ ਤੋਂ ਕਦੇ ਮਾਸ ਵੱਖਰਾ ਨਹੀਂ ਹੁੰਦਾ। ਨਫ਼ਰਤ ਦੇ ਭਾਂਬੜ ਨੂੰ ਜ਼ਰਾ ਬੁਝਾ ਕੇ ਤਾਂ ਵੇਖ, ਨਫ਼ਰਤ ਦੇ ਭਾਂਬੜ ਨੂੰ ਜ਼ਰਾ ਬੁਝਾ ਕੇ ਤਾਂ ਵੇਖ, ਮੁਹੱਬਤਾਂ ਵਾਲਾ ਦਿਲ ਦੂਸਰਾ ਨਹੀਂ ਹੁੰਦਾ, ਮੁਹੱਬਤਾਂ ਵਾਲਾ ਦਿਲ ਦੂਸਰਾ ਨਹੀਂ ਹੁੰਦਾ। ਮਾਸੂਮ ਪਰਿੰਦਾ ਉਮੀਦ ਵਿੱਚ ਪਰਵਾਜ਼ ਭਰਦਾ ਰਹਿੰਦਾ ਹੈ, ਮਾਸੂਮ ਪਰਿੰਦਾ ਉਮੀਦ ਵਿੱਚ ਪਰਵਾਜ਼ ਭਰਦਾ ਰਹਿੰਦਾ ਹੈ। ਖੁੱਲੇ ਆਕਾਸ਼ ਵਿੱਚ ਉਸ ਦਾ ਕੋਈ ਆਸਰਾ ਨਹੀਂ ਹੁੰਦਾ, ਖੁੱਲੇ ਆਕਾਸ਼ ਵਿੱਚ ਉਸ ਦਾ ਕੋਈ ਆਸਰਾ ਨਹੀਂ ਹੁੰਦਾ। ਵਕਤ, ਕਿਸਮਤ ਤੇ ਹਾਲਾਤ, ਕਿਸਮਤ ਤੇ ਹਾਲਾਤ ਦਾ ਮਾਰਿਆ ਹੈ ਮਨੁੱਖ, ਵਕਤ ਕਿਸਮਤ ਤੇ ਹਾਲਾਤ ਦਾ ਮਾਰਿਆ ਹੈ ਮਨੁੱਖ। ਪੈਦਾਇਸ਼ੀ ਤਾਂ ਕੋਈ ਵੀ ਬੁਰਾ ਨਹੀਂ ਹੁੰਦਾ, ਪੈਦਾਇਸ਼ੀ ਤਾਂ ਕੋਈ ਵੀ ਬੁਰਾ ਨਹੀਂ ਹੁੰਦਾ। ਹਰ ਮੌਸਮ ਵਿੱਚ ਦਰਖਤ ਹਰਾ ਨਹੀਂ ਹੁੰਦਾ, ਦੁਨੀਆ ਦੇ ਵਿੱਚ ਕੁਝ ਵੀ ਵੱਖਰਾ ਨਹੀਂ ਹੁੰਦਾ। ਬਹੁਤ ਬਹੁਤ ਧੰਨਵਾਦ। ਬਹੁਤ 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 ਵਧੀਆ। ਕੁਲਦੀਪ, ਬਹੁਤ ਵਧੀਆ। ਡਾਕਟਰ ਸਰਬਜੀਤ ਸੋਲ ਜੀ ਆ ਗਏ ਨੇ। ਜੀ। ਬਹੁਤ ਵਧੀਆ ਗਜ਼ਲ ਕੁਲਦੀਪ, ਬਹੁਤ ਹੀ ਅੱਛੀ ਗਜ਼ਲ। ਥੈਂਕ ਯੂ ਜੀ, ਧੰਨਵਾਦ ਧੰਨਵਾਦ, ਸ਼ੁਕਰੀਆ। ਬਹੁਤ ਖੂਬ। ਆਇਆ ਕਰੋ ਕੁਲਦੀਪ ਜੀ, ਹਾਜ਼ਰੀ ਲਵਾਇਆ ਕਰੋ, ਬਹੁਤ ਵਧੀਆ ਲਿਖਦੇ ਹੋ ਜੀ। ਰਮਿੰਦਰ ਜੀ, ਸ਼ੁਕਰੀਆ ਤੁਹਾਡਾ ਜੀ। ਬਹੁਤ ਬਹੁਤ ਸਵਾਗਤ ਡਾਕਟਰ ਸਰਬਜੀਤ ਕੌਰ ਸੋਲ ਜੀ। ਥੈਂਕ ਯੂ ਜੀ, ਥੈਂਕ ਯੂ। ਮਾਫ ਕਰਨਾ ਦੇਰੀ ਲਈ। ਨਹੀਂ, ਕੋਈ ਗੱਲ ਨਹੀਂ, ਅਸੀਂ ਸਮਝ ਸਕਦੇ ਹਾਂ। ਤੁਸੀਂ ਇੰਡੀਆ ਤੋਂ ਸਾਡੇ ਨਾਲ ਜੁੜਨਾ, ਤੇ ਫਿਰ ਇੰਨਾ ਟਾਈਮ ਤੇ ਲੱਗਦਾ ਹੈ ਨਾ ਪਹੁੰਚਣ ਨੂੰ। ਬਾਹਰਲੇ ਮੁਲਕਾਂ ਵਾਲੇ ਛੇਤੀ ਆ ਜਾਂਦੇ। ਅਸੀਂ ਇੰਨਾ ਤੋਂ ਅੰਡਰਸਟੈਂਡ ਕਰ ਸਕਦੇ ਹਾਂ ਤੁਹਾਡੀ। ਸਰੋਤੇ ਬਣ ਕੇ ਸੁਣਨ ਦਾ ਸਵਾਦ ਹੀ ਬਹੁਤ ਆ। ਮੈਂ ਸੁਣ ਰਹੀ ਸੀ, ਪਰ ਮੈਨੂੰ ਬੜਾ ਆਨੰਦ ਆ ਰਿਹਾ ਸੀ, ਕਿਉਂਕਿ ਉਦੋਂ ਤੁਸੀਂ ਕਵਿਤਾ ਦੇ ਨਾਲ ਨਾ ਜੁੜੇ ਹੋਏ ਹੁੰਦੇ ਹੋ। ਅਦਰਵਾਈਜ਼ ਤੁਸੀਂ ਕੈਮਰੇ ਦੇ ਵਾਲੇ ਪਾਸੇ ਨੂੰ ਤੁਹਾਡਾ ਧਿਆਨ ਹੁੰਦਾ। ਏਦਾਂ ਬਹੁਤ ਮਜ਼ਾ ਆ ਰਿਹਾ ਸੀ ਮੈਨੂੰ। ਮੈਂ ਬੜਾ ਆਨੰਦ ਲਿਆ ਸਭ ਦੀਆਂ ਕਵਿਤਾਵਾਂ ਦਾ। ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ। ਨਹੀਂ ਹੈ, ਹੁਣ ਅਸੀਂ ਤੁਹਾਨੂੰ ਹੀ ਜ਼ਹਿਮਤ ਦੇਵਾਂਗੇ ਕਿ ਤੁਸੀਂ ਪਲੀਜ਼ ਅੱਜ ਦੀ ਕਾਵਿ ਮਿਲਨੀ ਦੇ ਬਾਰੇ ਚ ਜ਼ਰੂਰ ਤੁਸੀਂ ਥੋੜੀ ਜਿਹੀ ਗੱਲਬਾਤ ਕਰੋ। ਤੁਸੀਂ ਨਿਰਵਿਘਨ ਚਲਾਓ, ਅਜੇ ਚੱਲਣ ਤੇ ਹੋ ਅੱਗੇ। ਨਹੀਂ, ਕੋਈ ਨਹੀਂ, ਸਾਡੇ ਕੋਲ ਅਸੀਂ ਤੁਹਾਨੂੰ ਸ਼ੁਰੂਆਤ ਚ ਸੁਣਨਾ ਸੀ, ਅਸੀਂ ਮਿਡ ਚ ਸੁਣ ਲਿਆ, ਅਸੀਂ ਐਂਡ ਬਾਅਦ ਚ ਕਰ ਲਾਂਗੇ, ਕੋਈ ਗੱਲ ਨਹੀਂ ਜੀ। ਤੁਸੀਂ ਨਾਲ ਕਵਿਤਾ ਵੀ ਸੁਣਾਓ ਅੱਜ ਕੋਈ। ਹਾਂ ਜੀ, ਅੱਜ ਤੁਹਾਡੇ ਨਾਲ ਬਿਲਕੁਲ। ਹਾਂ ਜੀ ਜੀ। ਕਵਿਤਾ ਤੇ ਮੇਰੇ ਜੀ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਸਾਰੇ ਹੀ ਅਹੁਦੇਦਾਰਾਂ ਦੀ, ਰਮਿੰਦਰ ਮੈਡਮ, ਪਿਆਰਾ ਸਿੰਘ ਕੁੱਦੋਵਾਲ ਜੀ, ਸੁਰਜੀਤ ਜੀ, ਰਿੰਟੂ ਭਾਟੀਆ ਜੀ, ਅਮਰਵੀਰ ਜੀ,
ਤੇ ਅੱਜ ਦੀ ਇਸ ਖੂਬਸੂਰਤ ਮਹਿਫਿਲ ਜਾਂ ਕਾਵਿਕ ਸ਼ਾਮ ਦਾ ਵਿੱਚ ਸਾਡੇ ਮਹਿਮਾਨ ਡਾਕਟਰ ਕੁਲਦੀਪ ਸਿੰਘ ਦੀਪ ਜੀ, ਡਾਕਟਰ ਸਨੋਬਰ, ਤੇ ਜਿਹੜੇ ਅੱਜ ਸਾਡੇ ਵਿਸ਼ੇਸ਼ ਮਹਿਮਾਨ ਨੇ ਔਰ ਸ਼ਿਰਕਤ ਕਰ ਰਹੇ ਨੇ ਹਾਫਿਜ਼ ਸਾਦਿਕ ਫਿਜ਼ਾ। ਮੈਨੂੰ ਕਿਉਂਕਿ ਦਿਸ ਨਹੀਂ ਰਿਹਾ, ਸੋ ਮੈਂ ਐਸ ਪਰ ਸ਼ਡਿਊਲ ਸਭ ਦੇ ਨਾਂ ਲੈ ਰਹੀ ਹਾਂ। ਹਰਦਿਆਲ ਸਿੰਘ ਚੀਤਾ ਜੀ, ਪ੍ਰੋਫੈਸਰ ਜਸਪਾਲ ਸਿੰਘ ਜੀ, ਮੇਜਰ ਨਾਗਰਾ ਜੀ, ਬਿਕਰਮ ਸੋਹੀ ਜੀ ਔਰ ਸੁਰਿੰਦਰਜੀਤ ਚੌਹਾਨ ਜੀ, ਨਿਰਮਲ ਕੌਰ ਕੋਟਲਾ ਤੇ ਕੁਲਦੀਪ। ਮੈਂ ਕੁਲਦੀਪ ਹੋਰਾਂ ਦੀ ਸੁਣੀ, ਮੈਨੂੰ ਬਹੁਤ ਅੱਛਾ ਲੱਗਿਆ। ਔਰ ਪੰਜਾਬ ਸਾਹਿਤ ਅਕਾਦਮੀ ਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦਾ ਇਹ ਜਿਹੜਾ ਮੈਂ ਤੇ ਕਹਿੰਦੀ ਹੁੰਦੀ ਮਿਲਨ ਆ ਖੂਬਸੂਰਤ ਜਿਹਾ, ਇਹਦੇ ਚ ਤੁਹਾਡਾ ਸਾਰਿਆਂ ਦਾ ਸਵਾਗਤ ਆ। ਮੈਂ ਇੱਕ ਵਾਰ ਫਿਰ ਮਾਫੀ ਮੰਗਦੀ ਹਾਂ ਦੇਰੀ ਨਾਲ ਸ਼ਾਮਲ ਹੋਣ ਦੀ, ਕਿਉਂਕਿ ਸਾਡੇ ਕੋਲੇ ਇੱਕ ਐਤਵਾਰ ਹੀ ਹੁੰਦਾ ਆ ਜਿਹੜਾ ਵੇਲਾ ਤੇ ਨਹੀਂ ਹੁੰਦਾ, ਜਿਹਦੇ ਚ ਹੋਰ ਬਹੁਤ ਸਾਰੇ ਕੰਮ ਹੁੰਦੇ ਨੇ। ਸੋ ਕੱਲ ਟੂਰਿਜ਼ਮ ਡਿਪਾਰਟਮੈਂਟ ਨੇ ਇੱਕ ਬਹੁਤ ਵੱਡਾ ਫੈਸਟੀਵਲ ਰੱਖਿਆ ਹੈਗਾ, ਤਾਂ ਉਹਦੀ ਤਿਆਰੀ ਦੇ ਵਿੱਚ ਅਸੀਂ ਥੋੜਾ ਜਿਹਾ ਬਿਜ਼ੀ ਸੀਗੇ। ਸੋ ਮੈਨੂੰ ਲੱਗਦਾ ਹੁੰਦਾ ਕਿ ਕਵਿਤਾ ਜਿਹੜੀ ਹੈ ਨਾ ਉਹ ਮਹਿਸੂਸ ਕਰਨ ਵਾਲੀ ਚੀਜ਼ ਹੈ। ਤੁਸੀਂ ਉਸਨੂੰ ਸੁਣਨ ਨਾਲੋਂ ਮਤਲਬ ਉਹਨੂੰ ਤੁਸੀਂ ਅੱਖਾਂ ਮੀਟ ਕੇ ਕਦੀ ਸੁਣੋ ਤੇ ਤੁਹਾਨੂੰ ਲੱਗਦਾ ਕਿ ਇੰਨੀ ਸੋਹਣੀ ਗੱਲ ਜਿਹੜੀ ਆ ਉਹ ਕਹਿ ਹੋ ਗਈ। ਔਰ ਜਦੋਂ ਤੁਸੀਂ ਕਦੇ ਸੁਣਾਉਂਦੇ ਹੋ, ਬੋਲਦੇ ਹੋ, ਤਾਂ ਉਸ ਵੇਲੇ ਵੀ ਮੈਨੂੰ ਲੱਗਦਾ ਹੁੰਦਾ ਕਿ ਇੱਕ ਅਧਿਆਤਮਵਾਦ ਤੁਹਾਡੇ ਤੇ ਛਾਇਆ ਹੁੰਦਾ ਆ। ਸੋ ਜਦੋਂ ਤੁਸੀਂ ਇਹਦੇ ਨਾਲ ਇੱਕ ਸੰਵੇਦਨਸ਼ੀਲ ਵਰਤਾਰਾ ਆ, ਮੈਂ ਅੱਜ ਕੱਲ ਇੱਕ ਭੂਮਿਕਾ ਲਿਖ ਰਹੀ ਹਾਂ ਕਵਿਤਾ ਦੀ ਕਿਤਾਬ ਦੀ, ਤੇ ਕਿਣਕਾ ਕਿਣਕਾ ਹਿੰਸਾ ਜਿਹੜੀ ਮੇਰੀ ਪੁਸਤਕ ਆ ਉਹਦੇ ਬਾਰੇ ਕਾਫੀ ਗੱਲਬਾਤ ਹੋ ਰਹੀ ਆ। ਤਾਂ ਸੋ ਮਤਲਬ ਉਹ ਤੁਸੀਂ ਅਵਸਥਾ ਆ, ਮੈਂ ਕਹਿੰਦੀ ਹੁੰਦੀ ਆ ਕਿ ਇੱਕ ਜਿਵੇਂ ਪਾਣੀ ਹੈ ਉਹ ਲਿਕੁਇਡ ਤੋਂ ਭਾਫ ਬਣਦਾ ਤੇ ਭਾਫ ਉੱਡ ਜਾਂਦੀ ਹੈ ਅਸਮਾਨ 'ਚ, ਤਾਂ ਉਹਦੇ ਵਿੱਚ ਅਦ੍ਰਿਸ਼ਯ ਭਾਫ ਬਣਦਾ ਜਦੋਂ, ਤਾਂ ਇਸੇ ਤਰ੍ਹਾਂ ਕਵਿਤਾ ਜਿਹੜੀ ਆ ਉਹ ਮਨੁੱਖ ਨੂੰ ਬੜਾ ਇੱਕ ਵੱਖਰੇ ਧਰਾਤਲ ਤੇ ਲੈ ਜਾਂਦੀ ਆ, ਜਿਵੇਂ ਕੋਈ ਬੰਦਾ ਆਪਣਾ ਸਰੀਰ ਛੱਡ ਕੇ ਕਿਤੇ ਹੋਰ ਚਲਾ ਜਾਂਦਾ ਹੈ। ਸੋ ਮੈਨੂੰ ਇਹੋ ਜਿਹੀ ਅੱਜ ਕੱਲ ਮੇਰੀ ਮਨੋ ਅਵਸਥਾ ਐਵੇਂ ਦੀ ਚੱਲ ਰਹੀ ਹੁੰਦੀ ਆ। ਤੇ ਕਵੀ ਬੰਦੇ ਤਾਂ ਥੋੜੇ ਜਿਹੇ ਹੁੰਦੇ ਆ, ਥੋੜਾ ਜਿਹਾ ਅਸੀਂ ਅਜੇ ਉਸ ਦੁੱਖ ਚੋਂ ਵੀ ਨਿਕਲ ਪਾਏ ਜਿਹੜਾ ਦੇਸ ਰਾਜ ਕਾਲੀ ਹੋਰਾਂ ਦੇ ਜਾਣ ਨਾਲ ਸਾਨੂੰ ਘਾਟਾ ਪਿਆ ਆ। ਉਹ ਵੀ ਬਹੁਤ ਹੀ ਮਤਲਬ ਔਖੀ ਘੜੀ ਸੀ, ਔਰ ਅਸੀਂ ਉਸਨੂੰ ਬੜਾ ਮਹਿਸੂਸ ਕੀਤਾ ਹੈਗਾ। ਸੋ ਮੈਂ ਜ਼ਿਆਦਾ ਕੁਛ ਨਹੀਂ ਕਹਿੰਦੀ, ਮੈਂ ਤੁਹਾਨੂੰ ਕਵਿਤਾ ਜੇਕਰ ਤੁਸੀਂ ਕਹਿੰਦੇ ਹੋ ਤਾਂ ਮੇਰੇ ਕੋਲ ਐਕਚੁਅਲੀ ਹੁੰਦੀ ਨਹੀਂ ਆ ਇਨ ਹੈਂਡ। ਰਮਨੀ ਮੈਡਮ ਮੇਰੇ ਨਾ ਜੀ ਆਪਣੇ ਵੀਡੀਓ ਨਹੀਂ ਸਟਾਰਟ ਹੋ ਰਹੀ ਜੀ, ਇਹ ਕਹਿੰਦੇ ਜਿਹੜੇ ਹੋਸਟ ਕੈਨ ਨਾਟ, ਮੈਡਮ ਮੇਰੀ ਵੀਡੀਓ ਨਹੀਂ ਸਟਾਰਟ ਹੋ ਰਹੀ ਜੀ, ਇਹ ਡਿਸਟਰਬ ਆ ਰਹੀ ਹੈ ਜੀ ਆਪਣੇ ਹੋਸਟ ਵੱਲੋਂ। ਦਿਸ ਦਾ ਹੋਸਟ ਹੈਜ਼ ਆਸਕਡ ਯੂ ਟੂ। ਤੁਸੀਂ ਪਲੀਜ਼ ਅਗਰ ਤੁਸੀਂ ਕਰੋ ਸਟਾਰਟ ਵੀਡੀਓ ਆਪਣੀ, ਦੁਬਾਰਾ ਜੁੜ ਜਾਓ, ਕੋਈ ਨਹੀਂ ਹੋ ਜਾਏਗੀ ਜੀ। ਤੁਸੀਂ ਮੈਂ ਕੀਤਾ ਤੇ ਹੈ, ਹਾਂ ਹੋ ਗਈ ਉਹਨਾਂ ਜੀ ਮੈਡਮ। ਅੱਜ ਕੀ ਹੋਇਆ? ਹਾਂ ਜੀ, ਮੈਂ ਇੱਕ ਮੇਰੀ ਗੁੰਨੀ ਮਿੱਟੀ ਪੁਸਤਕ ਦੇ ਵਿੱਚੋਂ ਕਵਿਤਾ ਆ। ਮਾਂ ਮਿੱਟੀ ਪਿਓ ਪਾਣੀ। ਮਾਂ ਮਿੱਟੀ ਪਿਓ ਪਾਣੀ, ਗੁੰਨੀ ਗਿੱਲੀ ਮਿੱਟੀ, ਨਰਮ ਨਿਛੋ ਧੀ ਰਾਣੀ। ਚੁੱਲ੍ਹਾ ਚੌਂਕਾ ਤਵਾ ਪਰਾਤ, ਪਿੱਪਲ ਦਾ ਥੜਾ, ਖੂਹ ਦੀ ਮੌਣ, ਜਾਂ ਫਿਰ ਚਿੜੀਆਂ ਤੋਤੇ ਮੋਰ ਨਿੱਕੀਆਂ ਬਾਜੀਆਂ, ਖੇਡਣ ਦੇ ਲਈ ਕੁਝ ਵੀ ਬਣਾ ਲੈ, ਜੀਵ ਰਚਾ ਲੈ, ਜਿਵੇਂ ਵੀ ਢਾਲੇ ਢਲਦੀ ਜਾਣੀ, ਧੀ ਰਾਣੀ ਗੁੰਨੀ ਗਿੱਲੀ ਮਿੱਟੀ। ਸੋ ਸ਼ੁਕਰੀਆ। ਦੂਸਰੀ ਹੈ ਅੜਿਆ ਤੂੰ ਵੀ ਹੱਦ ਕਰਨਾ ਏ, ਅੜਿਆ ਤੂੰ ਵੀ ਹੱਦ ਕਰਨਾ ਏ, ਹਰ ਸਰਹੱਦ ਨੂੰ ਰੱਦ ਕਰਨਾ ਏ। ਅੜਿਆ ਤੂੰ ਵੀ ਹੱਦ ਕਰਨਾ ਏ, ਹਰ ਸਰਹੱਦ ਨੂੰ ਰੱਦ ਕਰਦਾ ਏ। ਸਾਹਾਂ ਵਿੱਚ ਚੇਤਰ ਪਿਆ ਮਹਿਕੇ, ਮੇਘਲਾ ਬਣ ਜਦੋਂ ਤੂੰ ਵਰਨਾ ਏ। ਵਾਹ।
ਵਾਹ ਬਹੁਤ ਅੱਛਾ। ਲੰਘਿਆ ਵੇਲਾ ਹੱਥ ਨਹੀਂ ਆਉਣਾ, ਲੰਘਿਆ ਵੇਲਾ ਹੱਥ ਨਹੀਂ ਆਉਣਾ, ਜੀਣਾ ਕਿਉਂ ਮੁਲਤਵੀ ਕਰਨਾ ਏ। ਤਨ ਮੇਰਾ ਏ ਤੇ ਮਨ ਮੇਰਾ ਏ, ਤਨ ਮੇਰਾ ਏ ਤੇ ਮਨ ਮੇਰਾ ਏ, ਕਬਜ਼ਾ ਝੱਲਿਆ ਤੂੰ ਕਰਨਾ ਏ। ਬਹੁਤ ਅੱਛਾ, ਚਲੋ ਬਹੁਤ ਅੱਛਾ। ਕਿਆ ਬਾਤ ਹੈ। ਸ਼ੁਕਰੀਆ। ਚਲੋ ਚਲੀ ਦੀ ਇਸ ਦੁਨੀਆ ਵਿੱਚ, ਡਿੱਗਦਾ ਢਹਿੰਦਾ ਜੀਣੋਂ ਡਰਨਾ ਏ। ਮਿੱਥਾਂ ਤਿੱਥਾਂ ਦਾ ਦਾਸ ਸਦੀਆਂ ਤੋਂ, ਮਿੱਥਾਂ ਤਿੱਥਾਂ ਦਾ ਦਾਸ ਸਦੀਆਂ ਤੋਂ, ਬਦਲਣ ਦਾ ਨਾ ਹੀਆ ਕਰਨਾ ਏ। ਸੌਣ ਵੇਲੇ ਵੀ ਜਾਗਦਾ ਰਹਿਣਾ, ਸੌਣ ਵੇਲੇ ਵੀ ਜਾਗਦਾ ਰਹਿਣਾ, ਸੁਪਨੇ ਵੇਖਣੋਂ ਵੀ ਤੂੰ ਡਰਨਾ ਏ। ਹਰ ਬਸ਼ਰ ਵਿੱਚ ਰੱਬ ਰਹਿੰਦਾ ਏ। ਸ਼ੁਕਰੀਆ। ਹਰ ਬਸ਼ਰ ਵਿੱਚ ਰੱਬ ਰਹਿੰਦਾ ਏ, ਰੱਬ ਦੇ ਨਾਂ ਤੇ ਫਿਰ ਕਿਉਂ ਲੜਨਾ ਏ। ਬਹੁਤ ਖੂਬ ਜੀ, ਬਹੁਤ ਖੂਬ। ਕਰ ਖੁਸ਼ੀਆਂ ਦਾ ਖੈਰ ਮਕਦਮ ਤੂੰ, ਕਰ ਖੁਸ਼ੀਆਂ ਦਾ ਖੈਰ ਮਕਦਮ ਤੂੰ, ਉਦਾਸੀਆਂ ਵਿੱਚ ਐਵੇਂ ਕਿਉਂ ਸੜਨਾ ਏ। ਡਿਪਰੈਸ਼ਨ ਮਹਾਮਾਰੀ ਜਿਹਾ ਹੋ ਗਿਆ, ਡਿਪਰੈਸ਼ਨ ਮਹਾਮਾਰੀ ਜਿਹਾ ਹੋ ਗਿਆ, ਉਦਾਸੀਆਂ ਵੱਲ ਉਸ ਲੈ ਤੁਰਨਾ ਏ। ਨਾ ਸੁਣਨਾ ਏ ਨਾ ਕੁਝ ਕਹਿਣਾ ਏ, ਨਾ ਸੁਣਨਾ ਏ ਨਾ ਕੁਝ ਕਹਿਣਾ ਏ, ਮਸਲੇ ਦਾ ਹੱਲ ਕੀਕਣ ਕਰਨਾ ਏ। ਅੜਿਆ ਤੂੰ ਵੀ ਹੱਦ ਕਰਨਾ ਏ, ਹਰ ਸਰਹੱਦ ਨੂੰ ਰੱਦ ਕਰਦਾ ਏ। ਬਹੁਤ ਸ਼ੁਕਰੀਆ। ਡਾਕਟਰ ਸਰਬਜੀਤ ਕੌਰ ਸੋਹਲ ਜੀ, ਬਹੁਤ ਥੈਂਕ ਯੂ ਜੀ। ਤੁਹਾਡੀ ਪ੍ਰੈਜ਼ੈਂਸ ਹੀ ਜਿਹੜੀ ਸਾਡੀ ਕਾਵਿ ਮਿਲਨੀ ਨੂੰ ਨਾ ਚਾਰ ਚੰਨ ਲਾ ਦਿੰਦੀ ਹੈ। ਅਸੀਂ ਤੇ, ਮੈਂ ਤੇ ਕਹਿੰਦੀ ਹਾਂ ਕਿ ਪੰਜਾਬ ਸਾਹਿਤ ਅਕੈਡਮੀ ਸਾਡੇ ਨਾਲ ਜਦੋਂ ਦੀ ਜੁੜੀ ਹੈ, ਸਾਡਾ ਪ੍ਰੋਗਰਾਮ ਜਿਹੜਾ ਹੈ ਬਹੁਤ ਵਧੀਆ ਹੋ ਰਿਹਾ, ਕਿਉਂਕਿ ਕੁਝ ਤੁਹਾਡੇ ਹੈ, ਕੁਝ ਸਾਡੇ। ਅਸੀਂ ਤੁਹਾਡੇ ਹੀ ਐਫਰਟਸ ਨੇ, ਤੁਸੀਂ ਵੈਸੇ ਹੀ ਮੈਨੂੰ ਕਹਿ ਦਿੰਦੇ ਹੋ, ਤੁਸੀਂ ਸਾਰੇ ਹੀ ਬਹੁਤ ਪਿਆਰੇ ਹੋ। ਔਰ ਜਦੋਂ ਮੈਂ ਦੇਖਦੀ ਨੇ ਸੁਰਜੀਤ ਜੀ, ਕੁੱਦੋਵਾਲ ਜੀ, ਤੁਸੀਂ, ਰਮਿੰਦਰ ਜੀ, ਸਾਰੇ ਇੱਕ ਟੀਮ ਵਰਕ ਦੇ ਨਾਲ ਗੱਲ ਕਰਦੇ ਹੋ, ਔਰ ਇੱਕ ਛੱਡਦਾ ਹੈ ਦੂਜਾ ਉਹਨੂੰ ਫੜਦਾ ਹੈ। ਮਤਲਬ ਇਟਸ ਰੀਅਲੀ ਰਿਮਾਰਕੇਬਲ। ਥੈਂਕ ਯੂ ਸੋ ਮਚ ਕਿ ਆਪਾਂ ਜੁੜੇ ਹੋਏ ਹਾਂ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਇਸੇ ਤਰ੍ਹਾਂ ਹੀ ਸਾਡਾ ਸਾਥ ਨਿਭਾਉਂਦੇ ਰਹੋ। ਪੰਜਾਬ ਸਾਹਿਤ ਅਕੈਡਮੀ ਸਾਡੇ ਨਾਲ ਰਹੇਗੀ ਤੇ ਅਸੀਂ ਅੱਗੇ ਪੁਲਾਂਘਾਂ ਪੁੱਟਦੇ ਜਾਵਾਂਗੇ ਚੰਗੀਆਂ ਚੰਗੀਆਂ। ਡਾਕਟਰ ਸਰਬਜੀਤ ਜੀ, ਅਸਲੀ ਤੰਦ ਤੁਹਾਡੇ ਹੱਥ ਵਿੱਚ ਹੈ, ਤਾਂ ਸਾਰੇ ਜੁੜੇ ਹੋਏ। ਹਾਂ ਬਿਲਕੁਲ। ਰਵਿੰਦਰ ਵਾਲੀਆ ਨੇ ਇੰਨੀ ਤਾਕਤ ਦਿੱਤੀ ਹੋਈ ਹੈ ਕਿ ਮਤਲਬ ਬੰਦਾ ਭੱਜ ਨਹੀਂ ਸਕਦਾ ਕਿਤੇ। ਨਹੀਂ, ਬੜੇ ਅਸਰ ਤੇ ਹੁੰਦਾ ਹੀ ਹੈ ਨਾ। ਅਸੀਂ ਭੱਜਣ ਦੀ ਕੋਸ਼ਿਸ਼ ਵੀ ਨਹੀਂ ਕਰਦੇ ਵੈਸੇ। ਹਾਂ, ਨਹੀਂ ਨਹੀਂ, ਤੁਸੀਂ ਬਹੁਤ ਮੁਹੱਬਤੀ ਹੋ। ਇਟਸ ਰੀਅਲੀ ਰਿਮਾਰਕੇਬਲ। ਬਹੁਤ ਚੰਗਾ ਲੱਗਦਾ ਹੈ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਦੇਖ ਲਓ, ਤੁਹਾਡੇ ਆਉਣ ਨਾਲ ਨਾ ਬਹਾਰ ਆ ਗਈ। ਆਪ ਆਏ ਬਹਾਰ ਆਈ। ਮੈਂ ਇਸੇ ਲਈ ਸਵਾਗਤ ਨਹੀਂ ਸੀ ਕੀਤੇ, ਸਵਾਗਤੀ ਸ਼ਬਦ ਨਹੀਂ ਸੀ ਬੋਲੇ ਡਾਕਟਰ ਸਰਬਜੀਤ ਜੀ। ਮੈਂ ਕਿਹਾ ਆਪੇ ਹੀ ਕਰਨਗੇ ਆਪਣਾ ਕੰਮ। ਨਹੀਂ, ਤੁਹਾਡੀ ਜਿਹੜੀ ਛੋਹ ਹੈ ਨਾ, ਤੁਹਾਡੀ ਆਵਾਜ਼ ਹੈ, ਤੁਹਾਡੀ ਮੁਹੱਬਤ ਹੈ, ਉਹ ਮੁਰਦੇ ਚ ਵੀ ਜਾਨ ਪਾ ਦਿੰਦੀ ਹੈ ਤੇ ਉੱਠ ਖਲੋਂਦਾ ਆ। ਸੋ ਕਿਵੇਂ ਨਹੀਂ ਹਾਜ਼ਰ ਹੋਊਂਗੀ, ਮੈਂ ਜ਼ਰੂਰ ਹਾਜ਼ਰ ਹੋਊਂਗੀ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਡਾਕਟਰ ਸੋਹਲ। ਸਾਡੇ ਨਾਲ ਡਾਕਟਰ ਰਾਕੇਸ਼ ਜੀ, ਗੁਰੀ ਜੀ, ਅਰਮਾਨਪ੍ਰੀਤ ਸਿੰਘ ਜੀ ਜੁੜੇ ਨੇ। ਅਸੀਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਤੇ ਰਵਿੰਦਰ ਜੀ, ਸੁਰਿੰਦਰਜੀਤ ਚੌਹਾਨ ਜੀ ਸਾਡੇ ਨਾਲ ਹੈਗੇ ਨੇ। ਇਹ ਸੁਰਿੰਦਰ ਆਏ ਨਹੀਂ, ਮੈਨੂੰ ਨਹੀਂ ਆਏ ਨਾ? ਨਹੀਂ, ਉਹ ਨਹੀਂ ਆਏ। ਹਾਂਜੀ, ਓਕੇ ਓਕੇ ਜੀ, ਠੀਕ ਹੈ। ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀ। ਅੱਛਾ, ਨਹੀਂ ਬਿਲਕੁਲ। ਮੈਂ ਹੁਣ ਨਿਰਮਲ ਡਾਕਟਰ ਰਾਕੇਸ਼ ਵਿਜੇਤਾ ਜੀ ਦੇ ਹਸਬੰਡ ਨੇ। ਵਿਜੇਤਾ ਜੀ ਨੇ ਜੀ ਮੈਂ ਉਹਨਾਂ ਦਾ ਸਵਾਗਤ ਕਰਦਾ ਜੀ। ਸੁਨੀਲ ਜੀ, ਤੁਸੀਂ ਕੁਝ ਕਹਿਣਾ ਚਾਹ ਰਹੇ ਸੀ? ਗੱਲਾਂ ਦੀ ਆਵਾਜ਼ ਸੀ। ਓਕੇ, ਠੀਕ ਹੈ। ਹੁਣ ਮੈਂ ਸਾਡੇ ਮੁੱਖ ਮਹਿਮਾਨ ਜਿਹੜੇ ਡਾਕਟਰ ਸਨੋਵਰ ਚਿਪ ਜੀ ਨੇ, ਮੈਂ ਉਹਨਾਂ ਵੱਲ ਰੁਖ ਕਰਦੀ ਹਾਂ। ਡਾਕਟਰ ਸਨੋਵਰ ਜੀ ਹੈਡ ਆਫ ਦੀ ਡਿਪਾਰਟਮੈਂਟ ਨੇ ਪੰਜਾਬੀ ਉਹਦੇ ਲਿਟਰੇਚਰ ਦੇ, ਗਵਰਨਮੈਂਟ ਕਾਲਜ ਫॉर ਵੂਮਨ ਜੰਮੂ ਦੇ। ਉਹਨਾਂ ਨੇ ਪੰਜਾਬੀ ਦੇ ਵਿੱਚ ਹੀ ਗੋਲਡ ਮੈਡਲਿਸਟ ਨੇ। ਉਹਨਾਂ ਨੇ PhD ਕੀਤੀ ਹੈ। ਉਹਨਾਂ ਦਾ ਫਰਿਸ਼ਤਾ ਪੋਇਟਰੀ ਬੁੱਕ ਹੈ। ਨਾਰੀ ਚੇਤਨਾ ਦੀ ਕਵਿਤਾ ਆਲੋਚਨਾ ਹੈ।
ਪੰਜਾਬੀ ਸੂਫੀ ਕਾਵ ਅਤੇ ਆਧੁਨਿਕ ਪੰਜਾਬੀ ਕਵਿਤਾ ਜਿਹੜੀ ਉਹਨਾਂ ਦੀ 2021 ਦੇ ਵਿੱਚ ਆਈ, ਤੇ 2 ਕਿਤਾਬਾਂ ਜਿਹੜੀਆਂ ਉਹਨਾਂ ਦੀਆਂ ਛਪਾਈ ਦੇ ਅਧੀਨ ਨੇ। ਤੇ ਬਾਕੀ ਮੈਂ ਉਹਨਾਂ ਨੂੰ ਕਵਾਂਗੀ ਕਿ ਉਹ ਆਪ ਹੀ ਕੁਝ ਆਪਣੇ ਬਾਰੇ ਚ ਦੱਸਣਾ ਚਾਹਣਗੇ, ਤੇ ਮੈਂ ਬਹੁਤ ਅਦਬ ਸਤਿਕਾਰ ਦੇ ਨਾਲ ਡਾਕਟਰ ਸਨੋਬਰ ਚਿਬ ਨੂੰ ਕਹਾਂਗੀ ਕਿ ਅੱਜ ਦੀ ਕਾਵ ਮਿਲਨੀ ਦੇ ਵਿੱਚ ਹਾਜ਼ਰੀ ਲਵਾਂ। ਜੀ ਡਾਕਟਰ ਕਥੂਰੀਆ ਜੀ ਦਾ ਵੈਲਕਮ ਕਰਤੋ ਆਏ ਜੀ। ਮੈਂ ਬਿਲਕੁਲ ਬਿਲਕੁਲ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਨੋਬਰ ਜੀ, ਸਵਾਗਤ ਹੈ। ਹਾਂਜੀ, ਬਹੁਤ ਵਧੀਆ ਲੱਗਿਆ ਕਿ ਮੈਂ ਜੰਮੂ ਕਸ਼ਮੀਰ ਤੋਂ ਤੁਹਾਡੇ ਨਾਲ ਜੁੜੀ ਹੋਈ ਹਾਂ ਜੀ। ਸਭ ਤੋਂ ਪਹਿਲਾਂ ਮੈਂ ਅੰਤਰਰਾਸ਼ਟਰੀ ਜਿਹੜੀ ਆਪਣੀ ਸੰਸਥਾ ਹੈ ਸਾਹਿਤਕ ਸਾਂਝਾ, ਉਹਨਾਂ ਦੀ ਜਿਹੜੀ ਸੰਸਥਾਪਕ ਨੇ ਡਾਕਟਰ ਰਮਿੰਦਰ ਰਮੀ ਜੀ, ਇਹਨਾਂ ਦਾ ਮੈਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਹੈ ਬੋਲਣ ਦਾ। ਤੇ ਨਾਲ ਹੀ ਪੰਜਾਬ ਸਾਹਿਤ ਅਕੈਡਮੀ ਦੇ ਪ੍ਰਧਾਨ ਨੇ ਮੈਡਮ ਸਰਬਜੀਤ ਕੌਰ ਸੋਹਲ ਜੀ, ਇਹਨਾਂ ਦੀ ਕਿਤਾਬ ਦੇ ਉੱਤੇ ਵੀ ਮੈਂ ਰਿਵਿਊ ਕਰ ਚੁੱਕੀ ਹਾਂ, ਕਾਫੀ ਸਾਲ ਹੋ ਚੁੱਕੇ ਨੇ। ਮੈਡਮ ਨੇ ਸ਼ਾਇਦ ਮੈਨੂੰ ਪਹਿਚਾਣ ਲਿਆ ਹੋਣਾ ਹੈ। ਹਾਂਜੀ ਹਾਂਜੀ, ਗੁੰਨੀ ਮਿੱਟੀ ਦੇ ਉੱਤੇ। ਜੀ। ਹਾਂਜੀ। ਜੰਮੂ ਕਸ਼ਮੀਰ ਦੇ ਵਿੱਚ ਪੰਜਾਬੀ ਜਿਹੜੇ ਨੇ ਬਹੁਤ ਘੱਟ ਪੜ੍ਹਦੇ ਨੇ, ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਪੰਜਾਬੀ ਤੋਂ ਇਲਾਵਾ ਬਹੁਤ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ, ਤੇ ਜਿਹਦੇ ਵਿੱਚ ਪੰਜਾਬੀ ਵੀ ਇੱਕ ਖੂਬਸੂਰਤ ਇੱਕ ਭਾਸ਼ਾ ਹੈ, ਬੋਲੀ ਹੈ। ਤੇ ਮੈਨੂੰ ਮਾਣ ਹੈ ਕਿ ਮੈਂ ਜੰਮੂ ਕਸ਼ਮੀਰ ਦੇ ਜੰਮੂ ਸ਼ਹਿਰ ਦੇ ਵਿੱਚ ਸਰਕਾਰੀ ਕਾਲਜ ਦੇ ਵਿੱਚ ਇੱਕ ਅਧਿਆਪਕਾ ਲੱਗੀ ਹੋਈ ਹਾਂ, ਇੱਕ ਮੁਖੀ ਪੰਜਾਬੀ ਵਿਭਾਗ ਹਾਂ, ਤੇ ਮੈਂ ਵੀ ਕਵਿਤਾਵਾਂ ਲਿਖਦੀ ਹਾਂ। ਤੇ ਸਤੰਬਰ ਦੇ ਮਹੀਨੇ ਦੇ ਵਿੱਚ ਜਿਹੜਾ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ 5 ਸਤੰਬਰ ਦੇ ਵਿੱਚ, ਤੇ ਉਸ ਸੰਦਰਭ ਦੇ ਵਿੱਚ ਮੈਂ ਵੀ ਆਪਣੀ ਇੱਕ ਕਵਿਤਾ ਤੁਹਾਡੇ ਸਾਹਮਣੇ ਪੇਸ਼ ਕਰਾਂਗੀ। ਜੀ ਹਾਂਜੀ, ਮੇਰੀ ਕਵਿਤਾ ਹੈ ਅਧਿਆਪਕ ਸੂਰਜ ਦੀ ਲੋ ਵਰਗਾ। ਅਧਿਆਪਕ ਸੂਰਜ ਦੀ ਲੋ ਵਰਗਾ ਹੈ ਹੁੰਦਾ, ਅਧਿਆਪਕ ਸੂਰਜ ਦੀ ਲੋ ਵਰਗਾ ਹੈ ਹੁੰਦਾ, ਸਰਗੀ ਚੋਂ ਫੈਲੀ ਕਿਰਨ ਦੀ ਜਲੋ ਜਿਹਾ ਹੁੰਦਾ। ਅਧਿਆਪਕ ਸੂਰਜ ਦੀ ਲੋ ਵਰਗਾ ਹੈ ਹੁੰਦਾ, ਸਰਗੀ ਚੋਂ ਫੈਲੀ ਕਿਰਨ ਦੀ ਜਲੋ ਜਿਹਾ ਹੁੰਦਾ, ਵਿਦਿਆ ਦਾ ਚਾਨਣ ਤੇ ਚਿਰਾਗ ਜਿਹਾ ਹੁੰਦਾ, ਅਧਿਆਪਕ ਸੂਰਜ ਦੀ ਲੋ ਵਰਗਾ ਹੈ ਹੁੰਦਾ। ਗੁਰੂ ਮੁਰਸ਼ਿਦ ਤੇ ਅਵਤਾਰ ਜਿਹਾ ਹੁੰਦਾ, ਗੁਰੂ ਮੁਰਸ਼ਿਦ ਤੇ ਅਵਤਾਰ ਜਿਹਾ ਹੁੰਦਾ, ਗਿਆਨ ਦਾ ਫੁੱਟਦਾ ਜਵਾਲਾ ਇਹ ਹੁੰਦਾ, ਚੰਨ ਤਾਰਿਆਂ ਬ੍ਰਹਿਮੰਡ ਸੰਗ ਸੰਵਾਦ ਰਚਾਉਂਦਾ, ਚੰਨ ਤਾਰਿਆਂ ਬ੍ਰਹਿਮੰਡ ਸੰਗ ਸੰਵਾਦ ਰਚਾਉਂਦਾ, ਅਧਿਆਪਕ ਸੂਰਜ ਦੀ ਲੋ ਵਰਗਾ ਹੈ ਹੁੰਦਾ। ਕਿਆ ਬਾਤ। ਜੀਵਨ ਦਾ ਸੱਚ ਤੇ ਖਿਆਲਾਂ ਨੂੰ ਜਗਾਉਂਦਾ, ਮਨੁੱਖਤਾ ਦੀ ਕੈਨਵਸ ਨੂੰ ਰੰਗਾਂ ਨਾਲ ਸਜਾਉਂਦਾ। ਜੀਵਨ ਦਾ ਸੱਚ ਤੇ ਖਿਆਲਾਂ ਨੂੰ ਜਗਾਉਂਦਾ, ਮਨੁੱਖਤਾ ਦੀ ਕੈਨਵਸ ਨੂੰ ਰੰਗਾਂ ਨਾਲ ਸਜਾਉਂਦਾ, ਪ੍ਰੇਰਨਾ ਦਾ ਦੀਪ ਹਰ ਹਿਰਦੇ ਜਗਾਉਂਦਾ, ਅਧਿਆਪਕ ਸੂਰਜ ਦੀ ਲੋ ਵਰਗਾ ਹੈ ਹੁੰਦਾ। ਪੂਰੀ ਕਾਇਨਾਤ ਵਿੱਚ ਜੁਗਨੂ ਵਾਂਗੂ ਚਮਕਦਾ, ਪੂਰੀ ਕਾਇਨਾਤ ਵਿੱਚ ਜੁਗਨੂ ਵਾਂਗੂ ਚਮਕਦਾ, ਭਟਕੇ ਇਨਸਾਨਾਂ ਨੂੰ ਸਿੱਧੇ ਰਾਹੇ ਪਾਉਂਦਾ, ਗੁਰੂ ਬਿਨਾਂ ਸ਼ਿਸ਼ ਦਾ ਇਹ ਜੀਵਨ ਅਧੂਰਾ, ਗੁਰੂ ਬਿਨਾਂ ਸ਼ਿਸ਼ ਦਾ ਇਹ ਜੀਵਨ ਅਧੂਰਾ, ਅਧਿਆਪਕ ਸੂਰਜ ਦੀ ਲੋ ਵਰਗਾ ਹੈ ਹੁੰਦਾ, ਅਧਿਆਪਕ ਸੂਰਜ ਵਰਗਾ ਹੈ ਹੁੰਦਾ। ਤੇ ਮੈਨੂੰ ਫਖਰ ਹੈ ਕਿ ਮੈਂ ਵੀ ਅਧਿਆਪਕ ਹਾਂ, ਤੇ ਅਧਿਆਪਕ ਜਿਹੜਾ ਹੈ ਉਹੀ ਰਾਹ ਦਸੇਰਾ ਦੱਸਦਾ ਹੈ ਵਿਦਿਆਰਥੀਆਂ ਨੂੰ, ਤੇ ਇਹ ਰਾਹ ਦਸੇਰਾ ਹੀ ਉਸਨੂੰ ਚੰਗੇ ਰਸਤੇ ਪਾਉਂਦਾ ਹੈ, ਤੇ ਉਹੀ ਬੱਚੇ ਜਿਹੜੇ ਨੇ, ਉਹੀ ਵਿਦਿਆਰਥੀ ਨੇ, ਉਹਨਾਂ ਅਧਿਆਪਕਾਂ ਦੇ ਮਾਣ ਕਰਦੇ ਨੇ ਜਿਹੜੇ ਜੀਵਨ ਦੇ ਵਿੱਚ ਇੱਕ ਸਫਲਤਾ ਹਾਸਲ ਕਰਦੇ ਨੇ। ਤੇ ਸਭ ਨੂੰ ਮੁਬਾਰਕ ਹੈ ਅਧਿਆਪਕ ਦਿਵਸ ਦੀ, ਤੇ ਉਮੀਦ ਹੈ ਕਿ ਤੁਸੀਂ ਦੁਬਾਰਾ ਵੀ ਮੈਨੂੰ ਬੁਲਾਓਗੇ ਤੇ ਮੈਂ ਤੁਹਾਡੇ ਨਾਲ ਦੁਬਾਰਾ ਜੁੜਾਂਗੀ। ਜੀ ਬਿਲਕੁਲ, ਧੰਨਵਾਦ। ਬਹੁਤ ਸ਼ੁਕਰੀਆ ਜੀ। ਬਿਲਕੁਲ ਅਸੀਂ ਜ਼ਰੂਰ ਬੁਲਾਵਾਂਗੇ ਤੁਹਾਨੂੰ, ਅਸੀਂ ਬਾਰ-ਬਾਰ ਜ਼ਹਿਮਤ ਦੇਵਾਂਗੇ ਆਉਣ ਦੀ, ਤੇ ਨਾ ਵੀ ਬੁਲਾਈਏ ਤੇ ਤੁਸੀਂ ਆਓ, ਤੁਹਾਡਾ ਆਣਾ। ਬਿਲਕੁਲ, ਕਿਉਂਕਿ ਅਸੀਂ ਖੁੱਲਾ ਸੱਦਾ ਹੈ ਸਾਡਾ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਤੇ ਪੰਜਾਬ ਸਾਹਿਤ ਅਕੈਡਮੀ ਵੱਲੋਂ, ਤੇ ਪਲੀਜ਼ ਤੁਸੀਂ ਜਦੋਂ ਵੀ ਤੁਸੀਂ ਜ਼ਰੂਰੀ ਨਹੀਂ ਹੁੰਦਾ ਇਨਵੀਟੇਸ਼ਨ ਦਾ ਜਾਣਾ, ਲੇਕਿਨ ਤੁਸੀਂ ਸਾਡੇ ਅਸੀਂ ਪਿਆਰ ਦੇ ਧਾਗੇ ਵੀ ਤੁਹਾਨੂੰ ਭੇਜਦੇ ਆ, ਮੂੰਹ ਭਿੱਜੇ ਧਾਗੇ ਭੇਜਦੇ ਆ, ਤੇ ਤੁਸੀਂ ਉਹਨਾਂ ਦੇ ਖਿੱਚੇ ਚ ਲਿਆ ਸਕਦੇ ਹੋ। ਨਹੀਂ, ਧੰਨਵਾਦ ਜੀ ਡਾਕਟਰ ਸਨੋਬਰ, ਤੁਸੀਂ ਜੰਮੂ ਤੋਂ ਜੁਆਇਨ ਕੀਤਾ, ਸਾਡੇ ਵਾਸਤੇ ਮਾਣ ਵਾਲੀ ਗੱਲ ਹੈ। ਬਿਲਕੁਲ ਜੀ, ਸ਼ੁਕਰੀਆ ਜੀ, ਸ਼ੁਕਰੀਆ, ਬਹੁਤ ਅੱਛਾ ਲੱਗਿਆ।
ਬਹੁਤ ਸ਼ੁਕਰੀਆ ਸ਼ੁਕਰੀਆ ਔਰ ਬਹੁਤ ਤੁਹਾਡੀ ਕਵਿਤਾ ਵੀ ਬਹੁਤ ਵਧੀਆ ਲੱਗੀ, ਬਹੁਤ ਸੋਹਣੀ, ਬਹੁਤ ਸ਼ੁਕਰੀਆ ਜੀ। ਸਾਡੇ ਨਾਲ ਪ੍ਰਿੰਸੀਪਲ ਡਾਕਟਰ ਅਰਮਾਨਪ੍ਰੀਤ ਸਿੰਘ ਜੀ ਔਰ ਕਰਮਨਜੀਤ ਰਾਣਾ ਜੀ, ਪੋਲੀ ਬਰਾੜ ਜੀ USA ਤੋਂ, ਤੇ ਦਲਬੀਰ ਸਿੰਘ ਕਥੂਰੀਆ ਜੀ ਸਾਡੇ ਨਾਲ, ਸਰਦਾਰ ਦਲਬੀਰ ਸਿੰਘ ਕਥੂਰੀਆ ਜੀ ਸਾਡੇ ਨਾਲ ਜੁੜੇ ਨੇ। ਕਥੂਰੀਆ ਸਾਹਿਬ ਬਹੁਤ ਵੱਡਾ ਕੰਮ ਕਰ ਰਹੇ ਨੇ। ਤੁਹਾਨੂੰ ਮੈਂ ਇੱਕ ਥੋੜਾ ਜਿਹਾ ਦੱਸ ਸਕਦੀ ਹਾਂ ਕਿ ਉਹਨਾਂ ਨੇ ਇੱਥੇ ਇੱਕ ਪੰਜਾਬੀ ਵਿਸ਼ਵ ਭਵਨ ਬਣਾਇਆ ਹੈ, ਜਿਹਦੇ ਚ ਪੰਜਾਬੀ ਮਾਂ ਬੋਲੀ ਨੂੰ ਸੇਵਾ ਕਰਨ ਵਾਲੇ ਜਾਂ ਕੋਈ ਵੀ ਜਿਹੜਾ ਲੈਂਗੁਏਜ ਦੀ ਸੇਵਾ, ਭਾਸ਼ਾ ਦੀ ਸੇਵਾ ਕਰਨ ਵਾਲਾ ਹੈ, ਉਹ ਉੱਥੇ ਜਾ ਕੇ ਉਹ ਤੁਸੀਂ ਆਪਣਾ ਉੱਥੇ ਕੋਈ ਵਿਚਾਰ ਵਟਾਂਦਰਾ ਕਰਨਾ ਜਾਂ ਕੋਈ ਪ੍ਰੋਗਰਾਮ ਕਰਨਾ। ਅੱਜ ਵੀ ਸਾਡਾ ਹਰਦਿਆਲ ਸਿੰਘ ਚੀਤਾ ਜੀ ਮੇਰੇ ਖਿਆਲ ਆਏ ਨਹੀਂ ਇਸ ਕਰਕੇ ਕਿਉਂਕਿ ਉਹਨਾਂ ਨੇ ਅੱਜ 12 ਵਜੇ ਇੱਕ ਬਹੁਤ ਵੱਡਾ ਪ੍ਰੋਗਰਾਮ ਜਿਹੜਾ ਆ ਸਾਡੇ ਪੂਰਨ ਸਿੰਘ ਪਾਂਧੀ ਜੀ, ਨਾਮ ਸਾਰਿਆਂ ਨੇ ਸੁਣਿਆ ਹੋਏਗਾ, ਉਹਨਾਂ ਨੂੰ ਅਸੀਂ ਇੱਕ ਲਾਈਫ ਟਾਈਮ ਅਚੀਵਮੈਂਟ ਅਵਾਰਡ ਦੇ ਨਾਲ ਉਹਨਾਂ ਨੂੰ ਉਹ ਨਿਵਾਜਿਆ ਜਾ ਰਿਹਾ, ਤੇ ਉਹ ਪ੍ਰੋਗਰਾਮ ਵੀ ਪੰਜਾਬੀ ਵਿਸ਼ਵ ਭਵਨ ਦੇ ਵਿੱਚ ਹੀ ਹੋ ਰਿਹਾ। ਤੇ ਇਹ ਉਪਰਾਲਾ ਜਿਹੜਾ ਆ ਦਲਬੀਰ ਸਿੰਘ ਕਥੂਰੀਆ ਜੀ ਨੇ ਕੀਤਾ ਤੇ ਬਹੁਤ ਮਤਲਬ ਸਲਾਹਨਯੋਗ ਹੈ, ਤੇ ਉਹਨਾਂ ਨੂੰ ਵੀ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਕਹਿੰਦੇ ਹਾਂ। ਹੁਣ ਸਾਡੇ ਕੋਲ ਨਾ ਸੁਰਿੰਦਰ ਜੀ ਚੌਹਾਨ ਜੀ ਵੀ ਨਹੀਂ ਆਏ, ਹਰਦਿਆਲ ਸਿੰਘ ਚੀਤਾ ਜੀ ਵੀ ਨਹੀਂ ਹੈ, ਹਾਫਿਜ਼ ਸਾਦਿਕ ਫਿਜ਼ਾ ਜੀ ਵੀ ਨਹੀਂ ਹੈ, ਤੇ ਲਾਸਟ ਨੋਟ ਦ ਲੀਸਟ ਕੀ ਕਹਿੰਦੀ ਆ ਕਿ ਨਿਰਮਲ ਕੌਰ ਕੋਟਲਾ ਜੀ ਸਾਡੇ ਨਾਲ ਜੁਆਇਨ ਕੀਤੇ ਹੋਏ ਨੇ, ਤੇ ਮੈਂ ਉਹਨਾਂ ਦੇ ਬਾਰੇ ਦੇ ਵਿੱਚ ਛੋਟੀ ਜੀ ਉਹਨਾਂ ਦੀ ਇੰਟਰੋਡਕਸ਼ਨ ਦੇ ਕੇ ਬਾਕੀ ਉਹ ਆਪ ਹੀ ਦੱਸਣਗੇ। ਤੇ ਉਹਨਾਂ ਦੀਆਂ ਕਿਤਾਬਾਂ ਨੇ ਸਿਸਕ ਦੇ ਹਰਫ, ਕਾਵ ਸੰਗ੍ਰਹਿ, ਸੰਪਾਦਿਕ ਕਿਤਾਬਾਂ, ਸੋ ਕਿਉ ਮੰਦਾ ਆਖੀਏ, ਮਿੱਟੀ ਦੇ ਬੋਲ, ਤਸਵੀਰ, ਤਵਾਰੀਖ, ਕਿਸਾਨ ਕਲਮ ਜਿਹੜੀ ਹੈ ਉਹ ਕੈਮਰਾ, ਉਹਨਾਂ ਨੇ ਉਹ ਲਿਖੀ ਹੈ ਤੇ ਸੰਪਾਦਿਤ ਕੀਤੀ ਹੈ। ਤੇ ਮੈਂ ਉਹਨਾਂ ਨੂੰ ਬਹੁਤ ਅਦਬ ਸਤਿਕਾਰ ਦੇ ਨਾਲ ਕਹਾਂਗੀ ਕਿ ਉਹ ਅੱਜ ਦੀ ਜਿਹੜੀ ਕਾਵ ਮਿਲਨੀ ਦੇ ਵਿੱਚ ਹਾਜ਼ਰੀ ਲਗਵਾਉਣ, ਤੇ ਉਸ ਤੋਂ ਬਾਅਦ ਜਿੱਦਾਂ ਰਮਿੰਦਰ ਜੀ ਕਹਿਣਗੇ ਕਿ ਅਸੀਂ ਸੁਰਜੀਤ ਜੀ ਔਰ ਪਿਆਰਾ ਸਿੰਘ ਜੀ ਔਰ ਪਿਆਰਾ ਸਿੰਘ ਗੋਦਵਾਲ ਜੀ, ਬਿਲਕੁਲ ਮੈਂ ਉਹਨਾਂ ਵੱਲ ਆ ਰਹੀ ਸੀ। ਤੇ ਉਹ ਜੀ ਨਿਰਮਲ ਕੌਰ ਕੋਟਲਾ ਜੀ ਮੇਰੇ ਖਿਆਲ ਲੌਗ ਆਊਟ ਹੋ ਗਏ ਉਹਨਾਂ ਦਾ, ਉਹਨੇ ਤੇ ਸੀਗੇ ਸਾਡੇ ਨਾਲ। ਹੈ ਕਿ ਨਹੀਂ ਨਿਰਮਲ ਕੋਟਲਾ? ਦੇਖੋ ਸਾਹਮਣੇ ਬੈਠੇ ਪ੍ਰੋਗਰਾਮ ਸੂਟ ਪਾ ਕੇ ਰਮਿੰਦਰ ਭਾਟੀਆ ਜੀ ਦਾ ਵੀ ਧੰਨਵਾਦ ਕਰਦੀ ਹਾਂ, ਉਹਨਾਂ ਨੇ ਮੈਨੂੰ ਇਸ ਮੰਚ ਤੇ ਸੱਦਾ ਦਿੱਤਾ। ਸੋ ਅੱਜ ਹਾਂਜੀ ਜੀ ਮੇਰੀ ਆਵਾਜ਼ ਆ ਰਹੀ ਹੈ ਜੀ? ਜੀ ਹੁਣ ਆ ਰਹੀ ਹੈ ਜੀ। ਜੀ ਸ਼ੁਕਰੀਆ ਜੀ, ਸ਼ੁਕਰੀਆ। ਹਾਂਜੀ ਰਿਕ ਭਾਟੀਆ ਜੀ, ਬਹੁਤ ਬਹੁਤ ਸਤਿਕਾਰ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਬਹੁਤਾ ਸਮਾਂ ਨਹੀਂ ਲਵਾਂਗੀ। ਮੇਰੇ ਬਾਰੇ ਰਮਿੰਦਰ ਵਾਲੀਆ ਜੀ ਭਲੀ ਭਾਂਤ ਜਾਣਦੇ ਨੇ, ਤੇ ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਦਾ ਮੈਂ ਸੰਚਾਲਨ ਕਰ ਰਹੀ ਹਾਂ, ਔਰ ਬਹੁਤ ਵੱਡਾ ਸਮਾਗਮ ਅਸੀਂ ਇੱਕ ਬਟਾਲੇ ਕਰਾ ਕੇ ਹਟੇ ਹਾਂ 1 ਸਤੰਬਰ ਨੂੰ, ਔਰ 26 ਸਤੰਬਰ ਨੂੰ ਅਸੀਂ ਸ਼ਹੀਦ ਭਗਤ ਸਿੰਘ ਜੀ ਦੇ ਨਗਰ 'ਚ ਇੱਕ ਵਿਸ਼ਾਲ ਕਵੀ ਦਰਬਾਰ ਕਰਵਾ ਰਹੇ ਹਾਂ ਭੈਣਾਂ ਦਾ। ਸੋ ਤੁਹਾਡਾ ਸਭ ਦਾ ਆਸ਼ੀਰਵਾਦ ਹੈ। ਤੇ ਮੈਂ ਬਹੁਤਾ ਸਮਾਂ ਨਾ ਲੈਂਦੇ ਆਪਣੀ ਰਚਨਾ ਕਹਾਂਗੀ ਕਿ ਮੇਰੇ ਕੁਝ ਸਵਾਲਾਂ ਦੇ ਜਵਾਬ ਦੇਣਾ। ਮੱਥੀ ਕਿਉਂ ਹੋ ਰਿਹਾ ਹੈ ਸਤਿਕਾਰ ਅਧਿਆਪਕ ਦਾ? ਮੱਥੀ ਕਿਉਂ ਹੋ ਰਿਹਾ ਸਤਿਕਾਰ ਅਧਿਆਪਕ ਦਾ? ਦੱਸੋ ਕਿਉਂ ਖੁੱਸ ਗਿਆ ਹੈ ਅਧਿਕਾਰ ਅਧਿਆਪਕ ਦਾ? ਆਉਂਦੇ ਸੀ ਸਵੇਰੇ ਜੋ ਹੱਥਾਂ 'ਚ ਲੈ ਫੱਟੀ ਬਸਤਾ, ਆਉਂਦੇ ਸੀ ਸਵੇਰੇ ਜੋ ਹੱਥਾਂ 'ਚ ਲੈ ਫੱਟੀ ਬਸਤਾ, ਕਿਵੇਂ ਟੁੱਟ ਗਿਆ ਮੂੰਹ ਤੇ ਪਿਆਰ ਅਧਿਆਪਕ ਦਾ? ਉਡੀਕਦੀ ਸੀ ਦਹਲੀਜ਼ ਕਦੇ ਹੱਥਾਂ 'ਚ ਲੈ ਘੰਟੀ, ਉਡੀਕਦੀ ਸੀ ਦਹਲੀਜ਼ ਕਦੇ ਹੱਥਾਂ 'ਚ ਲੈ ਘੰਟੀ, ਰਿਹਾ ਨਹੀਂ ਕਿਉਂ ਇੰਤਜ਼ਾਰ ਅਧਿਆਪਕ ਦਾ? ਕੀ ਇਸ ਦੁਨੀਆ ਦੀ ਰਫ਼ਤਾਰ ਤੇਜ਼ ਹੋ ਗਈ ਹੈ? ਕੀ ਇਸ ਦੁਨੀਆ ਦੀ ਰਫ਼ਤਾਰ ਤੇਜ਼ ਹੋ ਗਈ ਹੈ ਜਾਂ ਬਦਲ ਗਿਆ ਹੈ ਕਿਰਦਾਰ ਅਧਿਆਪਕ ਦਾ? ਪਾਠਸ਼ਾਲਾ ਜੋ ਬੱਚਿਆਂ ਦਾ ਭਵਿੱਖ ਹੈ ਸੰਵਾਰਦੀ, ਪਾਠਸ਼ਾਲਾ ਜੋ ਬੱਚਿਆਂ ਦਾ ਭਵਿੱਖ ਹੈ ਸੰਵਾਰਦੀ, ਕਿਉਂ ਕਰ ਰਹੇ ਨੇ ਵਿਉਪਾਰ ਅਧਿਆਪਕ ਦਾ? ਝਿੜਕਣਾ ਡੰਡੇ ਮਾਰਨਾ ਸਜ਼ਾ ਦੇਣੀ, ਝਿੜਕਣਾ ਡੰਡੇ ਮਾਰਨਾ ਸਜ਼ਾ ਦੇਣੀ, ਹੁੰਦਾ ਸੀ ਕਦੇ ਅਧਿਕਾਰ ਅਧਿਆਪਕ ਦਾ?
ਉਲਝਿਆ ਰਹਿੰਦਾ ਫਜ਼ੂਲ ਦੀਆਂ ਡਾਕਾਂ ਅੰਦਰ, ਉਲਝਿਆ ਰਹਿੰਦਾ ਫਜ਼ੂਲ ਦੀਆਂ ਡਾਕਾਂ ਅੰਦਰ, ਏਲੜ ਹੈ ਹੋ ਰਿਹਾ ਹੈ ਪ੍ਰਚਾਰ ਅਧਿਆਪਕ ਦਾ। ਮਾਪੇ ਪਾਲਣ ਭਵਿੱਖ ਸੰਵਾਰੇ ਅਧਿਆਪਕ ਲੋਕੋ, ਮਾਪੇ ਪਾਲਣ ਭਵਿੱਖ ਸੰਵਾਰੇ ਅਧਿਆਪਕ ਲੋਕੋ, ਨਿਰਮਲ ਸਦਾ ਕਰੇ ਸਤਿਕਾਰ ਅਧਿਆਪਕ ਦਾ, ਨਿਰਮਲ ਸਦਾ ਕਰੋ ਸਤਿਕਾਰ ਅਧਿਆਪਕ ਦਾ। ਸੋ ਇਹ ਮੇਰੀ ਰਚਨਾ ਸੀ। ਇਹ ਸਮਾਂ ਵੇਖਾ ਮੈਂ ਇੱਕ ਛੋਟੀ ਜਿਹੀ ਰਚਨਾ, ਮੇਰੀ ਪਹਿਲੀ ਰਚਨਾ ਕਿਸਰੇ ਹਰਫ ਲੱਗੀ ਸੀ। ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਕਹਿ ਸਕਦੀ? ਜੀ ਪੜੋ ਜੀ। ਹਾਂਜੀ ਸੁਣਾਓ ਜੀ, ਸੁਣਾ ਦੋ ਨਿਰਮਲ ਜੀ। ਆ ਰਹੀ ਹੈ ਜੀ? ਹੁਣ ਆਈ, ਹਾਂਜੀ ਸੁਣਾਓ। ਜੀ ਜੀ, ਮੇਰੀ ਰਚਨਾ ਹੈ ਕਿ ਆ ਸਜਣਾ ਜਰਾ ਬਹਿ ਸਜਣਾ, ਸਾਡੀ ਸੁਣ ਤੇ ਆਪਣੀ ਕਹਿ ਸਜਣਾ। ਜਰਾ ਆ ਸਜਣਾ ਜਰਾ ਬਹਿ ਸਜਣਾ, ਸਾਡੀ ਸੁਣ ਤੇ ਆਪਣੀ ਕਹਿ ਸਜਣਾ। ਆ ਕੁਝ ਪਾਈਏ ਬਾਤ ਪਿਆਰਾਂ ਵਾਲੀ, ਆ ਕੁਝ ਪਾਈਏ ਬਾਤ ਪਿਆਰਾਂ ਵਾਲੀ, ਪੱਲਾ ਝੂਠ ਦਾ ਛੱਡ ਕੇ ਸੱਚ ਕਹਿ ਸਜਣਾ। ਮੇਰੀ ਇੱਕੋ ਇਹ ਗੁਜ਼ਾਰਿਸ਼ ਤੇਰੇ ਅੱਗੇ, ਮੇਰੀ ਇੱਕੋ ਇਹ ਗੁਜ਼ਾਰਿਸ਼ ਤੇਰੇ ਅੱਗੇ, ਆਪਣੀ ਪੁਗਾ ਲਈ ਹੁਣ ਸਾਡੀ ਸਹਿ ਸਜੇ। ਤੇਰੇ ਸਾਹਾਂ ਨਾ ਚੱਲਦੇ ਨੇ ਸਾਹ ਸਾਡੇ, ਤੇਰੇ ਸਾਹਾਂ ਨਾ ਚੱਲਦੇ ਨੇ ਸਾਹ ਸਾਡੇ, ਇੱਕ ਪਲ ਤਾਂ ਸਾਡੇ ਕੋਲ ਬਹਿ ਸਜਣਾ। ਨਿਰਮਲ ਕਰੇ ਅਰਦਾਸ ਸੱਚੇ ਰੱਬ ਅੱਗੇ, ਨਿਰਮਲ ਕਰੇ ਅਰਦਾਸ ਸੱਚੇ ਰੱਬ ਅੱਗੇ, ਤੈਨੂੰ ਲੱਗੇ ਨਾ ਕੋਈ ਵੀ ਖਹਿ ਸਜਣਾ, ਤੈਨੂੰ ਲੱਗੇ ਨਾ ਕੋਈ ਵੀ ਖਹਿ ਸਜਣਾ। ਸੋ ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਨਿਰਮਲ ਕੋਟਲਾ ਜੀ, ਬਹੁਤ ਸ਼ੁਕਰੀਆ। ਮਾਨਯੋਗ ਸ਼ਖਸੀਅਤਾਂ ਦੇ ਸਨਮੁਖ ਤੁਸੀਂ ਅੱਜ ਕਰਵਾਇਆ, ਤੇ ਡਾਕਟਰ ਕੁਲਦੀਪ ਸਿੰਘ ਦੀਪ ਜੀ, ਭੈਣ ਜੀ ਸਰਬਜੀਤ ਕੌਰ, ਡਾਕਟਰ ਸਰਬਜੀਤ ਕੌਰ ਸੋਹਲ ਜੀ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਇਸ ਮੰਚ ਤੇ ਮੌਕਾ ਦਿੱਤਾ ਬੋਲਣ ਦਾ ਜੀ, ਧੰਨਵਾਦ। ਬਹੁਤ ਸ਼ੁਕਰੀਆ ਨਿਰਮਲ ਜੀ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਮੈਂ ਹੁਣ ਸਿਰਫ 2 ਮਿੰਟ ਵਾਸਤੇ ਦਲਬੀਰ ਸਿੰਘ ਕਥੂਰੀਆ ਜੀ ਨਾਲ ਮੁਖਾਤਿਬ ਹੋਵਾਂਗੀ। ਉਸ ਤੋਂ ਬਾਅਦ ਭੈਣ ਜੀ ਸੁਰਜੀਤ ਕੌਰ ਜੀ ਆਪਣੀ ਕਵਿਤਾ ਪੜ੍ਹਨਗੇ, ਤੇ ਉਸ ਤੋਂ ਬਾਅਦ ਫਿਰ ਪਿਆਰਾ ਸਿੰਘ ਕੁਦੋਵਾਲ ਜੀ ਸਮ ਅਪ ਕਰਨਗੇ, ਤੇ ਨਾਲ ਹੀ ਆਪਣੀ ਕੋਈ ਨਾ ਕੋਈ ਰਚਨਾ ਸਾਡੇ ਨਾਲ ਸਾਂਝੀ ਕਰਨਗੇ। ਜੀ ਦਲਬੀਰ ਸਿੰਘ ਕਥੂਰੀਆ ਜੀ, ਤੁਹਾਡਾ ਸਵਾਗਤ ਹੈ ਜੀ ਕਾਵਿ ਮਿਲਣੀ। ਸਭ ਤੋਂ ਪਹਿਲਾਂ ਕਾਵਿ ਮਿਲਣੀ ਦੇ ਸਾਰੇ ਪਰਿਵਾਰ ਨੂੰ ਮੇਰੇ ਵੱਲੋਂ, ਯਾਨੀ ਕਿ ਦਲਬੀਰ ਸਿੰਘ ਦਾ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਅੱਜ ਅਧਿਆਪਕ ਦਿਵਸ ਤੇ ਤੁਸੀਂ ਪ੍ਰੋਗਰਾਮ ਕਰ ਰਹੇ ਹੋ। ਅਧਿਆਪਕ ਦਾ ਰਿਸ਼ਤਾ ਇੱਕ ਬਾਪ ਨਾਲੋਂ ਵੱਡਾ ਰਿਸ਼ਤਾ ਹੁੰਦਾ ਹੈ, ਜੋ ਕਿ ਸਾਨੂੰ ਬਾਪ ਤਾਂ ਉਂਗਲ ਫੜ ਕੇ ਚੱਲਣਾ ਸਿਖਾਉਂਦਾ ਹੈ, ਅਧਿਆਪਕ ਸਾਨੂੰ ਸਮਾਜ ਦੇ ਵਿੱਚ ਵਿਚਰਨਾ ਸਿਖਾਉਂਦਾ ਹੈ। ਸਾਡੀ ਇੱਜ਼ਤ ਕਿਵੇਂ ਸਮਾਜ 'ਚ ਹੋਣੀ ਉਹਦੇ ਬਾਰੇ ਦੱਸਦਾ ਹੈ, ਕਿ ਅਸੀਂ ਕੀ ਕੁਝ ਕਿਵੇਂ ਪੜ੍ਹਨਾ ਹੈ, ਕਿਵੇਂ ਪੜ੍ਹਾਉਣਾ ਹੈ। ਤੁਹਾਡੇ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਮੈਂ ਸਿਰਫ ਤੁਹਾਡਾ 1 ਮਿੰਟ ਲੈਣਾ ਸੀ, ਕਿ ਜਿਵੇਂ ਤੁਸੀਂ ਸਾਰੇ ਹੀ ਪੰਜਾਬੀ ਮਾਂ ਬੋਲੀ ਵਾਸਤੇ ਚਿੰਤਤ ਹੋ, ਲਿਖਾਰੀ ਜਨ ਬੈਠੇ ਹਨ, ਸਾਰੇ ਹੀ ਬੁੱਧੀਵਾਨ ਬੈਠੇ ਹਨ। ਮੈਂ ਇੱਕ ਛੋਟਾ ਜਿਹਾ ਕੰਮ ਲੈ ਕੇ ਚੱਲਿਆ ਹਾਂ ਕਿ ਪੰਜਾਬ ਦੇ ਵਿੱਚ ਪੰਜਾਬੀ ਮਾਂ ਬੋਲੀ ਜਿਹੜਾ ਵਿਤਕਰਾ ਹੋ ਰਿਹਾ ਹੈ, ਚਾਹੇ ਸਕੂਲਾਂ ਵਿੱਚ ਹੋ ਰਿਹਾ ਹੈ, ਚਾਹੇ ਕਿਸੇ ਪਾਸੇ ਵੀ ਹੋ ਰਿਹਾ ਹੈ, ਉਹਦੇ ਲਈ ਜਾਗਰੂਕਤਾ ਰੈਲੀ, ਬੱਸ ਰੈਲੀ ਕੱਢਣ ਲਈ ਜਾ ਰਹੇ ਹਾਂ ਪੰਜਾਬ ਦੇ ਵਿੱਚ। ਤੁਸੀਂ ਸਾਰੇ ਬੈਠੇ ਹੋ, ਪੰਜਾਬ ਦੇ ਕਿਸੇ ਨਾ ਕਿਸੇ ਸ਼ਹਿਰ 'ਚ ਰਹਿੰਦੇ ਹੋ। ਅਸੀਂ ਉਹਦੀ ਬੱਸ ਹੈ ਪੰਜਾਬੀ ਜਾਗਰੂਕਤਾ, 23 ਸਤੰਬਰ ਤੋਂ ਲੈ ਕੇ 27 ਸਤੰਬਰ ਤੱਕ ਸਾਰੇ ਪੰਜਾਬ ਵਿੱਚ ਬੱਸ ਲੈ ਕੇ ਜਾਣੀ ਹੈ। 23 ਸਤੰਬਰ ਨੂੰ CM ਆਫਿਸ ਚੰਡੀਗੜ੍ਹ ਤੋਂ ਉਸ ਬੱਸ ਨੂੰ ਰਵਾਨਾ ਕੀਤਾ ਜਾਏਗਾ। ਭਗਵੰਤ ਮਾਨ CM ਸਾਹਿਬ ਉਸਨੂੰ ਹਰੀ ਝੰਡੀ ਦੇਣਗੇ, ਔਰ ਉਹ ਬੱਸ ਅਸੀਂ ਸਾਰੇ ਸ਼ਹਿਰਾਂ ਚੋਂ ਲਿਜਾਂਦੇ ਹੋਏ ਮੋਗਾ, ਫਰੀਦਕੋਟ, ਮੁਕਤਸਰ, ਜਲੰਧਰ, ਲੁਧਿਆਣਾ, ਜਿੰਨੇ ਵੀ ਸ਼ਹਿਰ ਹਨ ਰੂਟ ਤੁਹਾਡੇ ਨਾਲ ਸਾਂਝਾ ਕਰਨਗੇ। ਰਮਿੰਦਰ ਰਮੀ ਜੀ, ਮੈਂ ਇਹਨਾਂ ਰੂਟ ਭੇਜ ਦਿਆਂਗਾ ਸਾਰਾ। ਔਰ ਉਹ ਰੈਲੀ ਜਿਹੜੀ ਹੈ ਇਹਨਾਂ 42 ਸ਼ਹਿਰਾਂ 'ਚ ਹੁੰਦੀ, ਅੰਮ੍ਰਿਤਸਰ ਦਰਬਾਰ ਸਾਹਿਬ ਮੱਥਾ ਟੇਕ ਕੇ ਇਸ ਰੈਲੀ ਨੂੰ ਸਮਾਪਤ ਕਰਾਂਗੇ। ਕੋਸ਼ਿਸ਼ ਇਹ ਸਾਡੀ ਹੈ ਕਿ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਅਸੀਂ ਉਸ ਰੈਲੀ ਦਾ ਵੱਧ ਤੋਂ ਵੱਧ ਹਿੱਸਾ ਬਣੀਏ, ਸਹਿਯੋਗ ਦਈਏ, ਤਾਂ ਕਿ ਅਸੀਂ ਦੱਸ ਸਕੀਏ ਉਹਨਾਂ ਸਰਕਾਰੀ ਦਰਬਾਰੇ ਕਿ ਅਸੀਂ ਪੰਜਾਬੀ ਮਾਂ ਬੋਲੀ ਵਾਸਤੇ ਕਿੰਨੇ ਕੁ ਚਿੰਤਤ ਹਾਂ। ਇਹ ਕੰਮ ਬੰਦ ਕਰੋ ਜਿਹੜੇ ਤੁਸੀਂ ਹੁਣ ਫੜ ਲਏ ਹਨ ਕਿ ਸਕੂਲਾਂ ਵਿੱਚ ਪੰਜਾਬੀ, ਸਾਡੇ ਪੰਜਾਬ ਦੇ ਵਿੱਚ ਪੰਜਾਬੀ ਬੋਲਣ ਜੁਰਮਾਨੇ ਕੀਤੇ ਜਾਂਦੇ ਹਨ, ਈਵਨ ਕਿ ਅਧਿਆਪਕਾਂ ਨੂੰ ਪੰਜਾਬੀ ਬੋਲਣ ਜੁਰਮਾਨੇ ਕੀਤੇ ਜਾਂਦੇ ਹਨ, ਬੱਚਿਆਂ ਨੂੰ ਤਾਂ ਕਰਨੇ ਹੀ ਸਨ। ਔਰ ਮਾਨਸਾ ਸਟੇਸ਼ਨ ਤੇ ਤੁਸੀਂ ਦੇਖਿਆ ਪਿਛਲੇ ਹਫ਼ਤੇ ਹੀ ਅੱਜ ਖਬਰ ਸੁਣੀ ਸੀ ਕਿ ਉੱਥੇ ਪੰਜਾਬੀ ਦਾ ਸਾਈਨ ਲਾ ਕੇ ਹਿੰਦੀ ਤੇ ਅੰਗਰੇਜ਼ੀ ਵਿੱਚ ਸਾਈਨ ਲਾ ਦਿੱਤਾ ਗਿਆ। ਅੱਜ ਮਾਨਸਾ ਦੀ ਵਾਰੀ ਹੈ, ਕੱਲ ਨੂੰ ਅੰਮ੍ਰਿਤਸਰ, ਜਲੰਧਰ, ਕੱਲ ਨੂੰ ਤੁਹਾਡੇ ਮੋਗੇ ਦੀ ਜਾਂ ਫਰੀਦਕੋਟ ਦੀ ਵਾਰੀ ਵੀ ਆ ਸਕਦੀ ਹੈ।
ਅਸੀਂ ਇਸ ਦੇ ਖਿਲਾਫ ਇਹ ਮੁਹਿੰਮ ਵੰਡੀ ਹੈ। ਸਾਡਾ ਸਾਰੇ ਸਹਿਯੋਗ ਦਿਓ। ਸਾਰਿਆਂ ਨੂੰ ਜੁੜ ਕੇ ਬੇਨਤੀ ਹੈ, ਜਿੱਥੇ ਜਿੱਥੇ ਰੈਲੀ ਜਾਂਦੀ ਹੈ, ਤੁਸੀਂ 5 ਦਿਨ ਨਹੀਂ ਕੱਢ ਸਕਦੇ, 1 ਦਿਨ 2 ਦਿਨ ਜਾਂ 1 ਘੰਟਾ 2 ਘੰਟੇ, ਜਿੱਥੇ ਜਿੱਥੇ ਰੈਲੀ ਜਾਂਦੀ ਹੈ ਸਾਨੂੰ ਸਾਰੇ ਅੱਗੇ ਆ ਕੇ ਮਿਲੋ ਤਾਂ ਕਿ ਅਸੀਂ ਵੱਧ ਤੋਂ ਰੈਲੀ ਸ਼ਮੂਲੀਅਤ ਕਰ ਸਕੀਏ ਔਰ ਪੰਜਾਬ ਸਰਕਾਰ ਨੂੰ ਜਾਂ ਦੂਜੀਆਂ ਸਰਕਾਰਾਂ ਨੂੰ ਦੱਸ ਸਕੀਏ ਕਿ ਅਸੀਂ ਪੰਜਾਬੀ ਵਾਸਤੇ ਚਿੰਤਤ ਹਾਂ। ਕਮ ਸੇ ਕਮ ਸਾਡੇ ਪੰਜਾਬ ਨੂੰ ਸਾਨੂੰ ਪੰਜਾਬੀ ਬੋਲਣ ਜੁਰਮਾਨੇ ਨਾ ਕੀਤੇ ਜਾਣ ਔਰ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਜਿੰਨਾ ਵੀ ਕੰਮ ਕਰੀ ਉਹਨਾਂ ਥੋੜਾ ਹੈ, ਤੁਸੀਂ ਸਾਰੇ ਬਹੁਤ ਕਰ ਰਹੇ ਹੋ, ਪਰ ਸਾਡਾ ਸਾਥ ਦਿਓ ਇਸ ਰੈਲੀ ਦੇ ਵਿੱਚ। ਮੈਂ ਸਾਰਿਆਂ ਨੂੰ ਹੱਥ ਜੋੜ ਕੇ ਗੁਜ਼ਾਰਿਸ਼ ਬੇਨਤੀ ਕਰਦਾ ਹਾਂ ਕਿ ਤੁਸੀਂ ਰੈਲੀ ਵਿੱਚ ਸਾਡਾ ਸਾਥ ਦਿਓ। ਜਿੱਥੇ ਜਿੱਥੇ ਬੈਠੇ ਹੋ ਸਾਨੂੰ ਉੱਥੇ ਮਿਲੋ ਔਰ ਅਸੀਂ ਰੈਲੀ ਵੱਧ ਤੋਂ ਵੱਧ ਸਾਥ ਦੇ ਕੇ ਉਸ ਰੈਲੀ ਨੂੰ ਕਾਮਯਾਬ ਬਣਾਉਣ ਵਿੱਚ ਸਾਡਾ ਸਬਰ ਕਰੀਏ। ਬਹੁਤ ਬਹੁਤ ਮਿਹਰਬਾਨੀ, ਤੁਹਾਡਾ ਮੈਂ ਟਾਈਮ ਲਿਆ, ਤੁਸੀਂ ਟਾਈਮ ਦਿੱਤਾ। ਸਾਰੇ ਬਹੁਤ ਬੁੱਧੀਜੀਵ ਬੈਠੇ ਹੋ, ਬੁੱਧੀਮਾਨ ਜੀਵ ਬੈਠੇ ਹੋ, ਬਹੁਤ ਬਹੁਤ ਮਿਹਰਬਾਨੀ, ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਔਰ ਮੈਂ ਉਮੀਦ ਕਰਦਾ ਕਿ ਤੁਹਾਡੇ ਸਾਰਿਆਂ ਦੇ ਜ਼ਰੂਰ ਕਿਤੇ ਨਾ ਕਿਤੇ ਦਰਸ਼ਨ ਹੋਣਗੇ ਉਸ ਰੈਲੀ ਦੇ ਵਿੱਚ, ਕਿਸੇ ਨਾ ਕਿਸੇ ਸ਼ਹਿਰ 'ਚ ਜ਼ਰੂਰ ਹੋਣਗੇ। ਬਹੁਤ ਬਹੁਤ ਮਿਹਰਬਾਨੀ ਜੀ। ਸਾਡੇ 2 ਤੇ ਸਵਾ ਲੱਖ ਬੈਠੇ ਨੇ, ਬਲਜੀਤ ਰਿਆੜ ਤੇ ਰਾਜਵੀਰ ਗਰੇਵਾਲ, ਇਹ ਜ਼ਰੂਰ ਹੋ ਸਕਦਾ ਜੀ। ਬਹੁਤ ਸ਼ੁਕਰੀਆ ਕਤੂਰੀਆ ਸਾਹਿਬ, ਬਹੁਤ ਸ਼ੁਕਰੀਆ। ਤੇ ਹੁਣ ਮੈਂ ਆਪਣੇ ਪ੍ਰਬੰਧਕੀ ਟੀਮ ਵੱਲ ਸੁਰਜੀਤ ਕੌਰ ਜੀ ਨੂੰ ਕਹਾਂਗੀ ਕਿ ਅੱਜ ਦੀ ਕਾਬ ਮਿਲਣੀ ਦੇ ਵਿੱਚ ਆਪਣੀ ਹਾਜ਼ਰੀ ਲਗਵਾਉਣ, ਤੇ ਉਸ ਤੋਂ ਬਾਅਦ ਫਿਰ ਪਿਆਰਾ ਸਿੰਘ ਪੁੱਦੋਵਾਲ ਜੀ ਇਸ ਪ੍ਰੋਗਰਾਮ ਨੂੰ ਸਮ ਅਪ ਵੀ ਕਰਨਗੇ ਤੇ ਨਾਲ ਹੀ ਨਾਲ ਆਪਣੀ ਕੋਈ ਨਾ ਕੋਈ ਰਚਨਾ ਸਾਂਝੀ ਕਰਨਗੇ। ਰਿੰਟੂ ਜੀ ਨੇ ਵੀ ਨਹੀਂ ਸੁਣਾਇਆ, ਮੈਂ ਕਿਹਾ ਸੀ ਰਵਿੰਦਰ ਜੀ ਤੁਸੀਂ ਕੁਝ ਕਹਿਣਾ ਚਾਹ ਰਹੇ ਹੋ? ਰਿੰਟੂ ਜੀ ਤੁਸੀਂ ਨਹੀਂ ਸੁਣਾਇਆ ਆਗਾਜ਼? ਨਹੀਂ ਕੋਈ ਨਹੀਂ ਜੀ ਸੁਰਜੀਤ ਜੀ। ਮੇਰੇ ਖਿਆਲ ਹੈ ਮੇਰੀ ਬੇਨਤੀ ਸਵੀਕਾਰ ਕਰੋ। ਅਸੀਂ ਤੁਹਾਡਾ ਨਾਮ ਨੋਟ ਕਰ ਲਿਆ ਜੀ, ਅਸੀਂ ਅਗਲੀ ਵਾਰੀ ਜ਼ਰੂਰ ਤੁਹਾਡੀ ਬੇਨਤੀ ਸਵੀਕਾਰ ਕਰਾਂਗੇ ਜੀ। ਨਹੀਂ, ਮੈਂ ਬਲਵੰਤ ਕੱਖੜ, ਮੇਰਾ ਪਹਿਲੀਆਂ ਤੇ ਜੁਆਇਨ ਕੀਤਾ ਹੋਇਆ ਜੀ। ਜੀ ਬਿਲਕੁਲ ਅਸੀਂ ਤੁਹਾਡਾ ਨਾਮ ਨੋਟ ਕਰ ਲਿਆ ਤੇ ਅਸੀਂ ਦੱਸੋ ਕੀ ਕਹਿਣਾ ਚਾਹੁੰਦੇ, ਕੀ ਕਹਿਣਾ ਸੀ? ਹਾਂਜੀ, ਕੋਈ ਟੀਚਰ ਡੇ ਤੇ ਹੀ ਮੈਂ ਬੋਲ ਦਿੰਦਾ ਜੀ। ਨਹੀਂ ਉਹਨੇ ਬੋਲਣਾ ਨਹੀਂ, ਇਹ ਕੁਝ ਲੈਕਚਰ ਨਹੀਂ, ਕਵੀ ਦਰਬਾਰ ਹੈ, ਇਹਦਾ ਬਹੁਤ ਲੰਬਾ ਹੋ ਜਾਏਗਾ। ਚਲੋ ਹਾਂਜੀ ਕਵਿਤਾ ਹੀ ਸੁਣਾਵਾਂਗਾ ਜੀ, ਟੀਚਰ ਡੇ ਤੇ ਕਵਿਤਾ। ਬਲਵੰਤ ਰਾਏ ਜੀ, ਅਸੀਂ ਹੱਥ ਜੋੜ ਕੇ ਅੱਜ ਮਾਫੀ ਮੰਗਦੇ ਹਾਂ ਤੇ ਅਸੀਂ ਅੱਗੇ ਤੁਹਾਡਾ ਨਾਮ ਨੋਟ ਕਰ ਲਿਆ। ਅਸੀਂ ਅਗਲਾ ਕੋਈ ਵੀ ਕਾਬ ਮਿਲਣੀ ਜਦੋਂ ਹੋਏਗੀ ਤੁਹਾਨੂੰ ਅਸੀਂ ਜ਼ਰੂਰ ਇਨਵੀਟੇਸ਼ਨ ਭੇਜਾਂਗੇ ਜੀ। ਜਿਹੜੇ ਪੋਸਟਰ ਤੇ ਹੁੰਦੇ ਸੀ ਉਹਨਾਂ ਤੋਂ ਸੁਣਦੇ ਸਿਰਫ, ਜਿਨ੍ਹਾਂ ਦੇ ਨਾਮ ਪੋਸਟਰ ਤੇ। ਬਹੁਤ ਸ਼ੁਕਰੀਆ ਜੀ। ਓਕੇ, ਠੀਕ ਹੈ ਜੀ। ਜੀ ਸੁਰਜੀਤ ਜੀ। ਹਾਂਜੀ, ਡਾਕਟਰ ਸਰਬਜੀਤ ਸੋਲ ਹੈਗੇ ਨੇ ਇੱਥੇ? ਹੈਗੇ ਨੇ ਜੀ, ਹੈਗੇ ਨੇ। ਅੱਛਾ, ਪਿੱਛੇ ਜੇ ਬੜੀਆਂ ਇੰਡੀਆ ਤੋਂ ਜਿਹੜੀਆਂ ਖਬਰਾਂ ਆਈਆਂ ਨਾ ਕੁੜੀਆਂ ਬਾਰੇ, ਮੈਂ ਉਹਨਾਂ ਤੇ ਇੱਕ ਨਵੀਂ ਕਵਿਤਾ ਲਿਖੀ ਹੈ ਤੇ ਕੋਸ਼ਿਸ਼ ਕੀਤੀ ਹੈ ਇੱਕ, ਦੇਖੋ ਆਈ ਡੋਂਟ ਨੋ, ਮੇਬੀ ਇਹਦੇ 'ਚ ਕੋਈ ਹਾਲੇ ਕੱਚੀ ਵੀ ਹੋ ਸਕਦੀ ਹੈ। ਕਵਿਤਾ ਦਾ ਅਨੁਵਾਨ ਹੈ ਜੀ, ਕਿਤ ਵੱਲ। ਮੇਰਾ ਨਾਂ ਲੈ ਕੇ ਕਿਸੇ ਨੇ ਹਾਕ ਮਾਰੀ ਹੈ ਮੈਨੂੰ, ਗਾਰਗੀ ਮੈਂ ਸਦੀਆਂ ਤੋਂ ਜੜ ਹੋ ਗਈ ਹਾਂ, ਕੋਈ ਪੈਰ ਚਾਪ ਵੱਧ ਰਹੀ ਹੈ ਮੇਰੇ ਵੱਲ, ਛਪਾਕ ਮੈਂ ਠਠੰਬਰ ਗਈ ਹਾਂ। ਆਵਾਜ਼ਾਂ ਦਾ ਸਮੂਹ ਹੈ, ਸੱਭਿਅਤਾ ਖਤਰੇ ਵਿੱਚ ਹੈ। ਆਵਾਜ਼ਾਂ ਦਾ ਸਮੂਹ ਹੈ, ਸੱਭਿਅਤਾ ਖਤਰੇ ਵਿੱਚ ਹੈ। ਸਮਾਂ ਜ਼ਖਮੀ ਹੈ, ਜ਼ੋਂਬੀਜ਼ ਦੌੜ ਰਹੇ ਹਨ, ਮੈਂ ਲੁਕ ਛਿਪ ਕੇ ਜੀ ਰਹੀ ਹਾਂ। ਜ਼ੋਂਬੀਜ਼ ਦੌੜ ਰਹੇ ਹਨ, ਮੈਂ ਲੁਕ ਛਿਪ ਕੇ ਜੀ ਰਹੀ ਹਾਂ। ਦੁਨੀਆ ਪੁਲਾੜ 'ਚ ਅਪੜ ਗਈ, ਨਹੀਂ ਮੈਂ ਦਿਸ਼ਾਹੀਣ ਨਹੀਂ ਹੋ ਸਕਦੀ। ਪਰ ਇਹ ਜੰਗਲ ਕਿਵੇਂ ਲੰਘਾ, ਨਿੱਕੀ ਜਿੰਨੀ ਮੇਰੀ ਕਾਇਆ, ਉਹਨਾਂ ਦੇਖ ਲੈਣਾ ਮੈਨੂੰ ਤੇ ਇਨਵਿਜ਼ੀਬਲ ਵੀ ਤਾਂ ਨਹੀਂ ਹੋ ਸਕਦੀ ਮੈਂ। ਉਹਨਾਂ ਦੇਖ ਲੈਣਾ ਮੈਨੂੰ, ਇਨਵਿਜ਼ੀਬਲ ਵੀ ਤਾਂ ਨਹੀਂ ਹੋ ਸਕਦੀ ਮੈਂ। ਖਿੜਕੀ ਖੋਲ ਕੇ ਵੇਖਦੀ ਹਾਂ, ਚੁਫੇਰੇ ਹਨੇਰਾ ਹੈ, ਜੰਗਲ ਬੀਆਬਾਨ 'ਚ ਮੇਰਾ ਰਹਿਣ ਬਸੇਰਾ ਹੈ। ਬੀਂਡਿਆਂ ਦੀ ਟੈਂ ਨੇ ਮੂਰਛਿਤ ਕਰ ਦੇਣਾ ਮੈਨੂੰ, ਬੀਂਡਿਆਂ ਦੀ ਟੈਂ ਨੇ ਮੂਰਛਿਤ ਕਰ ਦੇਣਾ ਮੈਨੂੰ। ਇਹਨਾਂ ਜ਼ੋਂਬੀਜ਼ ਨੇ ਨੋਚ ਲੈਣਾ ਹੈ ਮੈਨੂੰ। ਉਹ ਆਵਾਜ਼ ਕਿਧਰੇ ਗੁਆਚ ਗਈ ਹੈ, ਕੀ ਮੇਰੇ ਅੰਦਰੋਂ ਕੋਈ ਬੋਲਦਾ ਹੈ? ਕੀ ਮੈਂ ਬਾਈਪੋਲਰ ਡਿਸਆਰਡਰ ਦੀ ਸ਼ਿਕਾਰ ਹੋ ਗਈ ਹਾਂ? ਕੀ ਮੈਂ ਬਾਈਪੋਲਰ ਡਿਸਆਰਡਰ ਦੀ ਸ਼ਿਕਾਰ ਹੋ ਗਈ ਹਾਂ? ਆਵਾਜ਼ਾਂ ਚੋਂ ਦਿਸ਼ਾ ਭਾਲਦੀ ਮੈਂ ਤਾਂ ਉਹਨਾਂ ਵੱਲ ਹੀ ਤੁਰ ਰਹੀ ਹਾਂ, ਪਰ ਮੈਂ ਦਿਸ਼ਾਹੀਣ ਨਹੀਂ ਹੋਣਾ। ਭਾਵੇਂ ਮੇਰੇ ਪੈਰਾਂ ਵਿੱਚ ਬੇੜੀਆਂ ਨੇ, ਉਹ ਮੈਨੂੰ ਡਰਾ ਰਹੇ ਨੇ। ਖੁੱਲ ਜਾ ਸਿਮ ਮੇਰੇ ਅੰਦਰੋਂ ਕੋਈ ਤਾਕਤ ਆਈ ਹੈ, ਉਸਨੇ ਮੇਰੇ ਪੈਰਾਂ ਨੂੰ ਆਜ਼ਾਦ ਕਰ ਦਿੱਤਾ ਹੈ
ਤੇ ਮੈਂ ਹੁਣ ਨਹੀਂ ਰੁਕਣਾ ਇਸ ਜੰਗਲ 'ਚ, ਕੋਈ ਗੇਰੂਆ ਚੋਲਾ, ਕੋਈ ਤਸਬੀਹ ਮੇਰੀ ਉਡੀਕ 'ਚ ਹੈ, ਮੇਰੀ ਉਡੀਕ 'ਚ ਹੈ। ਵਾਹ ਵਾਹ ਵਧੀਆ ਸੁਰਜੀਤ ਜੀ, ਵੈਰੀ ਗੁੱਡ। ਬਹੁਤ ਥੈਂਕ ਯੂ ਜੀ, ਥੈਂਕ ਯੂ। ਬਹੁਤ ਖੂਬ। ਸਾਡੇ ਨਾਲ ਬਲਿਹਾਰ ਲਹਿਲ ਜੀ ਸਿਆਟਲ ਤੋਂ ਜੁੜੇ ਨੇ, ਮੈਂ ਉਹਨਾਂ ਦਾ ਵੀ ਸਵਾਗਤ ਕਰਦੀ ਹਾਂ। ਜੀ ਪਿਆਰਾ ਸਿੰਘ ਕੁਦੋਵਾਲ ਜੀ, ਤੁਸੀਂ ਆਪਣਾ ਵੀਡੀਓ ਆਡੀਓ ਔਨ ਕਰ ਲਓ ਜੀ। ਮਿਊਟ ਹੋ ਤੁਸੀਂ। ਓਕੇ ਥੈਂਕ ਯੂ ਜੀ। ਸੁਰਜੀਤ ਨੇ ਬਹੁਤ ਵਧੀਆ ਕਵਿਤਾ ਕਹੀ ਸੁਰਜੀਤ, ਥੈਂਕ ਯੂ। ਵੈਲਕਮ ਜੀ। ਕਿੰਨਾ ਚੰਗਾ ਹੁੰਦਾ ਨਾ ਇੱਕ ਸੁਣਾਵੇ ਤੇ ਦੂਜਾ ਸੁਣੇ। ਬਿਲਕੁਲ ਬਿਲਕੁਲ, ਕੀ ਖੂਬਸੂਰਤ ਗੱਲ ਹੈ। ਇਹ ਮੌਕਾ ਕਦੀ ਕਦੀ ਮਿਲਦਾ ਜੀ, ਇਸ ਤਰ੍ਹਾਂ ਕਾਬ ਮਿਲਣੀ ਚ ਹੀ ਮਿਲਦਾ। ਅੱਜ ਟੀਚਰਸ ਡੇ ਨੂੰ ਸਮਰਪਿਤ ਜੋ ਕਾਬ ਮਿਲਣੀ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਔਰ ਪੰਜਾਬ ਸਾਹਿਤ ਅਕੈਡਮੀ ਵੱਲੋਂ ਰਮਿੰਦਰ ਰੰਮੀ ਜੀ ਔਰ ਡਾਕਟਰ ਸਰਬਜੀਤ ਕੌਰ ਸੋਲ ਜੀ ਦੇ ਸਹਿਯੋਗ ਦੇ ਨਾਲ ਆਯੋਜਿਤ ਕੀਤੀ ਗਈ, ਬਹੁਤ ਹੀ ਵਧੀਆ, ਭਾਵਪੂਰਤ ਤੇ ਖੂਬਸੂਰਤ ਰਹੀ। ਅੱਜ ਦੀ ਇਸ ਮੀਟਿੰਗ ਵਿੱਚ ਖਾਸ ਤੌਰ ਤੇ ਸਰਬਜੀਤ ਕੌਰ ਸੋਲ ਹੋਣਾ ਦਾ ਸ਼ਾਮਲ ਹੋਣਾ, ਨਾਲ ਆਪਣੀਆਂ ਕਵਿਤਾਵਾਂ ਕਹਿਣਾ ਇੱਕ ਵੱਡੀ ਪ੍ਰਾਪਤੀ ਮੈਂ ਸਮਝਦਾ, ਕਿਉਂਕਿ ਨਹੀਂ ਤੇ ਅਕਸਰ ਉਹ ਬਹੁਤ ਬਿਜ਼ੀ ਹੁੰਦੇ ਨੇ, ਉਹਨਾਂ ਦਾ ਸਕੈਡਿਊਲਸ ਬਹੁਤ ਬਿਜ਼ੀ ਹੁੰਦੇ ਨੇ। ਪਰ ਅੱਜ ਉਹਨਾਂ ਨੇ ਬਹੁਤ ਹੀ ਤਹੱਮਲ ਦੇ ਨਾਲ ਜਿਹੜੀ ਇਹ ਗੱਲ ਕਹੀ ਟੀਚਰਸ ਡੇ ਦੇ ਨਾਲ ਸੰਬੰਧਿਤ, ਉਸ ਤਰ੍ਹਾਂ ਵੀ, ਔਰ ਉਹਨਾਂ ਦੀਆਂ ਕਵਿਤਾਵਾਂ ਉਹਨਾਂ ਦੇ ਕੋਲੋਂ ਸੁਣਨ ਦਾ ਇੱਕ ਵੱਖਰਾ ਹੀ ਆਨੰਦ ਜਿਹੜਾ ਅਸੀਂ ਅੱਜ ਮਾਣਿਆ। ਸੋ ਥੈਂਕ ਯੂ ਡਾਕਟਰ ਸਰਬਜੀਤ ਕੌਰ ਸੋਲ ਜੀ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ। ਸ਼ੁਕਰੀਆ। ਅੱਜ ਦੀ ਇਸ ਮੀਟਿੰਗ ਦਾ ਆਗਾਜ਼ ਰਿੰਟੂ ਭਾਟੀਆ ਜੀ ਅਤੇ ਥੈਂਕ ਯੂ ਜੀ ਸੁਰਜੀਤ ਕੌਰ ਜੀ ਨੇ ਬਹੁਤ ਸੋਹਣੇ ਤਰੀਕੇ ਨਾਲ ਕੀਤਾ। ਰਿੰਟੂ ਭਾਟੀਆ ਦੀ ਆਵਾਜ਼ ਔਰ ਉਹਨਾਂ ਦੇ ਗੀਤ ਜਿਹੜੇ ਉਹ ਗਾਉਂਦੇ ਨੇ, ਉਹ ਆਪਣੇ ਆਪ ਵਿੱਚ ਇੱਕ ਖਿੱਚ ਦਾ ਕਾਰਨ ਬਣੇ ਹੋਏ ਨੇ, ਔਰ ਸਾਡੇ GTA ਦੀ ਇਹ ਕੋਇਲ ਬਣਦੀ ਜਾ ਰਹੀ ਹੈ ਦਿਨ ਬ ਦਿਨ, ਔਰ ਹਰ ਮਹਿਫਲ ਜਿਹੜੀ ਹੈ ਇਹਨਾਂ ਤੋਂ ਬਿਨਾਂ ਅਧੂਰੀ ਹੁੰਦੀ ਹੈ। ਸੋ ਇਹਨਾਂ ਦਾ ਧੰਨਵਾਦ। ਹੋਰ ਤੁਹਾਨੂੰ ਪਰਮਾਤਮਾ ਜਿਹੜਾ ਸ਼ਕਤੀ ਦੇਵੇ ਕਿ ਤੁਸੀਂ ਹੋਰ ਵਧੀਆ ਜਿਹੜਾ ਗਾ ਸਕੋ। ਜਸਪਾਲ ਸਿੰਘ ਜੀ ਇਟਲੀ ਤੋਂ, ਉਹਨਾਂ ਨੇ ਸਾਡੇ ਨਾਲ ਜੁਆਇਨ ਕੀਤਾ। 3 ਕਵਿਤਾਵਾਂ ਉਹਨਾਂ ਨੇ ਸੁਣਾਈਆਂ। ਇੱਕ ਕਵਿਤਾ ਉਹਨਾਂ ਨੇ ਇਟਾਲੀਅਨ ਪੋਇਟ ਦੀ ਜਿਹੜੀ ਹੈ ਟ੍ਰਾਂਸਲੇਸ਼ਨ ਕਰਕੇ ਸੁਣਾਈ, ਬੜਾ ਅੱਛਾ ਲੱਗਾ। ਡਾਕਟਰ ਕੁਲਦੀਪ ਸਿੰਘ ਦੀਪ ਦਾ ਵੀ ਅੱਜ ਦੀ ਇਸ ਮੀਟਿੰਗ ਵਿੱਚ ਲਗਾਤਾਰ ਸ਼ਾਮਲ ਰਹਿਣਾ ਸਾਡੇ ਵਾਸਤੇ ਇੱਕ ਬੜੀ ਵੱਡੀ ਗੱਲ ਹੈ। ਡਾਕਟਰ ਕੁਲਦੀਪ ਸਿੰਘ ਦੀਪ ਇੱਕ ਵਿਦਵਾਨ ਸ਼ਾਇਰ ਨੇ, ਔਰ ਵਿਦਵਾਨ ਹੋਣ ਦੇ ਨਾਲ ਨਾਲ ਜਿਹੜੀ ਉਹ ਵਾਰਤਕ ਜਿਹੜੀ ਉਹਨਾਂ ਨੇ ਕਾਵਿਕ ਵਾਰਤਕ ਜਿਹੜੀ ਅੱਜ ਸਾਡੇ ਨਾਲ ਸਾਂਝੀ ਕੀਤੀ ਅਧਿਆਪਕ ਦਿਵਸ ਦੇ ਉੱਤੇ, ਔਰ ਅਧਿਆਪਕ ਨੂੰ ਸਮਰਪਿਤ, ਮੈਂ ਸਮਝਦਾ ਕਿ ਆਪਣੇ ਆਪ ਵਿੱਚ ਪੰਜਾਬੀ ਸਾਹਿਤ ਦੀ ਇੱਕ ਅਦੁੱਤੀ, ਵਡਮੁੱਲੀ ਔਰ ਚੰਗੀ ਰਚਨਾ ਹੈ। ਜਿਵੇਂ ਉਹਨਾਂ ਨੇ ਆਪ ਵੀ ਦੱਸਿਆ ਹੈ ਕਿ ਇਹ ਹਰ ਜਗ੍ਹਾ ਜਿਹੜੀ ਸਲਾਈ ਜਾ ਰਹੀ ਹੈ, ਔਰ ਸਲਾਹੀ ਜਾਣੀ ਚਾਹੀਦੀ ਹੈ, ਔਰ ਇਸ ਦੀਆਂ ਕੋਟੇਸ਼ਨਸ ਨੂੰ ਵਰਤਣਾ ਚਾਹੀਦਾ। ਮੈਂ ਡਾਕਟਰ ਕੁਲਦੀਪ ਸਿੰਘ ਦੀਪ ਉਹਨਾਂ ਨੂੰ ਇੰਨੀ ਵਧੀਆ ਰਚਨਾ ਰਚਣ ਵਾਸਤੇ ਬਹੁਤ ਬਹੁਤ ਵਧਾਈ ਦਿੰਦਾ। ਉਸ ਤੋਂ ਬਾਅਦ ਮੇਜਰ ਨਾਗਰਾ ਜੀ ਨੇ ਆਪਣੀ ਕਵਿਤਾ ਦੇ ਨਾਲ ਸਾਂਝ ਪਾਈ ਅਧਿਆਪਕ ਦਿਵਸ ਦੇ ਨਾਲ। ਪੁੱਛਦੇ ਹੋ ਕਿ ਕੀ ਮੈਂ ਨਚੀਜ਼ ਹਾਂ, ਕੀ ਚੀਜ਼ ਹਾਂ, ਮਤਲਬ ਇੱਕ ਵੱਖਰੇ ਤਰ੍ਹਾਂ ਦੀ ਕਵਿਤਾ। ਵਿਕਰਮ ਸੋਹੀ ਹੁਣਾਂ ਨੂੰ ਅਸੀਂ WhatsApp ਤੇ ਲਗਾਤਾਰ ਵੇਖਦੇ ਰਹਿੰਦੇ ਹਾਂ। ਉਹਨਾਂ ਦੀਆਂ ਕਵਿਤਾਵਾਂ, ਗੀਤ ਜਿਹੜੇ ਆ ਅਕਸਰ ਆਲਮੋਸਟ ਐਵਰੀ ਡੇ WhatsApp ਤੇ ਹੁੰਦੇ ਨੇ, ਔਰ ਅੱਜ ਉਹਨਾਂ ਨੂੰ ਸਾਹਮਣੇ ਸੁਣਿਆ ਤੇ ਹੋਰ ਵੀ ਬਹੁਤ ਵਧੀਆ ਲੱਗਾ। ਥੈਂਕ ਯੂ ਸੋਹੀ ਸਾਹਿਬ, ਤੁਸੀਂ ਸ਼ਾਮਲ ਹੋਏ, ਔਰ ਅਸੀਂ ਆਸ ਕਰਦੇ ਕਿ ਅੱਗੇ ਤੋਂ ਵੀ ਤੁਸੀਂ ਸਾਡੇ ਨਾਲ ਜੁਆਇਨ ਕਰੋਗੇ। ਔਰ ਇਸ ਤੋਂ ਬਾਅਦ ਕੁਲਦੀਪ ਜਿਹੜੀ ਸਾਡੀ ਇੱਥੇ GTA ਦੀ ਆਰਟਿਸਟ ਹੈ, ਔਰ ਮੈਨੂੰ ਤਾਂ ਅੱਜ ਪਤਾ ਲੱਗਾ ਕਿ ਉਹਨਾਂ ਦੀਆਂ ਪ੍ਰਾਪਤੀਆਂ ਕਿੰਨੀਆਂ ਵੱਡੀਆਂ ਨੇ। ਔਰ ਵੈਸੇ ਅਸੀਂ ਉਹਨਾਂ ਨੂੰ ਇੱਥੇ ਦੀਆਂ ਲੋਕਲ ਫਿਲਮਾਂ 'ਚ ਦੇਖਿਆ, ਕਵਿਤਾ ਵੀ ਬਹੁਤ ਵਧੀਆ ਕਹਿੰਦੇ ਨੇ, ਔਰ ਉਹਨਾਂ ਦਾ ਸ਼ਾਮਲ ਹੋਣਾ ਵੀ ਇੱਕ ਬਹੁਤ ਵਧੀਆ ਗੱਲ ਸੀ। ਔਰ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਉਹ ਸਾਡੇ ਨਾਲ ਇਸੇ ਤਰ੍ਹਾਂ ਹੀ ਸ਼ਾਮਲ ਹੁੰਦੇ ਰਹਿਣਗੇ, ਤਾਂ ਕਿ ਅਸੀਂ ਉਹਨਾਂ ਦੀ ਕਵਿਤਾ ਤੋਂ ਔਰ ਉਹਨਾਂ ਦੀ ਸ਼ਖਸੀਅਤ ਤੋਂ ਕੁਝ ਹੋਰ ਵੀ ਚੀਜ਼ਾਂ ਜਿਹੜੀਆਂ ਗ੍ਰਹਿਣ ਕਰ ਸਕੀਏ। ਡਾਕਟਰ ਸਨੋਵਰ ਚੇਬੋਰੀ ਧੰਨਵਾਦ ਕੁਦੋਵਾਲ ਸਾਹਿਬ ਜੀ, ਧੰਨਵਾਦ। ਆਪਾਂ ਮਿਲਦੇ ਰਹਿੰਦੇ ਹਾਂ, ਪਰ ਗੱਲਬਾਤ ਸ਼ਾਇਦ ਇਸ ਲੈਵਲ ਤੇ ਨਹੀਂ ਹੋਈ। ਸ਼ੁਕਰੀਆ ਤੁਹਾਡਾ। ਹਾਂਜੀ, ਥੈਂਕ ਯੂ ਸੋ ਮਚ। ਇਹੀ ਹੈ ਨਾ, ਜਦੋਂ ਅਸੀਂ ਇਹਨਾਂ ਮੀਟਿੰਗ ਵਿੱਚ ਮਿਲਦੇ ਹਾਂ ਤਾਂ ਸਾਨੂੰ ਇੱਕ ਦੂਸਰੇ ਦੀ ਪਰਸਨੈਲਿਟੀ ਦਾ ਇੱਕ ਅਸਲੀ ਰੂਪ ਮਿਲਦਾ, ਇੱਕ ਅੰਦਰੂਨੀ ਰੂਪ ਜਿਹੜਾ ਉਹ ਸਾਡੇ ਸਾਹਮਣੇ ਆਉਂਦਾ। ਕਿਉਂਕਿ ਜਦੋਂ ਅਸੀਂ ਕਵਿਤਾ ਕਹਿੰਦੇ ਹਾਂ ਤਾਂ
ਉਹ ਸਾਡੇ ਅੰਦਰੋਂ ਨਿਕਲਦੀ ਹੈ। ਫਿਰ ਅਸੀਂ ਤੁਹਾਨੂੰ ਮਤਲਬ ਅਸੀਂ ਇੱਕ ਦੂਜੇ ਨੂੰ ਇੱਕ ਵੱਖਰੇ ਪਰਸਪੈਕਟਿਵ ਤੋਂ ਵੇਖਦੇ ਹਾਂ। ਔਰ ਮੈਨੂੰ ਇਹ ਚੰਗਾ ਲੱਗਦਾ ਹੈ ਕਿ ਅਸੀਂ ਜਦੋਂ ਅਸੀਂ ਕਾਵਕ ਜ਼ਰੀਏ ਇੱਕ ਦੂਸਰੇ ਨੂੰ ਵੇਖਦੇ ਹਾਂ ਤਾਂ ਸਾਨੂੰ ਇੱਕ ਦੂਜੇ ਦੇ ਹੋਰ ਨਜ਼ਦੀਕ ਹੋਣ ਦਾ, ਇੱਕ ਦੂਜੇ ਨੂੰ ਹੋਰ ਸਮਝਣ ਦਾ, ਔਰ ਜੋ ਸਾਡੀ ਕਮਿਊਨਿਟੀ ਹੈ ਇਸ ਨੂੰ ਹੋਰ ਅੱਗੇ ਲੈ ਜਾਣ ਦਾ ਇੱਕ ਵਧੀਆ ਮੌਕਾ ਮਿਲਦਾ। ਤੇ ਸਾਨੂੰ ਪਤਾ ਲੱਗਦਾ ਹੈ ਕਿ ਹਰ ਬੰਦਾ ਜਿਹੜਾ ਆਪਣੇ ਅੰਦਰ ਕੋਈ ਨਾ ਕੋਈ ਦਰਦ ਸਮੋਈ ਬੈਠਾ, ਆਪਣੇ ਅੰਦਰ ਕੋਈ ਨਾ ਕੋਈ ਐਸਾ ਅਹਿਸਾਸ ਲੈ ਕੇ ਬੈਠਾ ਜਿਸ ਦੇ ਨਾਲ ਉਹ ਦੂਸਰਿਆਂ ਦਾ ਕੁਝ ਭਲਾ ਕਰ ਸਕੇ, ਆਪਣਾ ਕੁਝ ਭਲਾ ਕਰ ਸਕੇ। ਤੇ ਕਵਿਤਾ ਰਾਹੀਂ ਇਹ ਬਹੁਤ ਸਹਿਜ ਤਰੀਕੇ ਨਾਲ ਹੀ ਹੋ ਜਾਂਦਾ। ਮੈਨੂੰ ਲੱਗਦਾ ਕਿ ਕਵਿਤਾ ਇੱਕ ਦੂਜੇ ਨੂੰ ਸਮਝਣ ਵਿੱਚ ਬਹੁਤ ਯੋਗ ਹਿੱਸਾ ਪਾਉਂਦੀ ਹੈ। ਸੋ ਇਸੇ ਤਰ੍ਹਾਂ ਹੀ ਡਾਕਟਰ ਸਨੋਵਰ ਚਿਪ ਜੀ ਜੰਮੂ ਕਸ਼ਮੀਰ ਤੋਂ ਜੰਮੂ ਤੋਂ ਸਾਡੇ ਨਾਲ ਸ਼ਾਮਲ ਹੋਏ ਨੇ। ਅਸੀਂ ਆਸ ਕਰਾਂਗੇ ਕਿ ਅੱਗੇ ਤੋਂ ਵੀ ਸਾਡੇ ਨਾਲ ਸ਼ਾਮਲ ਹੁੰਦੇ ਰਹਿਣ। ਇੱਕ ਜਿਹੜਾ ਜੰਮੂ ਕਸ਼ਮੀਰ ਦੀ ਪੰਜਾਬੀ ਇੱਕ ਵੱਖਰੇ ਤਰ੍ਹਾਂ ਦੀ ਪੰਜਾਬੀ, ਮੈਂ ਬਹੁਤ ਸਾਰੇ ਲੇਖਕਾਂ ਨੂੰ ਉੱਥੋਂ ਜਾਣਦਾ, ਸਾਡੇ ਅਮਰੀਕਾ ਵੀ ਵਸਦੇ ਨੇ, ਇੱਥੇ ਵੀ, ਤੇ ਉਹਨਾਂ ਦਾ ਲਹਿਜਾ, ਉਹਨਾਂ ਦੀ ਗੱਲਬਾਤ ਕਰਨ ਦਾ ਤਰੀਕਾ, ਉਹਨਾਂ ਦੀ ਸ਼ਬਦਾਵਲੀ ਜਿਹੜੀ ਹੈ ਉਹ ਸਾਡੇ ਨਾਲੋਂ ਵੱਖਰੀ ਔਰ ਵੱਖਰੇ ਤਰੀਕੇ ਨਾਲ ਵਰਤਦੇ ਨੇ। ਸਾਡਾ ਇੱਕ ਦੋਸਤ ਨੇ ਜੰਮੂ ਕਸ਼ਮੀਰ ਤੋਂ, ਅਮਰੀਕਾ ਤੋਂ, ਉਹ ਕਹਿੰਦੇ ਹੁੰਦੇ ਨੇ ਕਿ ਤੁਹਾਨੂੰ ਤਾਂ ਪੰਜਾਬੀ ਆਉਂਦੀ ਨਹੀਂ, ਅਸਲੀ ਪੰਜਾਬੀ ਅਸੀਂ ਬੋਲਦੇ ਹਾਂ। ਤਾਂ ਬੜਾ ਅੱਛਾ ਲੱਗਦਾ ਹੈ ਕਿ ਜਿਹੜੀ ਮਤਲਬ ਅਸੀਂ ਉਹਨਾਂ ਦੀ ਅਸਲੀ ਪੰਜਾਬੀ ਵੀ ਵੇਖ ਲੈਂਦੇ ਹਾਂ ਔਰ ਫਿਰ ਅਸੀਂ ਕੰਪੈਰੀਜ਼ਨ ਕਰ ਸਕਦੇ ਹਾਂ ਕਿ ਜਿਹੜੀ ਦੂਸਰੀ ਸਟੇਟ ਦੇ ਵਿੱਚ ਜਿਹੜੀ ਪੰਜਾਬੀ ਕਿਵੇਂ ਬੋਲੀ ਜਾਂਦੀ। ਇਸੇ ਤਰ੍ਹਾਂ ਤੁਹਾਨੂੰ ਵੀ ਮੌਕਾ ਮਿਲਦਾ ਹੈ ਕਿ ਅਸੀਂ ਕੈਨੇਡਾ ਵਿੱਚ, ਅਮਰੀਕਾ ਵਿੱਚ ਜਾਂ ਹੋਰ ਦੇਸ਼ਾਂ ਦੇ ਵਿੱਚ ਜਿਹੜੇ ਲੋਕ ਵਸਦੇ ਨੇ, ਜਾਂ ਇਟਲੀ ਤੋਂ ਵੀ ਅੱਜ ਸਾਡੇ ਨਾਲ ਸ਼ਾਮਲ ਨੇ, ਤੇ ਉਹ ਕਿਸ ਤਰ੍ਹਾਂ ਪੰਜਾਬੀ ਬੋਲਦੇ ਨੇ। ਪਾਕਿਸਤਾਨ ਤੋਂ ਸਾਡੇ ਨਾਲ ਲੋਕ ਹੁੰਦੇ ਨੇ ਤੇ ਉਹਨਾਂ ਦੀ ਪੰਜਾਬੀ ਬਿਲਕੁਲ ਵੱਖਰੀ ਹੁੰਦੀ ਹੈ। ਪਰ ਇਸ ਤਰ੍ਹਾਂ ਅਸੀਂ ਬਹੁਤ ਸਾਰੀਆਂ ਪੰਜਾਬੀ ਦੀਆਂ ਇਹਨਾਂ ਉਪ ਬੋਲੀਆਂ, ਇਹਨਾਂ ਡਾਇਲੈਕਟਸ ਨੂੰ ਜਦੋਂ ਆਪਣੇ ਵਿੱਚ ਸਮੋਨੇ ਆ ਤਾਂ ਸਾਡਾ ਜਿਹੜਾ ਘੇਰਾ ਹੈ ਸੋਚ ਦਾ, ਸਮਝਣ ਦਾ, ਅੰਡਰਸਟੈਂਡਿੰਗ ਦਾ ਹੋਰ ਵੀ ਵੱਡਾ ਹੋ ਜਾਂਦਾ ਹੈ। ਔਰ ਇਹੀ ਕਾਰਨ ਹੈ ਕਿ ਇਹ ਮਿਲਣੀਆਂ ਜਿਹੜੀਆਂ ਬਹੁਤ ਕਾਮਯਾਬ ਰਹਿੰਦੀਆਂ। ਨਿਰਮਲ ਕੌਰ ਕੋਟਲਾ ਉਹਨਾਂ ਨੇ ਵੀ ਅਧਿਆਪਕ ਦਿਵਸ ਤੇ ਆਪਣੀ ਗੱਲ ਕਹੀ। ਦਲਬੀਰ ਸਿੰਘ ਕਥੂਰੀਆ ਹੋਰਾਂ ਨੇ ਆਪਣੇ ਵਿਚਾਰ ਜਿਹੜੇ ਆ ਆਉਣ ਵਾਲੀ ਰੈਲੀ ਦੇ ਸੰਬੰਧ ਵਿੱਚ ਦੱਸੇ, ਤੇ ਸੁਰਜੀਤ ਕੌਰ ਨੇ ਅੰਤ ਦੇ ਵਿੱਚ ਜਿਹੜੀ ਧੀਆਂ ਨੂੰ ਲੈ ਕੇ ਜਾਂ ਉਹਨਾਂ ਨੂੰ ਲੈ ਕੇ ਕਵਿਤਾ ਕਹੀ ਹੈ, ਉਹ ਬਹੁਤ ਵਧੀਆ ਕਵਿਤਾ ਸੀਗੀ। ਔਰ ਸੁਰਜੀਤ ਏਦਾਂ ਹੀ ਚੰਗੀ ਕਵਿਤਾ ਲਿਖਦੀ ਰਿਹਾ ਕਰ, ਅੱਛਾ ਲੱਗਦਾ। ਸਾਡੇ ਘਰ 'ਚ ਵੀ ਕੋਈ ਵਧੀਆ ਕਵਿਤਾ ਲਿਖਦਾ। ਸੋ ਤੁਸੀਂ ਉਹਨਾਂ ਨੂੰ ਇੱਕ ਗਰਮ ਕੱਪ ਕਾਫੀ ਦਾ ਦਿਆ ਕਰੋ, ਫਿਰ ਦੇਖੋ ਕਵਿਤਾ ਕਿੰਨੀ ਸੋਹਣੀ ਇਹ ਕਰਨਾ ਪੈਣਾ ਮੈਨੂੰ, ਸੇਵਾ ਕਰਨੀ ਪੈਣੀ ਹੈ। ਸੁਰਜੀਤ ਦੀ ਕਵਿਤਾ ਸੁਣ ਕੇ ਮੈਨੂੰ ਕਰੀਏ ਕਿ ਅਸੀਂ ਦੋਨੋਂ ਲਿਖਦੇ ਆ ਤੇ ਕਿਹਨੂੰ ਕੌਣ ਦੇਵੇਗਾ ਕਾਫੀ, ਗੱਲ ਤੇ ਪ੍ਰੋਬਲਮ ਇੱਥੇ ਆ ਜਾਂਦੀ ਨਾ। ਟਰਨ ਬਾਈ ਟਰਨ ਮਾਰਨਿੰਗ ਈਵਨਿੰਗ ਕਰ ਲਿਆ ਕਰੋ ਨਾ, ਇੱਕ ਵਾਰੀ ਉਹ ਇੱਕ ਵਾਰੀ ਉਹ। ਠੀਕ ਹੈ। ਮੈਂ ਜਿਹੜੀਆਂ ਵਧੇਰੇ ਕਰਕੇ ਕਵਿਤਾਵਾਂ ਜਿਹੜੀਆਂ ਅੱਜ ਦੀਆਂ ਸੁਣਾਈਆਂ ਗਈਆਂ, ਔਰ ਉਹਦੇ ਤੇ ਮੈਂ ਇੱਕ ਸੁਰਜੀਤ ਦੀ ਕਵਿਤਾ ਦੇ ਪ੍ਰਭਾਵ ਤੇ ਨਹੀਂ, ਮੈਂ ਛੋਟਾ ਇੱਕ ਸ਼ੇਅਰ ਤੁਹਾਨੂੰ ਸੁਣਾਵਾਂਗਾ ਅੱਜ ਦੀ ਇਸ ਹਾਜ਼ਰੀ ਲਾਉਣ ਵਾਸਤੇ, ਕਿਉਂਕਿ ਮੈਂ ਅਗਲੇ ਪ੍ਰੋਗਰਾਮ 'ਚ ਜਾਣਾ ਔਰ ਉੱਥੇ ਜਾ ਕੇ ਮੈਨੂੰ ਕੰਡਕਟ ਕਰਨਾ ਪੈਣਾ, ਮੇਰੀ ਵੇਟ ਕਰ ਰਹੇ ਨੇ। ਸੋ ਕੋਈ ਸ਼ੇਅਰ ਸੁਣਾਵਾਂਗਾ ਕਿ ਧੀਆਂ ਰੱਬ ਦੀ ਨਿਊ ਹੁੰਦੀਆਂ ਨੇ। ਧੀਆਂ ਰੱਬ ਦੀ ਨਿਊ ਹੁੰਦੀ। ਐਕਚੁਅਲੀ ਇਹ ਕਵਿਤਾ ਮੈਨੂੰ ਇੱਥੋਂ ਸੁਰਜੀਤ ਵਾਰਿਸ ਸ਼ਾਹ ਦੀ ਮੈਂ ਇੱਕ ਲਾਈਨ ਪੜ੍ਹੀ ਸੀ, ਜਿੱਥੇ ਹੀਰ ਜਿਹੜੀ ਆਪਣੀ ਮਾਂ ਨੂੰ ਕਹਿੰਦੀ ਹੈ, ਕੋਈ ਹੀਰ ਦੀ ਮਾਂ ਨੂੰ ਕਹਿੰਦੀ ਕਿ ਮੈਂ ਤੇਰੇ ਭਰਾ ਨੂੰ ਕਹਿੰਦੀ ਕਿ ਤੇਰੇ ਟੋਟੇ ਕਰਕੇ ਤੈਨੂੰ ਦਰਿਆ 'ਚ ਸੁੱਟੇ ਜਾਂ ਤੈਨੂੰ ਮਾਰੇ, ਇਸ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ। ਤਾਂ ਹੀਰ ਕਹਿੰਦੀ ਹੈ ਕਿ ਨਿਊ ਰੱਬ ਦੀ ਕਦੇ ਨਾ ਪੱਟੀਏ ਨੀ, ਰੱਬ ਦੀ ਪਟਣੀ ਬੜੀ ਔਖੀ। ਹਾਂ ਜੀ, ਅੰਜਿਆ ਨਿਊ ਰੱਬ ਦੀ ਪਟਣੀ ਬੜੀ ਔਖੀ, ਬੜੀ ਮਾੜੀ, ਨਿਊ ਰੱਬ ਦੀ ਪਟਣੀ ਬੜੀ ਮਾੜੀ, ਧੀਆਂ ਮਾਰਨਾ ਵੱਡਾ ਪਾਪ ਆਵੇ। ਸੋ ਹਾਂ, ਇੱਥੋਂ ਮੈਨੂੰ ਇਹ ਕਵਿਤਾ ਜਿਹੜੀ ਆ ਉਹ ਇੱਕ ਸ਼ੇਅਰ ਸੁਣਾਉਣਾ ਕਿ ਧੀਆਂ ਰੱਬ ਦੀ ਨਿਊ ਹੁੰਦੀਆਂ ਨੇ, ਕਿਉਂ ਧੀਆਂ ਨੂੰ ਮਾਰਨ ਲੋਕ। ਧੀਆਂ ਰੱਬ ਦੀ ਨਿਊ ਹੁੰਦੀਆਂ ਨੇ, ਕਿਉਂ ਧੀਆਂ ਨੂੰ ਮਾਰਨ ਲੋਕ। ਆਪਣੀ ਕੁੱਖ ਦਾ ਸਿਵਾ ਬਣਾ ਕੇ ਕਿਉਂ ਜਿੰਦ ਆਪਣੀ ਸਾੜਨ ਲੋਕ। ਬਾਬੇ ਨੇ ਵੀ ਹੁਕਮ ਚਲਾਏ, ਔਰਤ ਨੂੰ ਨਾ ਮੰਦਾ ਬੋਲ। ਬਾਬੇ ਨੇ ਵੀ ਹੁਕਮ ਚਲਾਏ, ਔਰਤ ਨੂੰ ਨਾ ਮੰਦਾ ਬੋਲੋ। ਤਾਜਾਂ ਤਖਤਾਂ ਵਾਲੇ ਜੰਮੇ, ਭਗਤੀ ਸ਼ਕਤੀ ਵਾਲੇ ਜੰਮੇ, ਕਿਉਂ ਨਾ ਫਿਰ ਵੀ ਹਾਰਨ ਲੋਕ। ਧੀਆਂ ਰੱਬ ਦੀ ਨਿਊ ਹੁੰਦੀਆਂ ਨੇ, ਕਿਉਂ ਧੀਆਂ ਨੂੰ ਮਾਰਨ ਲੋਕ। ਧੀਆਂ ਰੱਬ ਦੀ ਨਿਊ ਹੁੰਦੀਆਂ ਨੇ, ਕਿਉਂ ਧੀਆਂ ਨੂੰ ਮਾਰਨ ਲੋਕ। ਕਿਉਂਕਿ ਉਹ ਅੰਮ੍ਰਿਤਸਰ ਵਾਲੀ ਘਟਨਾ ਮੇਰੇ ਦਿਮਾਗ 'ਚੋਂ ਨਿਕਲਦੀ ਨਹੀਂ। ਮੈਂ ਬੜੀ ਵਾਰੀ ਸ਼ੇਅਰ ਵੀ ਕਰ ਚੁੱਕਾ, ਪਰ ਉਹ ਅੰਦਰ ਮੇਰੇ ਕਿਤੇ ਮਤਲਬ ਇੱਕ ਦਰਦ ਲੈ ਕੇ ਬੈਠ ਗਈ ਹੈ। ਸੋ ਅੱਜ ਦੀ
ਮੈਂ ਕਹਾਂਗਾ ਕਿ ਜਿਹੜੀ ਇਹ ਕਾਰ ਮਿਲਣੀ ਹੈ ਬਹੁਤ ਹੀ ਜ਼ਿਆਦਾ ਕਾਮਯਾਬ ਰਹੀ, ਅਧਿਆਪਕ ਦਿਵਸ ਨੂੰ ਸਮਰਪਿਤ ਰਹੀ, ਔਰ ਉਹਦੇ ਵਿੱਚ ਸਾਡੇ ਨਾਲ ਅਲੱਗ-ਅਲੱਗ ਵਿਚਾਰ ਆਏ। ਮੈਂ ਆਸ ਰੱਖਦਾ ਹਾਂ ਕਿ ਪੰਜਾਬ ਸਾਹਿਤ ਅਕੈਡਮੀ ਔਰ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਦੋਨੋਂ ਹੀ ਜੋ ਪ੍ਰਮੁੱਖ ਨੇ, ਡਾਕਟਰ ਸਰਬਜੀਤ ਕੌਰ ਸੋਹਲ ਜੀ, ਰਮਿੰਦਰ ਰੰਮੀ ਜੀ, ਔਰ ਸਾਡੇ ਹੋਰ ਸਾਰੇ ਸਾਥੀ ਰਿੰਟੂ ਭਾਟੀਆ ਜੀ, ਸਰਜੀਤ ਕੌਰ ਤੇ ਹੋਰ ਜਿੰਨੇ ਵੀ ਸਾਡੇ ਸਾਥੀ ਨੇ, ਉਹ ਇਸੇ ਤਰੀਕੇ ਨਾਲ ਹੀ ਇਹਨਾਂ ਮਿਲਣੀਆਂ ਨੂੰ ਕਰਵਾਉਂਦੇ ਰਹਿਣਗੇ ਤਾਂ ਕਿ ਅਸੀਂ ਸਾਹਿਤ ਨੂੰ ਹੋਰ ਚੰਗੀ ਤਰ੍ਹਾਂ ਸਮਝ ਸਕੀਏ। ਦੇਖੋ, ਸਾਹਿਤ ਲਿਖਦੇ ਸਾਰੇ ਨੇ, ਪੜ੍ਹਦੇ ਵੀ ਸਾਰੇ ਨੇ, ਪਰ ਸਾਹਿਤ ਨੂੰ ਸਮਝਣ ਵਾਸਤੇ ਇੱਕ ਵੱਖਰੇ ਤਰ੍ਹਾਂ ਦੀ ਪਰਸਨੈਲਿਟੀ ਕ੍ਰੀਏਟ ਹੁੰਦੀ ਹੈ, ਜਿਹੜੀ ਇੱਕ ਅੰਦਰੋਂ ਹੀ ਪ੍ਰਮਾਤਮਾ ਕੁਛ ਦਿੰਦਾ, ਜਿਹਨੂੰ ਸਮਝਣ ਦੀ ਲੋੜ ਪੈਂਦੀ ਹੈ ਔਰ ਸਾਨੂੰ ਉਹ ਸਮਝਣ ਦੀ ਲੋੜ ਹੈ। ਕਈ ਵਾਰੀ ਅਸੀਂ ਸਿੱਧਾ ਸਮਝ ਲੈਂਦੇ ਹਾਂ, ਇਹਦੇ ਵਿੱਚ ਬਹੁਤ ਡੂੰਘਾਈਆਂ ਨੇ। ਜਿਵੇਂ ਡਾਕਟਰ ਸਰਬਜੀਤ ਕੌਰ ਸੋਹਲ ਦੀ ਕਵਿਤਾ ਸੀ ਨਾ, ਹਾਣੀਆਂ ਵੇ ਜਿਹੜੀ ਵਾਲੀ ਕਵਿਤਾ ਹੈ ਉਹਨਾਂ ਦੀ, ਅੜਿਆ ਤੂੰ ਵੀ ਹੱਦ ਕਰਦਾ ਹੈ। ਹੁਣ ਵੇਖਣ ਨੂੰ ਇਹ ਬੜੀ ਸਿੰਪਲ ਕਵਿਤਾ ਲੱਗਦੀ ਹੈ, ਪਰ ਜਦੋਂ ਤੁਸੀਂ ਉਹਨੂੰ ਸੁਣਦੇ ਹੋ, ਤੁਸੀਂ ਕਿੰਨੀਆਂ ਉਤਰਾਵਾਂ ਚੜਾਵਾਂ ਔਰ ਕਿੰਨੀਆਂ ਡੂੰਘਾਈਆਂ ਦੇ ਵਿੱਚ ਜਾ ਜਿਹੜੇ ਬਹਿੰਦੇ ਹੋ, ਜੀਵਨ ਦੇ ਕਈ ਸੱਚ ਤੁਹਾਡੇ ਸਾਹਮਣੇ ਆ ਜਾਂਦੇ ਨੇ। ਸੋ ਸਾਹਿਤ ਤੁਹਾਨੂੰ ਅੰਦਰੋਂ ਬਦਲਦਾ ਹੈ। ਇਹ ਜਿੱਦਾਂ ਦੇਸੀ ਦਵਾਈ, ਡਾਕਟਰ ਰਵਿੰਦਰ ਭਾਟੀਆ ਇੱਥੇ ਬੈਠੇ ਨੇ ਬੰਬੇ ਤੋਂ, ਦੇਸੀ ਦਵਾਈਆਂ ਦਿੰਦੇ ਨੇ ਉਹ, ਤੇ ਜਿੱਦਾਂ ਆਯੁਰਵੇਦ ਦੀ ਦੇਸੀ ਦਵਾਈ ਅੰਦਰੋਂ ਜਾ ਕੇ ਤੁਹਾਨੂੰ ਹੌਲੀ ਠੀਕ ਕਰਦੀ ਹੈ, ਇਸੇ ਤਰ੍ਹਾਂ ਅਸੀਂ ਸਾਹਿਤ ਨਾਲ ਜੁੜੇ ਰਹੀਏ ਤੇ ਸਾਨੂੰ ਅੰਦਰੋਂ ਸਾਡਾ ਮਨ ਬਦਲਦਾ ਰਹਿੰਦਾ ਹੈ। ਔਰ ਮੇਰਾ ਖਿਆਲ ਹੈ ਕਿ ਸਾਹਿਤ ਹੀ ਹੈ, ਥੈਂਕ ਯੂ, ਸਾਹਿਤ ਹੀ ਹੈ ਜਿਸ ਨੇ ਅੰਤ ਵਿੱਚ ਸਾਡੇ ਸਮਾਜ ਨੂੰ ਉਹ ਲੈ ਕੇ ਜਾਣਾ। ਤੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਆਪ ਸਭ ਕੋਲੋਂ ਦਾ ਧੰਨਵਾਦ ਕਰਦਾ, ਸਾਰਿਆਂ ਦੇ ਸ਼ਾਮਲ ਹੋਣ ਲਈ। ਜੇ ਕੋਈ ਵੱਧ ਘੱਟ ਗੱਲ ਕਹੀ ਹੋਵੇ ਉਸ ਦੀ ਮਾਫੀ ਵੀ ਮੰਗਦਾ, ਔਰ ਇਹ ਆਸ ਵੀ ਰੱਖਦਾ ਕਿ ਅਸੀਂ ਅਗਲੀ ਮੀਟਿੰਗ ਵਾਸਤੇ ਹੋਰ ਚੰਗੀ ਤਿਆਰੀ ਕਰਕੇ ਸ਼ਾਮਲ ਹੋਵਾਂਗੇ। ਥੈਂਕ ਯੂ ਸੋ ਮਚ। ਸੋਲ ਮੈਡਮ ਜੀ ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਐਵੇਂ ਨਹੀਂ, ਸਾਡੇ ਸੋਲ ਮੈਡਮ ਜੀ ਕਹਿੰਦੇ ਕਿ ਉਹੀ ਕਰਿਆ ਕਰਨਗੇ। ਬਹੁਤ ਸ਼ੁਕਰੀਆ, ਬਹੁਤ ਵਧੀਆ ਕਰਦੇ ਹੋ ਰਿੰਟੂ ਜੀ ਤੇ ਧੰਨਵਾਦ। ਥੈਂਕ ਯੂ ਸੋ ਮਚ, ਥੈਂਕ ਯੂ ਜੀ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਅੱਜ ਹੁਣ ਜਾਣਾ ਤੇ ਮੈਂਬਰਸ ਤੋਂ ਥੈਂਕ ਯੂ ਸਾਰਿਆਂ ਦਾ ਬਹੁਤ ਸ਼ੁਕਰੀਆ। ਹਾਂਜੀ, ਜਲਦੀ ਜਾਣਾ, ਇਜਾਜ਼ਤ ਹੁਣ ਲਈਏ। ਭੱਜਣਾ ਹੈ। ਮੈਂ ਤਾਂ ਕਿ ਇਜਾਜ਼ਤ ਲੈਣੇ, ਪਰ ਬਹੁਤ ਟਾਈਮ ਤੇ ਰਿੰਟੂ ਜੀ ਤੁਸੀਂ ਕਰਤਾ। ਬਹੁਤ ਸ਼ੁਕਰੀਆ, ਬਹੁਤ ਵਧੀਆ ਹੋਇਆ। ਬਹੁਤ ਵਧੀਆ ਕੀਤਾ। ਵੈਰੀ ਨਾਈਸ। ਕਰਮਜੀਤ ਜੀ ਰਾਣਾ ਪਹਿਲੀ ਵਾਰੀ ਸ਼ੁਕਰੀਆ ਜੀ ਤੁਹਾਡਾ ਸਾਰਿਆਂ ਦਾ। ਇੱਕ ਮਿੰਟ, ਹਾਂਜੀ ਬਹੁਤ ਸ਼ੁਕਰੀਆ ਕੁਲਦੀਪ ਜੀ, ਤੁਸੀਂ ਸਾਡੇ ਨਾਲ ਸ਼ਾਮਿਲ ਹੋਏ, ਬਹੁਤ ਸ਼ੁਕਰੀਆ। ਵਧੀਆ ਲੱਗਿਆ ਕੁਲਦੀਪ ਜੀ, ਆਇਆ ਕਰੋ। ਬਹੁਤ ਵਧੀਆ ਲੱਗਾ। ਅੱਛਾ, ਮੈਂ ਫਸਟ ਟਾਈਮ ਦੇਖਿਆ ਕਰਮਜੀਤ ਕੌਰ ਰਾਣਾ ਜੀ, ਜਰਾ ਕਿ ਆਪਣੇ ਬਾਰੇ ਦੱਸਣਗੇ, ਫਸਟ ਟਾਈਮ ਆਏ ਨੇ। ਹਾਂ, ਕਰਮਜੀਤ ਕੌਰ ਰਾਣਾ ਜੀ, ਹਾਂ ਤੁਸੀਂ ਅਨਮਿਊਟ ਕਰ ਲਓ ਜੀ। ਡਾਕਟਰ ਮਾਨ ਧਿਆਨ ਦੇ, ਹਾਂਜੀ ਸਵਾਗਤ ਹੈ ਜੀ। ਹਾਂਜੀ ਦੱਸੋ ਕੁਝ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ, ਮੈਂ ਇਟਲੀ ਤੋਂ ਆ, ਸਾਹਿਤ ਸੁਰ ਸੰਗਮ ਸਭਾ ਦੀ ਮੈਂਬਰ ਹਾਂ। ਓ ਅੱਛਾ ਜੀ, ਜਸਪਾਲ ਜੀ ਗੈਸਟ ਹਾਂਜੀ, ਮੈਂ ਫਸਟ ਟਾਈਮ ਆਏ ਨੇ। ਠੀਕ ਹੈ, ਸਵਾਗਤ ਹੈ। ਹਾਂਜੀ, ਔਰ ਮੈਂ ਮਹਿਲਾ ਕਾਰ ਮੰਚ ਦੀ ਪ੍ਰੈਜ਼ੀਡੈਂਟ ਵੀ ਹਾਂ ਇਟਲੀ ਇਕਾਈ ਦੀ। ਹਾਂਜੀ, ਸਵਾਗਤ ਹੈ, ਸੁਣਾਂਗੇ ਤੁਹਾਡੇ ਕੋਲੋਂ ਵੀ ਜੀ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਤੇ ਅੱਜ ਦਾ ਪ੍ਰੋਗਰਾਮ ਅਸੀਂ ਇੱਥੇ ਹੀ ਖਤਮ ਕਰਦੇ ਹਾਂ ਜੀ। ਬਸ ਆਏ ਹੋਏ ਮਹਿਮਾਨਾਂ ਦਾ ਬਹੁਤ ਬਹੁਤ ਸ਼ੁਕਰੀਆ। ਤੇ ਅੱਗੋਂ ਕਾਵ ਮਿਲਣੀ ਜਿਹੜੀ ਅਗਲੇ ਮਹੀਨੇ ਦੀ ਹੋਏਗੀ, ਅਸੀਂ ਉਹ ਤੁਹਾਨੂੰ ਜ਼ਰੂਰ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਇਨਫੋਰਮੇਸ਼ਨ, ਤੇ ਪਲੀਜ਼ ਜ਼ਰੂਰ ਸਾਡੇ ਨਾਲ ਸ਼ਾਮਲ ਹੋਇਓ। ਬਹੁਤ ਸ਼ੁਕਰੀਆ। ਹਾਂਜੀ ਜੀ, ਬਹੁਤ ਸ਼ੁਕਰੀਆ ਜੀ। ਬਲਹਾਰ ਜੀ ਵੀ ਆਏ ਨੇ, ਇਹਨਾਂ ਦਾ ਵੀ ਨਿੱਘਾ ਸਵਾਗਤ ਹੈ ਜੀ। ਮੈਂ ਸਾਰਿਆਂ ਦੇ ਨਾਂ ਲਈ ਸੀ ਜੀ, ਸਾਰਿਆਂ ਦਾ ਓਕੇ ਜੀ। ਚਲੋ ਹੁਣ ਮੈਂ ਨਾ ਇੱਕਦਮ ਐਂਡ ਹੀ ਕਰ ਦਿੰਨੀ, ਕਿਉਂਕਿ ਫਿਰ ਜਾਣਾ ਹੈ ਨਾ। ਜੀ ਓਕੇ, ਰਾਜਵੀਰ ਜੀ ਧੰਨਵਾਦ ਸਭ ਦਾ ਬਹੁਤ ਬਹੁਤ। ਐਂਡ ਕਰਾਂ, ਅੱਛਾ ਲਾਈਵ ਬੰਦ ਕਰਤਾ ਮੈਂ, ਹੈ ਬਹੁਤ ਸ਼ੁਕਰੀਆ ਜੀ। ਹਾਏ ਰੱਬਾ, ਥੈਂਕ ਯੂ ਸਾਰਿਆਂ ਨੂੰ ਲਾਈਵ ਕੀਤਾ ਤੇ ਉਹ ਮੀਟਿੰਗ ਹਾਂਜੀ, ਅਮਿੰਦਰ ਜੀ ਕੀ ਹਾਲ ਚਾਲ ਹੈ? ਠੀਕ ਹੈ, ਬਹੁਤ ਅੱਛਾ ਲੱਗਿਆ, ਬੜੀ ਦੇਰ ਬਾਅਦ ਆਏ ਕੁਲਦੀਪ ਜੀ ਤੁਸੀਂ। ਹਾਂਜੀ, ਹੁਣ ਮੈਂ ਸ਼ਾਮਲ ਹੋਇਆ ਕਰਾਂਗੀ। ਬਿਲਕੁਲ ਬਿਲਕੁਲ, ਮੈਨੂੰ ਤਾਂ ਬਹੁਤ ਕਹਿੰਦੇ ਕਿ ਵੇਟ ਰਹਿੰਦੀ ਤੁਹਾਡੇ ਪ੍ਰੋਗਰਾਮ ਦੀ, ਅੱਛਾ ਲੱਗਦਾ। ਮੈਂ ਨਾ ਕਰ ਰਹੀ ਵੀ ਕੁਝ ਹੋਰ